ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮਸਲੇ ਲੈਂਦੇ ਹਾਂ ਜਿਹੜੇ ਪੱਕੇ ਮਸਲੇ ਹੁੰਦੇ ਆ ਦੇਸ਼ਾਂ ਵਿਦੇਸ਼ਾਂ ਵਿੱਚ। ਤੇ ਖੰਨਾ ਜੀ, ਉਹ ਮਸਲੇ ਕਿਹੜੇ ਨੇ ਜਿਹੜੇ ਬਿਲਕੁਲ ਪ੍ਰਮੁੱਖ ਨੇ ਤੇ ਚੋਣਵੇਂ ਆ? ਦੇਖੋ, ਗੱਲ ਤਾਂ ਆਪਾਂ ਅਮਰੀਕਾ ਦੀ ਕਰਾਂਗੇ, ਪਹਿਲਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਜੀ। ਬਾਈਡਨ ਸਾਹਿਬ ਪਹੁੰਚੇ ਨੇ ਹੀਰੋਸ਼ੀਮਾ, ਹਾਂ, ਅਮਰੀਕਾ ਤੋਂ ਸਿੱਧੇ ਜਾਪਾਨ, ਤੇ ਉੱਥੇ G7 3 ਰੋਜ਼ਾ ਵਿਸ਼ਵ ਸੰਮੇਲਨ ਹੋ ਰਿਹਾ ਹੈ G7 ਮੁਲਕਾਂ ਦਾ, ਉੱਥੇ ਪਹੁੰਚ ਚੁੱਕੇ ਨੇ। ਤੇ ਹੁਣ ਦੇਖੋ ਅੱਗੇ ਕੀ ਕਾਰਗੁਜ਼ਾਰੀ ਹੁੰਦੀ ਹੈ। ਦੂਜਾ, ਅਮਰੀਕੀ ਅਦਾਲਤ ਨੇ ਮੁੰਬਈ ਹਮਲੇ ਵਿੱਚ ਜੋ ਮੁਲਜ਼ਮ ਹੈਗੇ ਨੇ ਰਾਣਾ, ਤਹੱਵਰ ਰਾਣਾ, ਉਹਨੂੰ ਭਾਰਤ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਨੇ, ਕਿਉਂਕਿ ਕਈ ਵਾਰ ਉਹ ਪੋਲੀਟੀਕਲ ਅਸਾਈਲਮ ਲੈ ਲੈਂਦੇ ਨੇ ਕਿਤੇ ਕੋਈ ਕਾਰਵਾਈ ਕਰਕੇ। ਤਾਂ ਹੁਣ ਦੇਖੋ ਉਹਦਾ ਅੱਗੇ ਕੀ ਬਣਦਾ ਹੈ। ਬਾਕੀ ਰਿਹਾ ਕਿ ਕਰਨਾਟਕ ਦੇ ਵਿੱਚ ਚੋਣਾਂ ਹੋਈਆਂ ਸੀ, ਮੁੱਖ ਮੰਤਰੀ ਕੌਣ ਬਣੇਗਾ ਕਾਂਗਰਸ ਵੱਲੋਂ, ਉਹ ਵੀ ਇੱਕ ਨਿਸ਼ਚਿਤ ਕੀਤਾ ਜਾ ਰਿਹਾ ਹੈ, ਔਰ ਸਿਧਾਰਮਈਆ ਉਹ ਬਣ ਰਹੇ ਨੇ। ਤੇ ਨਵਜੋਤ ਸਿੱਧੂ ਦੀ Z+ ਸਿਕਿਉਰਿਟੀ 'ਚ ਕਟੌਤੀ ਮਾਮਲੇ ਦੀ ਸੁਣਵਾਈ 22 ਮਈ ਨੂੰ ਹੋਵੇਗੀ, ਕਿਉਂਕਿ ਜਦੋਂ ਜੇਲ੍ਹ ਗਏ ਨੇ ਤਾਂ ਸਾਰੀ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ। ਉਸ ਤੋਂ ਬਾਅਦ ਜਦੋਂ ਜੇਲ੍ਹ 'ਚੋਂ ਵਾਪਸ ਆਏ ਨੇ ਉਨੀ ਸਿਕਿਉਰਿਟੀ ਹੈ ਨਹੀਂ। ਹੁਣ Z+ ਦੀ ਗੱਲ ਵੀ ਹੋ ਰਹੀ ਹੈ। ਈਵਨ ਸੌਰਵ ਗਾਂਗੁਲੀ ਦੀ ਵੀ Z+ ਸਿਕਿਉਰਿਟੀ ਦੀ ਗੱਲ ਹੋ ਰਹੀ ਹੈ, ਜਿਹੜੇ ਆਪਣੇ ਕ੍ਰਿਕਟ ਪਲੇਅਰ ਰਹਿ ਚੁੱਕੇ ਨੇ ਵਰਲਡ ਕੱਪ ਦੇ ਵਿੱਚ, ਉਹਨਾਂ ਦੀ ਕਾਰਗੁਜ਼ਾਰੀ। ਆਪ ਵਿਧਾਇਕ ਅਮਿਤ ਰਤਨ ਰਿਸ਼ਵਤ ਕਾਂਡ ਵਿੱਚ ਆਵਾਜ਼ ਦੇ ਨਮੂਨਿਆਂ ਦੀ ਪੁਸ਼ਟੀ ਹੋ ਰਹੀ ਹੈ। ਉਹਨਾਂ ਦੇ ਜਿਹੜੇ ਆਵਾਜ਼ ਦੇ ਨਮੂਨੇ ਲਿੱਤੇ ਗਏ ਨੇ, ਕਿਉਂਕਿ ਕੋਈ ਨਾ ਕੋਈ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ ਔਰ ਅਕਸਰ ਕਹਿ ਦਿੰਦੇ ਨੇ ਕਿ ਮੇਰੀ ਆਵਾਜ਼ ਨਹੀਂ ਸੀਗੀ। ਜਿਹੜੇ ਨਮੂਨੇ ਨੇ, ਸੈਂਪਲਸ ਨੇ, ਉਹ ਨਮੂਨਿਆਂ ਦੀ ਜਾਂਚ ਹੋ ਰਹੀ ਆ। ਸੋ ਪੰਜਾਬ ਦੇ ਵਿੱਚ ਕਣਕ ਦੀ ਬੰਪਰ ਫਸਲ ਝਾੜ, ਤੇ ਕੇਂਦਰ ਵੱਲੋਂ ਪੰਜਾਬ ਦੀ ਜਵਾਬ ਤਲਬੀ ਵੀ ਹੈ, ਕਿਉਂਕਿ ਕੇਂਦਰ ਦਾ ਤੇ ਪੰਜਾਬ ਦਾ ਹਮੇਸ਼ਾ ਆਪਸੀ ਖਹਿਬਾਜ਼ੀ ਰਹਿੰਦੀ, ਕਬੱਡੀ ਮੈਚ ਚੱਲਦਾ ਹੀ ਰਹਿੰਦਾ। ਰਿਸ਼ਵਤ ਕਾਂਡ ਵਿੱਚ ਜ਼ਮਾਨਤ ਮਿਲਣ ਮਗਰੋਂ ਰਿਹਾ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਉਹ ਕੀ ਕਰ ਰਹੇ ਨੇ, ਕਿੱਦਾਂ ਬਿਜ਼ੀ ਨੇ, ਕੀ ਕੁਝ ਹੋ ਰਿਹਾ ਜੀ, ਇਹ ਵੀ ਹੁਣ ਦੇਖਣ ਵਾਲੀ ਗੱਲ ਹੈ। ਤੇ ਕਿਸਾਨ ਮਜ਼ਦੂਰਾਂ ਦੇ ਸਾਂਝੇ ਧਰਨੇ ਰੇਲਾਂ ਨੂੰ ਲਾਈਆਂ ਬ੍ਰੇਕਾਂ, ਤੇ ਪੰਜਾਬ ਪੁਲਿਸ ਵੱਲੋਂ ਕਿਸਾਨ ਬੀਬੀਆਂ ਨਾਲ ਦੁਰਵਿਵਹਾਰ, ਕਿਉਂਕਿ ਵੀਡੀਓ ਵੀ ਵਾਇਰਲ ਹੋਈ ਹੈ, ਥੱਪੜ ਤੱਕ ਮਾਰਿਆ। ਵਾਹ, ਬਿਲਕੁਲ, ਉਹ ਬੜਾ ਚਰਚਾ ਹੋਈ ਹੈ, ਬਹੁਤ ਚਰਚਾ ਰਹੀ ਉਹਦੀ, ਬਹੁਤ ਜ਼ਿਆਦਾ। ਔਰਤ ਦੇ ਮਾਰਿਆ ਹਵਾਲਦਾਰ ਪੁਲਿਸ ਦਾ, ਪੰਜਾਬ ਦਾ ਹਵਲਦਾਰ, ਇੱਕ ਮਰਦ ਹੋ ਕੇ ਔਰਤ ਦੇ ਉੱਤੇ ਹੱਥ ਚੁੱਕਦਾ ਪਿਆ, ਉਹ ਵੀ ਵਰਦੀ ਪਾ ਕੇ, ਇਹ ਬੜੀ ਪੰਜਾਬ ਪੁਲਿਸ ਦੀ ਵਰਦੀ। ਇਹ ਬੜੀ ਤਰਾਸਦੀ ਹੈ ਔਰ ਬੜਾ ਜਿਹੜੀ ਹੈਗੀ ਆ ਬੇਅਦਬੀ ਆ, ਬਦਤਮੀਜ਼ੀ ਵੀ ਇਹਨੂੰ ਕਹਿ ਲਓ ਪੰਜਾਬੀ 'ਚ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਲੋਕਾਂ ਕੋਲ ਸਹਾਰੀਆਂ ਨਹੀਂ ਜਾਂਦੀਆਂ। ਉਹ ਔਰਤ ਆ, ਉੱਤੇ ਨੇ ਹੱਥ ਚੁੱਕਿਆ ਔਰ ਉਹਨੂੰ ਬਕਾਇਦਾ ਲਾਈਨ ਹਾਜ਼ਰ ਹੋ ਗਿਆ। ਬਟਾਲੇ ਦੇ ਵਿੱਚ ਉਹ ਵੀ ਧਰਨੇ 'ਤੇ ਸੀਗੇ। ਜਿਹੜੀ ਇਹ ਬਹੁਤ ਲੰਬੀ ਗੱਲ ਹੈਗੀ, ਆਪਾਂ ਬਾਅਦ 'ਚ ਕਰਦੇ ਹਾਂ। ਬਿਲਕੁਲ ਕਰਦੇ ਹਾਂ। ਮੈਂ ਤਾਂ ਇਹ ਸੋਚਦਾ ਕਿ ਟ੍ਰੇਨਿੰਗ ਕਾਹਦੀ ਦਿੰਦੇ ਨੇ ਪੁਲਿਸ ਮੁਲਾਜ਼ਮਾਂ ਨੂੰ, ਜੇ ਇਦਾਂ ਦੀਆਂ ਇਹਨਾਂ ਨੇ ਹਰਕਤਾਂ ਕਰਨੀਆਂ ਨੇ। ਵਰਦੀ ਦੇ ਰੋਹ ਵਿੱਚ ਨਾ ਬਿਲਕੁਲ ਅੰਨਾ ਧੁੰਦ ਹੋ ਜਾਂਦੇ, ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅੱਗੇ ਸਾਡੇ ਸਾਹਮਣੇ ਬੰਦਾ ਜਾਂ ਕੌਣ ਹੈਗਾ। ਬਿਲਕੁਲ ਸਹੀ ਕਹਿੰਦੇ ਹੋ। ਤਾਂ ਬਾਕੀ ਰਾਘਵ ਚੱਡਾ ਦੀ ਮੰਗਣੀ ਹੋਈ ਹੈ, ਉੱਥੇ ਜਥੇਦਾਰ ਸਾਹਿਬ ਦੀ ਸ਼ਮੂਲੀਅਤ ਨੂੰ ਲੈ ਕੇ ਕਾਫੀ ਮਾਮਲਾ ਭਖਿਆ ਹੋਇਆ। ਇਹ ਵੀ ਚਰਚਾ ਬਈ ਕੀ ਲੋੜ ਸੀ ਜਾਣ ਦੀ, ਜੇ ਕਿਤੇ ਵਿਆਹ ਹੁੰਦਾ ਤੇ ਮੰਨ ਲੈਂਦੇ ਕਿ ਤੁਸੀਂ ਵੱਡੇ ਆਗੂ ਹੈਗੇ ਹੋ, ਆਸ਼ੀਰਵਾਦ ਦੇਣ ਚਲੇ ਗਏ। ਮੰਗਣੀ ਦੇ ਕੋਈ ਚਲੇ ਗਏ, ਉਹ ਤਾਂ ਫੈਮਿਲੀ ਫੰਕਸ਼ਨ ਹੈ, ਚਲੋ ਕੋਈ ਵੀ ਜਾ ਸਕਦਾ। ਸਭ ਦੇ ਆਪਣੇ ਵਿਊਜ਼ ਨੇ। ਆਪਾਂ ਅਮਰੀਕਾ ਤੋਂ ਸ਼ੁਰੂ ਕਰਦੇ ਹਾਂ। ਹੀਰੋਸ਼ੀਮਾ ਨਾਗਾਸਾਕੀ ਜਿਹਦੇ ਉੱਤੇ ਅਮਰੀਕਾ ਨੇ ਹੀ ਪਹਿਲਾ ਬੰਬ ਸੁੱਟਿਆ। ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਦੁਨੀਆ ਦਾ ਸਭ ਤੋਂ ਪਹਿਲਾ ਐਟਮ ਬੰਬ ਸੁੱਟਿਆ ਗਿਆ 1945 ਦੇ ਵਿੱਚ। ਸੈਕੰਡ ਵਰਲਡ ਵਾਰ ਜਦੋਂ ਐਂਡ ਹੁੰਦੀ ਹੈ, ਜਾਪਾਨ ਹਾਰਦਾ ਹੈ, ਤਾਂ ਅਮਰੀਕਾ ਨੇ ਹੀ ਬੰਬ ਸੁੱਟਿਆ ਸੀ ਸਭ ਤੋਂ ਪਹਿਲਾਂ ਹੀਰੋਸ਼ੀਮਾ ਨਾਗਾਸਾਕੀ ਤੇ। ਹੁਣ ਹੀਰੋਸ਼ੀਮਾ ਦੇ ਵਿੱਚ G7 ਦੀ ਜਿਹੜੀ 3 ਰੋਜ਼ਾ ਵਿਸ਼ਵ ਸੰਮੇਲਨ ਹੈ, ਮੀਟਿੰਗ ਹੈ, ਸ਼ੁਰੂ ਹੋ ਰਹੀ ਹੈ, ਤੇ ਬਾਈਡਨ ਸਾਹਿਬ ਉੱਥੇ ਪਹੁੰਚ ਚੁੱਕੇ ਨੇ, ਅਮਰੀਕਾ ਦੇ ਪ੍ਰੈਜ਼ੀਡੈਂਟ। ਇਹ ਜਾਪਾਨ ਦੀ ਉਹ ਧਰਤੀ ਆ ਜਿਹਦੇ ਵਿੱਚ ਮਹਾਯੁੱਧ ਜਦੋਂ ਹੋਇਆ, ਜਦੋਂ ਵੱਡਾ ਯੁੱਧ ਹੋਇਆ, ਉਹਦੇ ਵਿੱਚ ਅਮਰੀਕਾ ਨੇ ਉੱਥੇ ਆਪਣਾ ਪਹਿਲਾਂ ਦੱਸਿਆ ਤੁਸੀਂ ਪਰਮਾਣੂ ਬੰਬ ਸੁੱਟਿਆ ਸੀ ਔਰ ਬਹੁਤ ਜ਼ਿਆਦਾ ਉੱਥੇ ਤਬਾਹੀ ਮਚਾ ਦਿੱਤੀ ਸੀ। ਪਰ ਅੱਜ ਉਸ ਧਰਤੀ 'ਤੇ ਫਿਰ ਇੱਕ ਇਸ ਤਰ੍ਹਾਂ ਦਾ G7 ਜਿਹੜਾ ਸਮਾਗਮ ਹੋ ਰਿਹਾ, ਮੀਟਿੰਗ ਹੋ ਰਹੀ ਹੈ, ਉਹ 'ਚ ਸਿਖਰ ਸੰਮੇਲਨ ਹੋ ਰਿਹਾ। ਉਹਦੇ ਵਿੱਚ ਬਹੁਤ ਲੋਕ ਪਹੁੰਚ ਚੁੱਕੇ ਆ। ਉਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਪਹੁੰਚ ਚੁੱਕੇ ਆ, ਔਰ ਉਹਦੇ 'ਚ ਬਾਈਡਨ ਜੀ ਜਿਹੜੇ ਉਹ ਉੱਥੇ ਪੂਰਾ ਉਹ ਮੋਹਰੀ ਨੇ ਸਾਰੇ ਦੇਸ਼ਾਂ ਤੋਂ ਅੱਗੇ। ਔਰ ਉੱਥੋਂ ਦੇ ਕਸੀਦਾ ਜਿਹੜੇ ਪ੍ਰਧਾਨ ਮੰਤਰੀ ਨੇ ਜਾਪਾਨ ਦੇ, ਉਹਨਾਂ ਨੇ ਉਹਨਾਂ ਨੂੰ ਵੈਲਕਮ ਦਿੱਤਾ, ਉਹਨਾਂ ਨੂੰ ਮਿਲੇ ਨੇ ਔਰ ਜੱਫੀ ਪਾਈ ਹੈ ਬੜੇ ਪਿਆਰ ਨਾਲ। ਔਰ ਉਹ ਜ਼ਮਾਨਾ ਤੇ ਇਹ ਜ਼ਮਾਨਾ ਦਾ ਬੜਾ ਫਰਕ ਹੈ, ਕਿਉਂਕਿ ਪ੍ਰੈਜ਼ੀਡੈਂਟ ਹੀ ਕਿੰਨੀ ਦੇਰ ਬਾਅਦ ਦੂਜੇ ਨੇ, ਔਰ ਪਹਿਲੇ ਪ੍ਰੈਜ਼ੀਡੈਂਟ ਜਿਹੜੇ ਆ ਉਹ ਉਦੋਂ ਹੋਰ ਸੀਗੇ। ਔਰ ਚਾਹੇ ਦੇਸ਼ਾਂ ਨੇ ਕਈ ਕੁਝ ਕੀਤਾ ਹੋਵੇ ਤੁਹਾਡੇ ਨਾਲ, ਪਰ ਉਹ ਚੀਜ਼ਾਂ ਭੁੱਲਣੀਆਂ ਪੈਂਦੀਆਂ, ਕਿਉਂਕਿ ਹੁਣ ਜ਼ਮਾਨਾ ਬੜਾ ਇਸ ਤਰ੍ਹਾਂ ਦਾ ਪਹੁੰਚ ਆ ਗਿਆ। ਔਰ ਇਸ ਪਹੁੰਚ ਦੇ ਨਾਲ ਜਿਹੜਾ ਇਸ ਵੇਲੇ ਉੱਥੇ ਮੁੱਖ ਮਸਲਾ ਹੋਊਗਾ ਉਹ ਹੈਗਾ ਰਸ਼ੀਆ ਅਤੇ ਯੂਕਰੇਨ ਦਾ ਜਿਹੜਾ ਆਪਸੀ ਖਹਿਬਾਜ਼ੀ, ਆਪਸੀ ਲੜਾਈ ਹੈਗੀ ਔਰ ਸਾਲ ਤੋਂ ਉੱਪਰ ਹੋ ਗਿਆ।
ਉਹਦੇ 'ਚ ਵੀ ਇਹੋ ਕੰਮ ਆ, ਉਹ ਵਰਲਡ ਵਾਰ ਵਾਲੀ ਗੱਲ ਹੀ ਹੈਗੀ ਆ। ਉਹਦੇ 'ਚ ਸਾਰੇ ਕੰਟਰੀਜ਼ ਦਾ ਇਨਵੋਲਵ ਹੈਗਾ। ਇੰਡੀਆ ਆ ਜਿਹਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਔਰ ਉਹਦੇ 'ਚ ਕਿਹਾ ਕਿ ਸ਼ਾਂਤੀ ਬਰਕਰਾਰ ਰੱਖੋ। ਮੋਦੀ ਸਾਹਿਬ ਨੇ ਵੀ ਗੱਲ ਕੀਤੀ ਉੱਤੇ। ਔਰ ਬਾਕੀ ਦੇਸ਼ ਜਿਹੜੇ ਆ ਉਹ ਵੱਖਰੀਆਂ ਵੱਖਰੀਆਂ ਚੌਂਕੜੀਆਂ 'ਚ, ਲੌਬੀਆਂ 'ਚ ਨਾਲ ਲੱਗੇ ਪਏ ਆ। ਹਥਿਆਰ ਦਿੱਤੇ ਜਾ ਰਹੇ ਉਹਨਾਂ ਨੂੰ, ਮਿਸਾਈਲਾਂ ਚੱਲ ਰਹੀਆਂ ਉੱਥੇ, ਰਡਾਰ ਘੁੰਮ ਰਹੇ ਆ, ਜਹਾਜ਼ ਆ ਰਹੇ ਆ। ਔਰ ਇਹ ਮਸਲਾ ਖਾਸ ਤੌਰ 'ਤੇ ਡਿਸਕਸ ਹੋਏਗਾ। 3 ਰੋਜ਼ਾ ਜਿਹੜਾ ਉੱਥੇ ਸਮਾਗਮ ਆ, ਔਰ ਪ੍ਰਮੁੱਖ ਦੇਸ਼ਾਂ ਦੇ ਲੋਕ ਜਾ ਰਹੇ ਆ, ਜਿਹਦੇ ਵਿੱਚ ਭਾਰਤ ਵੀ ਸ਼ਾਮਲ ਆ। ਬਹੁਤ ਵੱਡੀ ਗੱਲ ਹੈ, ਮਾਣ ਵਾਲੀ ਆ ਕਿ ਮੋਦੀ ਸਾਹਿਬ ਉੱਥੇ ਪਹੁੰਚ ਰਹੇ ਆ। ਔਰ ਇਹਦੇ ਵਿੱਚ ਬਾਕੀ ਜਿਹੜੇ ਸਟੇਟ ਜਾਂ ਜਿਹੜੇ ਕੰਟਰੀਜ਼ ਆ ਰਹੇ ਆ, ਉਹਨਾਂ ਦੇ ਪ੍ਰਧਾਨ ਮੰਤਰੀ, ਉਹਨਾਂ ਦੇ ਪ੍ਰੈਜ਼ੀਡੈਂਟ ਵੀ ਆ ਰਹੇ ਆ। ਔਰ ਸੁਪਰ ਕੰਟਰੀ ਜ਼ਿਆਦਾ ਜਿਹੜੀਆਂ ਕੰਟਰੀਜ਼ ਆ ਰਹੀਆਂ। ਔਰ ਇਹ ਮਸਲੇ ਜਿਹੜੇ ਹੈਗਾ ਖਾਸ ਤੌਰ 'ਤੇ ਲੜਾਈ ਨੂੰ ਰੋਕਣ ਲਈ ਹੈਗਾ, ਸ਼ਾਂਤੀ ਬਹਾਲ ਰੱਖਣ ਲਈ ਆ ਰਿਹਾ। ਯੂਐਨਓ ਦੇ ਪ੍ਰਮੁੱਖ ਨੇਤਾ ਜਿਹੜੇ ਉਹ ਵੀ ਆ ਰਹੇ ਆ। ਬਿਲਕੁਲ ਸਹੀ ਹੈ। ਤੇ ਇਹਦੇ 'ਚ ਇਸ ਕਰਕੇ ਇਹਨਾਂ ਨੇ ਕੀਤਾ ਕਿਉਂਕਿ ਯੂਕਰੇਨ ਤੇ ਰਸ਼ੀਆ ਦੀ ਲੜਾਈ ਨਹੀਂ ਖਤਮ ਹੋਈ। ਮੂਲ ਮੁੱਦਾ ਤਾਂ ਇਹੀ ਆ, ਉਹਨਾਂ ਨੇ ਇਹੀ ਗੱਲ ਕਰਨੀ ਹੈਗੀ ਆ। ਰਸ਼ੀਆ ਇਸ ਗੱਲ ਤੋਂ ਅਜੇ ਪਾਸੇ ਆ, ਉਹ ਅਜੇ ਬੰਬਾਰਮੈਂਟ ਕਰੀ ਜਾ ਰਿਹਾ ਹੈਗਾ। ਔਰ ਦੂਸਰੀ ਗੱਲ ਹੈਗੀ ਕਿ ਅਮਰੀਕਾ ਜਿਹੜੀ ਆ ਯੂਕਰੇਨ ਦੀ ਹੈਲਪ ਕਰ ਰਿਹਾ, ਰਸ਼ੀਆ ਦੀ ਹੈਲਪ ਕਰਨ ਲਈ ਜਿੰਨੇ ਵੀ ਯੂਰਪੀਅਨ ਕੰਟਰੀ ਹੈ, ਇਹ ਫਿਰ ਦੋ ਗਰੁੱਪ ਆ, ਫਿਰ ਦੋ ਗਰੁੱਪ ਇਕੱਠੇ ਹੋ ਗਏ। ਐਕਚੁਅਲੀ ਦੇਖੋ, ਜਦੋਂ ਮੈਂ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਐਟਮ ਬੰਬ ਸੁੱਟਿਆ ਗਿਆ। ਐਲਬਰਟ ਆਇਨਸਟਾਈਨ ਜਿਨ੍ਹਾਂ ਨੇ ਫਾਰਮੂਲਾ ਦਿੱਤਾ ਸੀ, ਉਹ ਯੂਰੇਨੀਅਮ ਨੂੰ ਇਲੈਕਟ੍ਰਿਸਿਟੀ ਦੇ ਵਿੱਚ, એનર્ਜੀ ਦੇ ਵਿੱਚ ਬਦਲਣ ਵਾਸਤੇ ਦਿੱਤਾ ਸੀ, ਜਿਹੜਾ ਸਭ ਦੇ ਵਾਸਤੇ ਕੰਮ ਆ ਸਕੇ। ਇਹਨਾਂ ਨੇ ਚੁੱਕ ਕੇ ਐਟਮ ਬੰਬ ਬਣਾ ਦਿੱਤਾ। ਉਹਨਾਂ ਨੇ ਇਹ ਗੱਲ ਕਹੀ, ਐਲਬਰਟ ਆਇਨਸਟਾਈਨ ਨੇ, ਕਿ ਵਾਰਫੇਅਰ ਦੇ ਵਿੱਚ ਆਰਮੀ ਨੂੰ ਸਾਇੰਸ ਇਸ ਤਰ੍ਹਾਂ ਇਸਤੇਮਾਲ ਨਹੀਂ ਕਰਨੀ ਚਾਹੀਦੀ ਕਿ ਹਿਊਮੈਨਿਟੀ, ਇਨਸਾਨੀਅਤ ਦਾ ਨੁਕਸਾਨ ਹੋਵੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਨਸਾਨ ਦਾ ਇਹ ਇਤਿਹਾਸ ਹੈ ਕਿ ਉਹਨੇ ਆਪਣੇ ਇਤਿਹਾਸ ਤੋਂ ਕਦੀ ਕੁਝ ਨਹੀਂ ਸਿੱਖਿਆ। ਔਰ ਇਹ ਗੱਲ ਬਿਲਕੁਲ ਠੀਕ ਹੈ ਕਿ ਜਦੋਂ ਐਟਮ ਬੰਬ ਪਹਿਲੇ ਸੁੱਟੇ ਗਏ ਔਰ ਇੰਨੇ ਖਤਰਨਾਕ ਨੇ ਕਿ ਅੱਜ ਵੀ ਉਹਨਾਂ ਦਾ ਅਸਰ ਦੇਖਣ ਨੂੰ ਮਿਲਦਾ ਹੈ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ, ਤਾਂ ਤੁਸੀਂ ਫਿਰ ਉਸ ਤੋਂ ਬਾਅਦ ਅਮਰੀਕਾ ਤੇ ਰਸ਼ੀਆ ਦੀ ਕੋਲਡ ਵਾਰ ਚੱਲਦੀ ਰਹੀ। ਉਹ ਬੰਬ ਬਣਾਵੇ, ਉਹ ਬੰਬ ਬਣਾਵੇ, ਔਰ ਸਾਰੇ ਦੇਸ਼ਾਂ ਨੇ ਐਟਮ ਬੰਬ ਬਣਾਏ ਨੇ। ਇੱਥੋਂ ਤੱਕ ਕਿ ਭਾਰਤ ਕੋਲ ਵੀ ਐਟਮ ਬੰਬ ਹੈਗਾ, ਪਾਕਿਸਤਾਨ ਕੋਲ ਵੀ ਐਟਮ ਬੰਬ ਹੈਗਾ। ਔਰ ਇਹ ਐਟਮ ਬੰਬ ਕਾਹਦੇ ਵਾਸਤੇ ਬਣਾ ਕੇ ਬੈਠੇ ਹੋ? ਤੁਸੀਂ ਆਪਣੇ ਇਤਿਹਾਸ ਤੋਂ ਨਹੀਂ ਸਿੱਖਿਆ ਕਿ ਪਹਿਲੇ ਐਟਮ ਬੰਬ ਨੇ ਕਿੰਨੀ ਤਬਾਹੀ ਮਚਾਈ? ਇਸ ਵਕਤ 15 ਤੋਂ 17,000 ਐਟਮ ਬੰਬ ਕਿਹਾ ਜਾਂਦਾ ਐਕਸਪਰਟਸ ਦੇ ਮੁਤਾਬਿਕ, ਜੋ ਐਸਟੀਮੇਟ ਹੈ, ਇੰਨਾ ਅਨੁਮਾਨ ਹੈ, ਇੰਨੇ ਬੰਬ ਹੈਗੇ ਨੇ ਪੂਰੇ ਦੁਨੀਆ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ। ਉਹ ਕਾਹਦੇ ਵਾਸਤੇ ਨੇ? ਜੋ ਚੱਲ ਗਏ ਤੇ ਉਹਦਾ ਅਸਰ ਕੀ ਹੋਏਗਾ? ਦੂਜੀ ਗੱਲ ਇਹ ਹੈ, ਜਿਹੜੀ ਇਹ ਵਾਰ ਹੈ, G20 ਸੰਮੇਲਨ ਵੀ ਹੋਇਆ ਪਹਿਲਾਂ ਭਾਰਤ ਦੇ ਵਿੱਚ, ਉਹਦੇ ਵਿੱਚ ਵਾਰ ਦੇ ਉੱਤੇ ਗੱਲਾਂ ਹੋਈਆਂ, ਲੇਕਿਨ ਵਾਰ ਨੂੰ ਰੋਕਣਾ ਕਿਵੇਂ ਹੈ ਉਹ ਗੱਲ ਨਹੀਂ ਹੋਈ। ਤੇ ਹੁਣ ਸਾਲ ਤੋਂ ਉੱਤੇ ਹੋ ਗਏ, ਹੁਣ G7 ਦੇ ਵਿੱਚ ਫਿਰ ਵਾਰ ਦੀ ਗੱਲ। ਜਿਹੜੇ ਵਾਰ ਨੂੰ ਰੋਕਣ ਵਾਲੇ ਨੇ ਉਹ ਤਾਂ ਇੱਕ ਦੂਜੇ ਦੀ ਮਦਦ ਕਰਦੇ ਪਏ ਨੇ, ਉਹ ਤਾਂ ਆਪਣੇ ਹਥਿਆਰਾਂ ਦਾ ਬਿਜ਼ਨਸ ਹੋ ਰਿਹਾ, ਟ੍ਰੇਡ ਹੋ ਰਿਹਾ। ਤੇ ਫਿਰ ਵਾਰ ਨੂੰ ਰੋਕਣ ਵਾਸਤੇ ਇਹ ਸਭ ਗੱਲਾਂ, ਹੁਣ ਇਹ ਕਿੱਥੋਂ ਤੱਕ ਕਾਮਯਾਬ ਹੋਏਗਾ ਇਹ ਤੇ ਪਤਾ ਨਹੀਂ ਹੈ। ਵੱਡੇ ਵੱਡੇ ਇਮੋਸ਼ਨਲ ਲੈਕਚਰ ਦੇਣੇ, ਵੱਡੀਆਂ ਵੱਡੀਆਂ ਸਟੇਟਮੈਂਟਸ ਦੇਣੀਆਂ, ਵੱਡੇ ਵੱਡੇ ਸੈਮੀਨਾਰਸ ਕਰ ਦੇਣੇ, ਇਹ ਜ਼ਰੂਰੀ ਨਹੀਂ ਹੈ। ਜ਼ਰੂਰੀ ਇਹ ਹੈ ਕਿ ਤੁਸੀਂ ਵਾਕਈ ਜਿੱਥੇ ਬੈਠੇ ਹੋ ਉੱਥੇ ਬਹਿ ਕੇ ਵੀ ਸ਼ਾਂਤੀ ਦੀ ਗੱਲ ਕਰ ਸਕਦੇ ਹੋ। ਔਰ ਇਹ ਜ਼ਰੂਰੀ ਤਾਂ ਹੋ ਸਕਦਾ ਹੈ ਜੇ ਵਾਕਈ ਤੁਸੀਂ ਕੋਈ ਪੁਖਤਾ ਨਤੀਜੇ ਦੇਣੇ ਨੇ। ਜੇ ਤੁਸੀਂ ਪਹਿਲਾਂ ਹੀ ਮਾਈਂਡ ਸੈੱਟ ਨਾਲ ਆਏ ਹੋਏ ਹੋ ਕਿ ਇਹ ਚੀਜ਼ ਇੱਦਾਂ ਨਹੀਂ ਹੋਣੀ, ਇਹ ਚੀਜ਼ ਇੱਦਾਂ ਨਹੀਂ ਹੋਣੀ, ਸਾਡਾ ਪੋਲੀਟੀਕਲ ਫਾਇਦਾ ਇੱਦਾਂ ਹੈ, ਸਾਡੀ ਕੂਟਨੀਤੀ ਇਹ ਕਹਿੰਦੀ ਹੈ, ਤਾਂ ਫਿਰ ਇਹ ਸੰਮੇਲਨ ਦਾ ਕੀ ਫਾਇਦਾ? ਵੇਸਟੇਜ ਆਫ ਟਾਈਮ ਐਂਡ ਵੇਸਟੇਜ ਆਫ ਮਨੀ ਐਂਡ ਵੇਸਟੇਜ ਆਫ એનર્ਜੀ। ਵੈਸੇ ਸਾਡੇ ਦਰਸ਼ਕ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਆ ਕਿ ਜਿੱਥੇ ਜਿੱਥੇ ਵੀ ਇਹ ਹੋਏ ਸਮਾਗਮ, ਉਹਨਾਂ ਦੀ ਜਿਹੜੀ ਆਊਟਪੁੱਟ ਆ ਜਾਂ ਰਿਜ਼ਲਟ ਆ ਜਾਂ ਉਹਦੇ ਸਿੱਟੇ ਆ, ਉਹ ਬੜੇ ਭਿਆਨਕ ਹੀ ਨਿਕਲੇ ਆ। ਜਿਸ ਤਰ੍ਹਾਂ ਹੁਣ ਆ ਜਿਹੜਾ G20 ਸੀਗਾ, ਇੰਡੀਆ ਨੂੰ ਇਹਨਾਂ ਨੇ ਬਣਾਇਆ ਅੱਗੇ ਮੋਹਰੀ, ਔਰ ਉਹਦੇ ਵਿੱਚ ਜਿੰਨੀਆਂ ਮੀਟਿੰਗਾਂ ਹੋਈਆਂ, ਦਿੱਲੀ ਹੋਈਆਂ, ਅੰਮ੍ਰਿਤਸਰ ਹੋਈਆਂ, ਸਾਰੇ ਪਾਸੇ ਹੋਈਆਂ, ਉਹਦਾ ਜਿਹੜਾ ਸਿੱਟਾ ਜਾਂ ਉਹਦੀ ਆਊਟਪੁੱਟ ਆ ਅਜੇ ਤੱਕ ਜ਼ੀਰੋ ਆ, ਕੁਝ ਨਹੀਂ ਹੋਇਆ। ਜਿਨ੍ਹਾਂ ਨੇ ਡਿਵੈਲਪਿੰਗ ਕੰਟਰੀ ਨੂੰ ਪੈਸਾ, ਆਰਥਿਕ ਮਦਦ ਦੇਣੀ ਸੀਗੀ, ਉਹ ਅਜੇ ਤੱਕ ਕੋਈ ਲਿਸਟ ਨਹੀਂ ਬਣੀ, ਜਿਹਦੇ ਵਿੱਚ ਅੱਗੇ ਨੋ ਆਰਮਾਮੈਂਟਸ ਦੇ ਹੁੰਦਾ ਸੀ, ਜਿਹਦੇ 'ਚ ਨਿਸ਼ਸਤਰੀਕਰਨ ਦਾ ਇੱਕ ਮਸਲਾ ਹੁੰਦਾ ਸੀ ਕਿ ਕੋਈ ਦੇਸ਼ ਵੀ ਐਟਮ ਬੰਬ ਜਿਹੜੇ ਮਾਰੂ ਹਥਿਆਰ ਨਹੀਂ ਰੱਖ ਸਕਦਾ। ਯੂਐਨਓ ਦੇ ਵੱਲੋਂ ਮੀਟਿੰਗ ਹੋਈ ਸੀ, ਉਹਦੇ 'ਚ ਸਾਰਿਆਂ ਦੇਸ਼ਾਂ ਦੇ ਪ੍ਰਮੁੱਖ ਨੂੰ ਬੁਲਾ ਕੇ ਗੱਲਬਾਤ ਹੋ ਗਈ ਸੀਗੀ। ਤੇ ਉਹਦੇ 'ਚ ਮਾਸਕੋ 'ਚ ਹੋਈ ਸੀ। ਉਹ ਤੋਂ ਬਾਅਦ ਇਹ ਸਮਾਗਮ ਇੰਨਾ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ, ਪਰ ਅਜੇ ਤੱਕ ਉਹਦੇ 'ਤੇ ਕੋਈ ਵੀ 0% ਵੀ ਜਿਹੜਾ ਉੱਤੇ ਅਮਲ ਨਹੀਂ ਹੋਇਆ। ਨਿਸ਼ਸਤਰੀਕਰਨ ਦਾ ਮਤਲਬ ਸੀ ਵੀ ਕੋਈ ਆਰਮਾਮੈਂਟਸ ਨਹੀਂ ਰੱਖ ਸਕਦੇ, ਜਿਹਦੇ ਵਿੱਚ ਜਿਹੜੇ ਵੈਪਨ ਆ, ਮਾਰੂ ਹਥਿਆਰ ਆ, ਐਟਮ ਬੰਬ ਆ ਜਾਂ ਰਡਾਰ ਆ, ਜਾਂ ਉਹਦੇ 'ਚ ਜਿਹੜੇ ਵੀ ਜੰਗੀ ਪੀੜੇ ਆ, ਉਹ ਨਹੀਂ ਰੱਖ ਸਕਦੇ। ਪਰ ਉਹ ਸਾਰੇ ਦੇਸ਼ਾਂ ਕੋਲ ਪਏ ਆ। ਅਸਲ ਵਿੱਚ ਇਹ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ। ਸਿਰਫ ਇੰਡੀਆ 'ਚ ਨਹੀਂ ਜ਼ਿਆਦਾ ਕੋਈ ਜਿਹੜੇ ਨੇਤਾ ਝੂਠ ਬੋਲਦੇ ਆ ਜਾਂ ਵਧੀਆ ਪਾਲਿਸੀਆਂ ਬਣਾ ਕੇ ਉਹਨਾਂ 'ਤੇ ਲੋਕਾਂ ਨੂੰ ਲੋਕ ਵਿਖਾਵਾ ਕਰ ਦਿੰਦੇ ਆ। ਬਾਕੀ ਦੇਸ਼ਾਂ 'ਚ ਇਹੋ ਹੀ ਹਾਲ ਹੈਗਾ। ਜੇ ਅਸੀਂ ਕਦੀ ਗਨ ਕਲਚਰ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ 'ਚ ਦਿਨ ਦਿਹਾੜੇ ਜਿਹੜੀਆਂ ਆ ਕੇ ਗੋਲੀਆਂ ਚੱਲਦੀਆਂ ਸਕੂਲਾਂ, ਕਾਲਜਾਂ ਦੇ ਯੂਨੀਵਰਸਿਟੀਆਂ ਵਿੱਚ, ਉਹ ਦੇਸ਼ਾਂ ਦੇ ਵਿੱਚ ਗੱਲ ਇਹ ਹੋ ਜਾਂਦੀ ਜੋ ਆਪਣੇ ਦੇਸ਼ 'ਤੇ ਕੰਟਰੋਲ ਕਰਨਾ ਉਹਨਾਂ ਨੂੰ ਔਖਾ ਹੁੰਦਾ, ਤੇ ਬਾਹਰਲੇ ਦੇਸ਼ਾਂ ਦਾ ਕੀ ਕਰ ਲੈਂਦੇ। ਸਿੰਪਲ ਗੱਲ ਇਹ ਹੈ, ਈਸਟ ਔਰ ਵੈਸਟ ਪੋਲੀਟੀਸ਼ੀਅਨਸ ਆਰ ਦੀ ਸੇਮ। ਇਹੀ ਹੈ, ਝੂਠੇ ਨੇ,
ਆ ਕਹਿੰਦੇ ਕੁਝ ਨੇ ਕਰਦੇ ਕੁਝ ਨੇ। ਹਾਂ ਇਹੀ ਹੈ ਜੇ ਅਸੀਂ ਪਰਿਆਵਰਣ ਦੀ ਗੱਲ ਕਰਦੇ ਹਾਂ, ਨੀਤੀਆਂ ਬਣ ਜਾਣਗੀਆਂ, ਲੇਕਿਨ ਉਹਦੇ ਉੱਤੇ ਚੱਲੂ ਕੌਣ? ਨਾ ਔਰ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ, ਸਾਰੀਆਂ ਪਾਬੰਦੀਆਂ ਗਰੀਬ ਮੁਲਕਾਂ ਦੇ ਉੱਤੇ, ਉਹਨਾਂ ਨੇ ਤੇ ਵਾਤਾਵਰਣ ਖਰਾਬ ਕੀਤਾ ਹੀ ਨਹੀਂ, ਕਿਉਂਕਿ ਉਹਨਾਂ ਕੋਲ ਪ੍ਰੋਡਕਸ਼ਨ ਹੀ ਨਹੀਂ ਹੈਗੀ। ਹਾਂ ਜਿਹੜੇ ਸੁਪਰ ਕੰਟਰੀ ਨੇ ਉਹਨਾਂ ਨੇ ਵਾਤਾਵਰਣ ਖਰਾਬ ਕੀਤਾ, ਆਪਣੇ ਉੱਤੇ ਕੋਈ ਰਿਸਟ੍ਰਿਕਸ਼ਨਸ ਨਹੀਂ, ਕਿਤੇ ਉੱਤੇ ਵਪਾਰ ਦੇ ਬੈਨ ਲੱਗ ਜਾਣਗੇ, ਕਿਤੇ ਹਥਿਆਰਾਂ ਦੇ ਬੈਨ ਲੱਗ ਜਾਣਗੇ। ਤੁਸੀਂ ਆਪਣੇ ਆਪ ਉੱਤੇ ਬੈਨ ਕਿਉਂ ਨਹੀਂ ਲਗਾਉਂਦੇ? ਕਿਉਂਕਿ ਸਭ ਤੋਂ ਜ਼ਿਆਦਾ ਮਾਹੌਲ ਤਾਂ ਤੁਸੀਂ ਖਰਾਬ ਕੀਤਾ, ਜਿਹੜੀਆਂ ਅਮੀਰ ਕੰਟਰੀ ਉਹ ਸੁਪਰ ਕੰਟਰੀ। ਅਸਲ 'ਚ ਪਤਾ ਕਿ ਜਿਹੜੀ ਸੁਪਰ ਪਾਵਰ 3-4 ਹੈਗੀਆਂ ਉਹੀ ਅੱਗੇ ਆਉਂਦੀਆਂ। ਇਹ 'ਚ ਅਮਰੀਕਾ ਮੋਹਰੀ ਹੈਗਾ, ਉਹਨੇ ਆਪਣੇ ਹਥਿਆਰ ਵੇਚਣੇ ਆ, ਰਸ਼ੀਆ ਹੈਗਾ, ਉਹ 'ਚ ਚਾਈਨਾ ਹੈਗਾ, ਇਹ ਸਾਰੇ ਕੰਟਰੀ ਅੱਗੇ ਆ। ਜਾਪਾਨ ਕਿਹੜਾ ਘੱਟ ਹੈਗਾ, ਉਹ ਵੀ ਉਸੇ ਤਰ੍ਹਾਂ ਦਾ ਹੀ ਦੇਸ਼ ਹੈਗਾ ਜਿਸ ਤਰ੍ਹਾਂ ਦੇ ਆ, ਬਰਾਬਰ ਦੇਸ਼ ਹੈਗਾ। ਤੇ ਕਮਾਲ ਦੀ ਗੱਲ ਇਹ ਹੈ ਬਲਕਾਰ ਜੀ ਕਿ ਜਿਹੜੀਆਂ ਸਾਰੀਆਂ ਸੁਪਰ ਕੰਟਰੀਜ਼ ਨੇ ਆਪਣੀ ਮਨਮਰਜ਼ੀ ਕਰਦੀਆਂ ਨੇ, ਇਹਨਾਂ ਸਾਰੀਆਂ ਦੇ ਉੱਤੇ ਕਰਜ਼ੇ ਚੜੇ ਹੋਏ ਨੇ। ਜੇ ਇਕਨੋਮੀ ਦੇਖੋ, ਅਰਬਾਂ ਡਾਲਰ ਦੇ, ਕਰੋੜਾਂ ਡਾਲਰ ਦੇ। ਸੋ ਇਹ ਸਾਰੇ ਸੀਨ ਬਣੇ ਹੋਏ ਨੇ। ਹੁਣ ਤੁਸੀਂ ਦੇਖੋ, ਤੁਸੀਂ ਜਿਹੜੇ ਨਿਯਮ ਬਣਾਉਂਦੇ ਹੋ, ਟਾਰਗੇਟ ਰੱਖਦੇ ਹੋ, ਇਸ ਸਾਲ ਤੱਕ ਅਸੀਂ ਇਹ ਕਰ ਲਾਂਗੇ, ਇਸ ਸਾਲ ਤੱਕ ਪਰਿਆਵਰਣ ਠੀਕ ਕਰ ਲਾਂਗੇ, ਇਸ ਸਾਲ ਤੱਕ ਅਸੀਂ ਨਿਊਕਲੀਅਰ ਵੈਪਨ ਖਤਮ ਕਰ ਦਾਂਗੇ। ਕਿੱਥੇ? ਉਹ ਸਾਲਾਂ ਦੇ ਸਾਲ ਬੀਤੀ ਜਾਂਦੇ ਨੇ, ਸਾਲ ਅੱਗੇ ਵਧਾ ਦਿੰਦੇ ਨੇ। ਇਹ ਕਿੰਨੀਆਂ ਜਨਰੇਸ਼ਨਸ ਇੱਦਾਂ ਜਾਣਗੀਆਂ। ਔਰ ਗਰੀਬੀ, ਭੁੱਖਮਰੀ ਪੂਰੀ ਦੁਨੀਆ ਦੇ ਵਿੱਚ ਇਸੇ ਕਰਕੇ ਹੀ ਹੈ ਕਿ ਜੰਗਾਂ ਦੇ ਉੱਤੇ, ਹਥਿਆਰਾਂ ਦੇ ਉੱਤੇ ਜਿੰਨਾ ਪੈਸਾ ਖਰਚ ਹੁੰਦਾ ਹੈ, ਇਟ ਇਜ਼ ਟੋਟਲ ਵੇਸਟੇਜ। ਕਾਹਦੇ ਵਾਸਤੇ ਖਰਚ ਕਰਦੇ ਪਏ ਹੋ? ਵੈਸੇ ਅਸਲ 'ਚ ਨਾ ਸ਼ਾਂਤੀ, ਜਿਹੜਾ ਪੀਸ ਹੈਗਾ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਲੋਕ ਤਰੀਕੇ ਨਾਲ, ਸ਼ਾਂਤੀ ਨਾਲ ਬੈਠ ਜਾਣਗੇ, ਇਹਨਾਂ ਪਬਲਿਕ ਨੂੰ, ਲੋਕਾਂ ਨੂੰ ਨਾ ਆਰਾਮ ਨਾਲ ਸੌਣ ਨਹੀਂ ਦੇਣਾ। ਕਿਸੇ ਦੇਸ਼ ਦੀ ਵੀ ਜਿਹੜੀ ਇਹ ਨੀਤੀ ਨਹੀਂ ਹੈਗੀ। ਅੰਦਰੂਨੀ ਸੋਚ ਕੁਝ ਹੋ ਰਿਹਾ, ਬਾਹਰਲੀ ਸੋਚ ਕੁਝ ਹੋ ਰਿਹਾ। ਜਿਹੜਾ ਡਿਮਾਂਡ ਆਫ ਚਾਰਟ ਇਹਨਾਂ ਦਾ ਉਹ ਕੁਝ ਹੋਰ ਹੁੰਦਾ। ਲੋਕਾਂ ਨੂੰ ਜਿਹੜਾ ਐਲਾਨਨਾਮੇ ਕਰਨੇ ਆ ਉਹ ਹੋਰ ਕੁਝ ਹੁੰਦੇ ਆ, ਪ੍ਰੈਕਟੀਕਲੀ ਹੋਰ ਕੁਝ ਹੁੰਦਾ। ਇਸੇ ਕਰਕੇ ਭੱਬੜਾ ਭੂਸਾ ਜਿਹਨੂੰ ਕਹਿੰਦੇ ਉਹ ਹੈਗਾ ਹਰ ਦੇਸ਼ ਦੇ ਵਿੱਚ ਪਿਆ ਹੈਗਾ। ਜਿਹੜੇ ਡਿਵੈਲਪਿੰਗ ਕੰਟਰੀ ਆ ਉਹ ਫਿਰ ਵੀ ਚੰਗੇ ਹੈਗੇ, ਉਹ ਫਿਰ ਵੀ ਸ਼ਾਂਤ ਹੈਗੇ ਆ, ਫਿਰ ਵੀ ਉਹ ਲੜਦੇ ਨਹੀਂ। ਉਹਨਾਂ ਨੂੰ ਇਹ ਨਹੀਂ ਹੈਗਾ ਕਿ ਉਹਦੀ ਜ਼ਮੀਨ ਲੈ ਲਈ, ਉਹਦੀ ਜ਼ਮੀਨ ਦੇ ਵਿੱਚ ਅਸੀਂ ਕਾਬਜ਼ ਹੋ ਜਾਈਏ। ਸੁਪਰ ਪਾਵਰ ਜਿਹੜੀਆਂ ਆਪਣੇ ਆਪ 'ਚ ਵੱਡੀਆਂ ਹਸਤੀਆਂ ਆ ਗਈਆਂ ਉਹ ਕਰਦੀਆਂ। ਇਹ ਪਤਾ ਇਹ ਦੇਸ਼ਾਂ ਵਿੱਚ ਨਹੀਂ, ਇਹ ਮਹੱਲਿਆਂ 'ਚ ਵੀ ਇਹੀ ਹੈਗਾ। ਮਹੱਲੇ 'ਚ ਜਿਹੜੇ ਚੌਧਰੀ ਬਣਦੇ ਉਹ ਵੱਡੇ ਲੋਕ ਹੀ ਹੁੰਦੇ ਆ। ਜਿਹੜੇ ਗਰੀਬ ਲੋਕ ਦਿਹਾੜੀਦਾਰ ਆ ਉਹਨਾਂ ਨੂੰ ਐਕਸਪਲਾਇਟ ਕਰਦੇ ਆ, ਉਹਨਾਂ ਦਾ ਪੈਸਾ ਵੀ ਖਾਂਦੇ ਆ, ਉਹਨਾਂ ਦੀ ਫਿਜ਼ੀਕਲ ਜਿਹੜੀ ਆ ਉਹਨਾਂ ਦੇ ਸ਼ੋਸ਼ਣ ਵੀ ਹੁੰਦਾ। ਉਹਨਾਂ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੂੰ ਮਗਰ ਲਾ ਲਿਆ ਜਾਂਦਾ, ਔਰ ਉਹ ਮਗਰ ਲੱਗ ਕੇ ਉਹਨਾਂ ਨੂੰ ਚੌਧਰੀ ਆਪ ਬਣ ਜਾਂਦੇ ਆ ਔਰ ਕੰਮ ਉਹਨਾਂ ਕੋਲ ਲੈਂਦੇ ਆ। ਇਹ ਹਮੇਸ਼ਾ ਵੱਡੇ ਦੀ ਸੋਚ ਹੁੰਦੀ ਆ, ਜਿਹਨੂੰ ਹੁੰਦੇ ਤਕੜੇ ਦਾ 37-100 ਇਹ ਹਰ ਦੇਸ਼ 'ਚ ਆ, ਹਰ ਮਹੱਲੇ 'ਚ ਆ ਔਰ ਹਰ ਘਰ 'ਚ ਹੈਗਾ। ਇਹ ਮਨੁੱਖੀ ਸੋਚ ਹੀ ਮਾੜੀ ਹੈਗੀ। ਇੱਕ ਛੋਟੀ ਜਿਹੀ ਗੱਲ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ ਅਗਲੇ ਮਸਲੇ ਤੇ। ਕਹਿੰਦੇ ਨੇ ਕਿ ਇਨਸਾਨ ਤੇ ਜਾਨਵਰ ਦੇ ਵਿੱਚ ਫਰਕ ਕੀ ਹੈ? ਕਿ ਜਿਹੜਾ ਜਾਨਵਰ ਹੈ ਨਾ, ਜਦੋਂ ਢਿੱਡ ਭਰ ਕੇ ਰੋਟੀ ਖਾ ਲੈਂਦਾ ਹੈ, ਸ਼ਾਂਤ ਹੋ ਕੇ ਬਹਿ ਜਾਂਦਾ ਹੈ, ਬਸ ਕੰਮ ਖਤਮ। ਤੇ ਇਨਸਾਨ ਜਦੋਂ ਢਿੱਡ ਭਰ ਕੇ ਰੋਟੀ ਖਾ ਲੈਂਦਾ ਹੈ, ਭੁੱਖ ਮੁੱਟ ਗਈ, ਹੁਣ ਭੁੱਖ ਮਿਟਣ ਤੋਂ ਬਾਅਦ ਚਲੋ ਬਈ ਹੁਣ ਪੰਗੇ ਲੈਣ ਦੀ ਤਿਆਰੀ ਕਰੀਏ, ਕਿਉਂਕਿ ਭੁੱਖ ਦਾ ਮਸਲਾ ਹੱਲ ਹੋ ਗਿਆ। ਹੁਣ ਉਹ ਫਿਰ ਪੰਗੇ ਲੈਣ ਦੀ ਸ਼ੁਰੂਆਤ ਕਰਦਾ। ਸੋ ਇਹੀ ਚੀਜ਼ਾਂ ਨੇ ਚੱਲਦੀਆਂ ਰਹਿਣੀਆਂ। ਮੇਰਾ ਖਿਆਲ ਤੇ ਕੰਟਰੋਲ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਰਹਿਣਾ, ਇਹ ਤਾਂ ਅੰਦਰੂਨੀ ਮਨੁੱਖੀ ਸੋਚ ਆ, ਲਾਲਚ ਹੈ। ਕੁਝ ਕੁਦਰਤੀ ਹੋਵੇ ਤਾਂ ਹੋਵੇ, ਅਦਰਵਾਈਜ਼ ਤੇ ਇਹ ਹੈ ਕਿ ਇਹ ਚੱਕਰ ਅਨੋਖੇ ਨੇ, ਚੱਲਦੇ ਹੀ ਰਹਿਣੇ। ਸੋ ਅੱਗੇ ਚੱਲੀਏ, ਆਪਾਂ ਅਗਲੇ ਚੱਕਰ ਦੀ ਗੱਲ ਕਰੀਏ। ਅਮਰੀਕੀ ਅਦਾਲਤ ਨੇ ਮੁੰਬਈ ਹਮਲੇ ਵਿੱਚ ਮੁਲਜ਼ਮ ਤਹਿਵਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦੇ ਦਿੱਤੇ ਨੇ। ਹਾਂ, ਇਹ ਮਸਲਾ ਜਿਹੜਾ ਹੈਗਾ 26/11 ਦਾ, ਇਹ ਬੜਾ ਤਹਿਕੀਕਾਤ ਦੇ ਵਿੱਚੋਂ ਗੁਜ਼ਰਿਆ ਔਰ ਅੱਜ ਦਾ ਨਿਗਾ ਬੜੀ ਦੇਰ ਦਾ ਹੈਗਾ। ਜਦੋਂ ਬੰਬੇ ਦੇ ਆਲੇ ਦੁਆਲੇ ਜਦੋਂ ਬੰਬਾਰਮੈਂਟ ਹੋਈ ਆ ਔਰ ਉਹਦੇ ਵਿੱਚ ਇਹ ਜਿਹੜੇ ਅਸੀਂ ਸੋ ਕਾਲਡ ਜਥੇਬੰਦੀਆਂ ਦੇ ਲੀਡਰ ਸੀਗੇ, ਜਿਹੜੇ ਜਿਸ 'ਚ ਰਾਣਾ ਖਾਸ ਤੌਰ 'ਤੇ ਪ੍ਰਮੁੱਖ ਰਿਹਾ, ਔਰ ਇਹ ਮੁੜ ਕੇ ਬਾਅਦ 'ਚ ਕੈਨੇਡਾ ਵੀ ਭੱਜ ਗਿਆ, ਅਮਰੀਕਾ ਰਿਹਾ। ਔਰ ਉਹਨਾਂ ਦੀ ਜਿਹੜੀ ਹੁਣ ਜੁਡੀਸ਼ਰੀ ਆ, ਉਹਨੇ ਐਲਾਨ ਕਰ ਦਿੱਤਾ ਕਿ ਭਾਰਤ ਦੇ ਹਵਾਲੇ ਕੀਤਾ ਜਾਊਗਾ। ਉੱਥੋਂ ਦੀ ਜਿਹੜੀ ਅਦਾਲਤ ਆ, ਉਹਨੇ ਕੱਲ੍ਹ ਫੈਸਲਾ ਦੇ ਦਿੱਤਾ ਕਿ ਭਾਰਤ ਦੇ ਹਵਾਲੇ ਕੀਤਾ ਜਾਊ। ਹੁਣ ਭਾਰਤ ਦੇ ਕਰਕੇ ਹਵਾਲੇ ਅਜੇ ਉਹ ਤੋਂ ਬਾਅਦ ਇਹਨਾਂ ਨੇ ਹੁਣ ਦੇਖਣਾ ਕਿ ਇਹਦੇ 'ਤੇ ਪਿੱਛੇ ਕੀ ਦੋਸ਼ ਲੱਗੇ ਆ ਔਰ ਕਿਹੜੀਆਂ ਜਥੇਬੰਦੀਆਂ ਇਹਦੇ ਨਾਲ ਹੈਗੀਆਂ, ਕਿੰਨੇ ਬੰਦੇ ਮਾਰੇ ਆ। ਇਹ ਸਾਰੀ ਫਰਿਸ਼ਤ ਬਣੀ ਪਈ ਹੈ, ਇਹਦੀ ਲਿਸਟ ਬਣੀ ਪਈ ਆ। ਔਰ ਉਹ ਜਿੰਨੇ ਵੀ ਵਕੀਲ ਜਾਂ ਜੱਜਸ ਸੀ, ਉਹਨਾਂ ਕੋਲ ਅੱਗੇ ਆਲਰੇਡੀ ਵਿਆਹ ਹੈ, ਮੁਕੱਦਮਾ ਚੱਲ ਰਿਹਾ ਸੀ ਇਹਦੇ 'ਤੇ। ਔਰ ਇਹ ਅਮਰੀਕਾ ਦਾ ਬੜਾ ਵੱਡਾ ਸਹਿਯੋਗ ਆ, ਬੜਾ ਵੱਡਾ ਕੰਟਰੀਬਿਊਸ਼ਨ ਆ ਕਿ ਉਹਨਾਂ ਨੇ ਇਹਨੂੰ ਫੜ ਕੇ, ਇਹ ਅਸਲ 'ਚ ਉੱਥੇ ਬਿਜ਼ਨਸ ਚਲਾ ਰਿਹਾ ਸੀ ਆਪਣਾ ਕੈਨੇਡਾ 'ਚ, ਔਰ ਅਮਰੀਕਾ ਦੇ ਹਵਾਲੇ ਜਦੋਂ ਆ ਗਿਆ, ਅਮਰੀਕਾ ਨੇ ਇਹਨੂੰ ਪਕੜ ਲਿਆ ਔਰ ਪਕੜਨ ਤੋਂ ਬਾਅਦ ਉਹਨਾਂ ਨੇ ਇਹ ਡਿਕਲੇਅਰ ਕਰ ਦਿੱਤਾ ਕਿ ਉਹ ਬੰਦਾ ਹੈਗਾ ਜਿਸ ਬੰਦੇ ਨੇ ਹਿੰਦੁਸਤਾਨ ਦੇ ਵਿੱਚ ਬੰਬਾਰਮੈਂਟ ਕੀਤੀ ਆ ਔਰ ਬਹੁਤ ਨਿਹੱਥੇ ਲੋਕ ਮਾਰੇ ਗਏ ਔਰ ਜੋ ਬਲੱਡ ਸ਼ੈਡ ਹੋਈ ਆ, ਜੋ ਖੂਨ ਖਰਾਬਾ ਹੋਇਆ, ਉਹਦਾ ਮੁਆਵਜ਼ਾ ਤਾਂ ਕੀ ਭਰਨਾ ਹੈਗਾ। ਉਹਨਾਂ ਜਾਨਾਂ ਨੂੰ ਵਾਪਸ ਲਿਆਉਣਾ, ਉਹ ਜਿਹੜੇ ਘਰਾਂ ਨੂੰ ਦੁਬਾਰਾ ਬਹਾਲ ਕਰਨਾ, ਬੱਚਿਆਂ ਨੂੰ ਉਸ ਤਰ੍ਹਾਂ ਦਾ ਮੁਆਵਜ਼ਾ ਦੇਣਾ ਬੜੀ ਦੂਰ ਦੀ ਗੱਲ ਆ। ਪਰ ਉਹਨਾਂ ਨੇ ਕਿਹਾ ਕਿ ਜਿਹਨੂੰ ਫੜ ਕੇ ਜੋ ਇਸਦੇ 'ਤੇ ਹੁਣ ਜੋ ਧਾਰਾ ਲੱਗਦੀਆਂ ਨੇ ਉਹ ਲਾ ਕੇ ਇਹਨੂੰ ਜੋ ਕੁਝ ਕਰਨਾ ਉਹ ਕਰਨਗੇ। ਜੇ ਤਾਂ ਡਿਕਟੇਟਰਸ਼ਿਪ ਜਿੱਥੇ ਹੁੰਦੀ ਉੱਥੇ ਤਾਂ ਆਉਂਦੇ ਹੀ ਕਰ ਦਿੰਦੇ ਆ, ਉਹਦਾ ਸਾਰਾ ਮਲੀਆ ਮੇਟ ਕਰ ਦਿੰਦੇ। ਇਹ ਸਾਡਾ ਲੋਕਤੰਤਰ ਆ, ਸਾਡਾ ਸੰਵਿਧਾਨ ਆ, ਸਾਡੇ ਬੜੇ ਤਰੀਕੇ ਨੇ ਅਦਾਲਤ ਵਿੱਚ ਅਜੇ ਗਵਾਹੀਆਂ ਦੇਖਣੀਆਂ, ਬੜਾ ਕੁਝ ਕਰਨਾ। ਉਹ ਕਰਨ ਤੋਂ ਬਾਅਦ ਫਿਰ ਪੈਰਵਾਈ ਹੋਊਗੀ ਔਰ ਇਹਦੇ ਉੱਤੇ ਗਵਾਹ ਵੀ ਆਉਣਗੇ
ਔਰ ਇਹ ਮਸਲਾ ਬੜਾ ਲੰਬਾ ਸੀਗਾ 26/11 ਦਾ। ਇਹਦੇ 'ਚ ਨਾ ਇੱਕ ਬੜੀ ਘਟਨਾ ਹੋਈ ਸੀ ਔਰ ਉਹ ਕਾਫੀ ਚਰਚਾ 'ਚ ਰਹੀ ਸੀ। ਇਸ ਵਕਤ ਆਪਾਂ ਉਹਨਾਂ ਪੱਤਰਕਾਰਾਂ ਦੇ ਨਾਂ ਨਹੀਂ ਲਵਾਂਗੇ, ਪਰ ਉਸ ਵਕਤ ਇਹ ਹੋਇਆ ਸੀ। ਜਿਹੜੇ ਇਹ ਟੀਵੀ ਰਿਪੋਰਟਰ ਸੀ ਉਹ ਪਹੁੰਚੇ ਹੋਏ ਉੱਥੇ ਜਦੋਂ ਆਰਮੀ ਕਾਰਵਾਈ ਕਰਦੀ ਪਈ ਹੈ ਹੋਟਲ ਨੂੰ ਘੇਰਾ ਪਾਉਣ ਦੀ, ਔਰ ਹੋਟਲ ਦੇ ਵਿੱਚੋਂ ਅੱਤਵਾਦੀਆਂ ਨੂੰ ਬਾਹਰ ਕੱਢਣਾ ਤੇ ਇਹ ਲਾਈਵ ਹੈ, ਐਕਸਕਲੂਸਿਵ ਹੈ, ਸਾਡੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਹੋ। ਹੁਣ ਆਰਮੀ ਇੱਥੋਂ ਮੂਵ ਕਰੇਗੀ, ਆਦਮੀ ਇੱਥੋਂ ਘੇਰਾ ਪਾਉਣ ਦੀ ਕੋਸ਼ਿਸ਼ ਕਰੇਗੀ, ਉਹ ਸਭ ਕੁਝ ਬੋਲੀ ਜਾਵੇ। ਉਹ ਆਰਮੀ ਵਾਲੇ ਦੇਖੀ ਜਾਣ ਕਿ ਤੂੰ ਇੱਥੇ ਬੋਲੀ ਜਾਣਾ ਤੇ ਲਾਈਵ ਟੈਲੀਕਾਸਟ ਤੇਰਾ ਚੱਲਦਾ ਪਿਆ ਤੇ ਅੰਦਰ ਜਿਹੜੇ ਤੇਰੇ ਪਿਓ ਬੈਠੇ ਨੇ ਅੱਤਵਾਦੀ ਅੰਦਰ, ਉਹ ਤਾਂ ਸਭ ਕੁਝ ਦੇਖੀ ਜਾਂਦੇ ਨੇ, ਇਹ ਹਟੇ ਹੀ ਨਾ। ਫਿਰ ਉਹਨਾਂ ਨੇ ਗੁੱਸੇ 'ਚ ਕਿਹਾ, ਕਹਿੰਦੇ ਤੈਨੂੰ ਅਸੀਂ ਗੋਲੀ ਮਾਰ ਦੇਣੀ ਹੈ, ਇਹ ਕਹਿ ਕੇ ਕਿ ਤੂੰ ਉਹਨਾਂ ਦੀ ਮਦਦ ਕਰਦਾ ਪਿਆ, ਦਫਾ ਹੋ ਜਾ ਇੱਥੋਂ। ਫਿਰ ਨੇੜੇ ਨਹੀਂ ਲੱਗਣ ਦਿੱਤਾ ਔਰ ਉਸ ਤੋਂ ਬਾਅਦ ਉਹਨੂੰ ਕੱਢਿਆ। ਔਰ ਇਹ ਲਾਈਵ ਰਿਪੋਰਟਿੰਗ, ਲਾਈਵ ਐਕਸਕਲੂਸਿਵ, ਕਿਆ ਬਕਵਾਸ ਹੈ। ਮਤਲਬ ਤੁਸੀਂ ਕਰਦੇ ਕਿ ਕਈ ਵਾਰੀ ਮੀਡੀਆ ਬਹੁਤ ਦੂਰ ਤੱਕ ਆਪਣੇ ਆਪ ਚਲੇ ਜਾਂਦਾ। ਤੁਸੀਂ ਕਈ ਵਾਰੀ ਬਹੁਤ ਐਂਕਰ ਹੱਦ ਹੋਣੀ ਚਾਹੀਦੀ ਹੈ। ਵੇਖੋ ਉਹ ਕਿਸੇ ਵੱਡੀ ਹਸਤੀ ਨੂੰ, ਪਰਸਨੈਲਿਟੀ ਨੂੰ ਜਦੋਂ ਇੰਟਰਵਿਊ ਕਰਦੇ ਆ ਤਾਂ ਉਹਨੂੰ ਬੜੇ ਬੁਰੀ ਤਰ੍ਹਾਂ ਪੇਸ਼ ਆਉਂਦੇ ਆ। ਉਹਨੂੰ ਜਦੋਂ ਸਵਾਲ ਕਰਦੇ ਆ ਔਰ ਸਵਾਲ ਜਿਹੜੇ ਕਰ ਰਹੇ ਆ ਉਹਨੂੰ ਬਿਲਕੁਲ ਨਿੱਜੀ ਤੌਰ ਤੇ ਸਵਾਲ ਕਰਨ ਲੱਗ ਪੈਂਦੇ ਆ। ਇਹਨਾਂ ਕੋਲ ਇੱਕ ਸਟਾਈਲ ਆਪਣਾ ਹੀ ਇਹਨਾਂ ਨੇ ਕ੍ਰੀਏਟ ਕੀਤਾ ਹੁੰਦਾ ਕਿ ਪਰਸਨੈਲਿਟੀ ਆ, ਉਹ ਰਾਜਨੀਤਿਕ ਤੌਰ ਤੇ ਆਗੂ ਆ, ਨੇਤਾ ਵਾ, ਉਹਦੇ ਨਾਲ ਸਵਾਲ ਜਵਾਬ ਕਰਨਾ ਤੁਹਾਡਾ ਇੰਨਾ ਨਹੀਂ ਰਾਈਟ ਬਣਦਾ ਕਿ ਤੁਸੀਂ ਉਹਨੂੰ ਨਿੱਜੀ ਕਰਨ ਤੱਕ ਚਲ ਜਾਓ। ਬਿਲਕੁਲ, ਸਵਾਲ ਪੁੱਛਣ ਦਾ ਤਰੀਕਾ ਇਹ ਹੁੰਦਾ ਕਿ ਬੰਦਾ ਸਵਾਲ ਸੁਣਨ ਸਾਰ ਅਪਰਾਧੀ ਘੋਸ਼ਿਤ ਹੋ ਜਾਂਦਾ। ਮੀਡੀਆ ਟ੍ਰਾਇਲ ਸ਼ੁਰੂ ਕਰ ਦੇਣਗੇ, ਮਤਲਬ ਸਵਾਲ ਇਦਾਂ ਪੁੱਛਣਗੇ ਕਿ ਤੁਸੀਂ ਅਪਰਾਧੀ ਹੈਗੇ ਹੋ। ਯੈਸ, ਇਦਾਂ ਦੀ ਉਹਨਾਂ ਦੀ ਸ਼ੈਲੀ ਹੈ ਪੁੱਛਣ ਦੀ। ਐਂਕਰ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਲੋਕਾਂ ਨੂੰ, ਪਬਲਿਕ ਨੂੰ ਕਰ ਰਿਹਾ, ਵਿਊਵਰਸ ਨੂੰ ਕਰ ਰਿਹਾ, ਉਹ ਆਪਣੇ ਆਪ 'ਚ ਉਹ ਨਹੀਂ ਹੈਗਾ ਕਿ ਜੋ ਐਕਸਪਰਟ ਬੈਠਾ। ਐਕਸਪਰਟ ਜਿਹੜਾ ਉਹ ਜਿਹੜਾ ਜਿੱਥੇ ਪਹੁੰਚਿਆ ਉਹਦਾ ਸਟੇਟਸ ਹੋਰ ਆ, ਐਂਕਰ ਦਾ ਸਟੇਟਸ ਹੋਰ ਆ। ਐਕਸਪਰਟ ਮੀਨਸ ਹੈਗਾ ਉਸ ਫੀਲਡ ਦਾ ਪ੍ਰੋਮੀਨੈਂਟ ਪਰਸਨੈਲਿਟੀ ਆਈ ਤੁਹਾਡੇ ਕੋਲ। ਤੁਸੀਂ ਐਂਕਰ, ਤੁਹਾਡੇ ਕੋਲ ਕਈ ਲੋਕ ਆਉਣੇ ਆ, ਹੈ ਨਾ, ਸਾਰਾ ਕੁਝ ਹੋਣਾ। ਜਦੋਂ ਤੁਸੀਂ ਟ੍ਰੇਨਿੰਗ ਕਰਦੇ ਜੇ ਮੀਡੀਆ 'ਤੇ ਜਾਂ ਪੜ੍ਹਦੇ ਜਾਂ ਲਿਖਦੇ ਜੋ, ਉਹ ਕਹਿੰਦੇ ਕਿ ਜਿਹੜਾ ਸਿੰਗਰ ਆ ਉਹ ਅਲੋਨ ਇਕੱਲਾ ਹੈਗਾ, ਮੁਹੰਮਦ ਰਫੀ ਇੱਕ ਹੈਗਾ। ਐਂਕਰ ਬੇਸ਼ੁਮਾਰ ਹੋ ਸਕਦੇ ਆ, ਹੈ ਨਾ, ਮੀਡੀਆ ਬੇਸ਼ੁਮਾਰ ਹੋ ਸਕਦੇ ਆ। ਸਿੰਗਰ ਇੱਕ ਹੋ ਸਕਦਾ, ਇੰਟਰਵਿਊਅਰ ਇੱਕ ਹੋ ਸਕਦਾ, ਜਿਹੜਾ ਇੰਟਰਵਿਊ ਲੈ ਰਿਹਾ ਮੁਲਾਕਾਤੀ ਹੈਗਾ, ਉਹ ਅਨੇਕਾਂ ਹੋ ਸਕਦੇ ਆ। ਇਸ ਕਰਕੇ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਸਾਡੇ ਜਿਹੜੇ ਕਮਿੰਗ ਐਂਕਰ ਨੇ ਉਹਨਾਂ ਨੂੰ। ਸ਼ੈਲੀ ਹੋਣੀ ਚਾਹੀਦੀ ਹੈ, ਕੁਝ ਭਲੇ ਮਾਨਸੀ ਦੀ ਗੱਲ ਹੋਣੀ ਚਾਹੀਦੀ ਹੈ। ਇਹ ਥੋੜਾ ਕਿ ਆਉਂਦੇ ਸਾਰੇ ਬੰਦੇ ਨੂੰ ਗਲੇ ਤੋਂ ਫੜ ਲਓ। ਸਹੀ ਗੱਲ, ਇਹ ਮੀਡੀਆ ਟ੍ਰਾਇਲ ਹੈ, ਇਹ ਨਹੀਂ ਹੋਣਾ ਚਾਹੀਦਾ। ਲੋਕ ਵੇਖ ਰਹੇ ਆ, ਤੁਹਾਡੇ ਦਰਸ਼ਕ ਵੇਖ ਰਹੇ ਆ, ਵੀਵਰਸ ਵੇਖ ਰਹੇ ਆ। ਉਸ ਵਕਤ ਇਹ ਘਟਨਾ ਹੋਈ ਸੀ। ਜੀ ਜੀ, ਮੈਂ ਉਸੇ ਤਰ੍ਹਾਂ ਗੱਲ ਤਾਂ ਕੀਤੀ ਹਾਂ, ਬਿਲਕੁਲ ਸਹੀ। ਹੁਣ ਅਮਰੀਕਾ ਨੇ ਕਿਹਾ ਕਿ ਹਵਾਲੇ ਕਰ ਦਿਓ। ਬੇਸ਼ੱਕ ਜਿਹਨੇ ਵੀ ਗਲਤੀ ਕੀਤੀ, ਜਿਹਨੇ ਵੀ ਅਪਰਾਧ ਕੀਤਾ, ਉਹਨੂੰ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਸਜ਼ਾ ਮਿਲਣੀ ਚਾਹੀਦੀ। ਸੋ ਆਪਾਂ ਅੱਗੇ ਵਧੀਏ ਜੀ। ਅੱਗੇ ਆਪਾਂ ਕਹਿੰਦੇ ਆ ਕਿ ਕਰਨਾਟਕ ਦੇ ਮੁੱਖ ਮੰਤਰੀ ਕੌਣ ਹੋਣਗੇ। ਉਹ ਕਾਂਗਰਸ ਦੇ ਉੱਤੇ ਕਾਫੀ ਸੀਗਾ ਔਰ ਉਹਦੇ ਵਿੱਚ ਇਹ ਵੀ ਦੇਖਣ 'ਚ ਆਇਆ ਕਿ ਬੀਜੇਪੀ ਵੀ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਔਰ ਅਮਰੀਕਾ ਜੋ ਕਾਂਗਰਸ ਦੇ ਜੋ ਲੀਡਰ ਸੀਗੇ, ਲੀਡਿੰਗ ਪੋਲੀਟੀਸ਼ੀਅਨਸ ਨੇ, ਆਗੂਆਂ ਦੇ ਉੱਤੇ ਵੀ ਇਹ ਗੱਲ ਆ ਰਹੀ ਸੀ ਕਿ ਤੁਸੀਂ ਸਖਤ ਕਿਉਂ ਨਹੀਂ ਹੁੰਦੇ, ਕਿਉਂ ਦੂਸਰੀ ਪਾਰਟੀ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਫਿਰ ਇਹ ਐਕਸਪਰਟਸ ਦੀ ਸਾਰੀ ਰਾਏ ਹੈ ਔਰ ਫਿਰ ਹੁਣ ਸਿੱਧਾਰਮਈਆ ਇਹਨਾਂ ਨੂੰ ਥਾਪਿਆ ਜਾ ਰਿਹਾ ਨਵੇਂ ਮੁੱਖ ਮੰਤਰੀ ਕਰਨਾਟਕ ਦੇ। ਇਹ ਮਾਮਲਾ ਬੜਾ ਉਲਝ ਗਿਆ ਸੀਗਾ ਜਦੋਂ ਆਏ ਕਰਨਾਟਕ ਦਾ ਮੁੱਖ ਮੰਤਰੀ ਲੈਣ ਲਈ, ਬਣਾਉਣ ਲਈ। ਇਹਨਾਂ ਦੀ ਆਪਸੀ ਜਿਹੜੀ ਹੈਗੀ ਆ ਉਹ ਖਿੱਚਾਤੂਈ ਹੋ ਗਈ ਸੀਗੀ। ਉਹਦੇ ਵਿੱਚ ਫਿਰ ਖੜਗੇ ਸਾਹਿਬ ਸੀ, ਉੱਥੇ ਉਹਨਾਂ ਨੇ ਕਾਲ ਕੀਤੇ ਸੀ ਦੋ ਨੂੰ। ਉਹਦੇ 'ਚ ਇੱਕ ਰਾਜ ਕੁਮਾਰ ਸੀਗਾ। ਰਾਜ ਕੁਮਾਰ ਕਹਿ ਰਹੇ ਸੀ ਕਿ ਮੈਂ ਕਾਂਗਰਸ ਲਈ, ਪਾਰਟੀ ਲਈ ਬਹੁਤ ਕੁਝ ਕੀਤਾ। ਦੂਜੇ ਪਾਸੇ ਸਿੱਧਾਰਮਈਆ ਜੀ ਜਿਨ੍ਹਾਂ ਨੂੰ ਬੁਲਾਇਆ ਗਿਆ ਹੁਣ, ਉਹਨਾਂ 'ਤੇ ਬਹੁਮਤ ਤਾਂ ਹੋਇਆ ਸੀਗਾ। ਫਿਰ ਉਹਦੇ 'ਤੇ ਜਦੋਂ ਗੁਣਾ ਪਾਇਆ ਕਿ ਕਿਹਨੂੰ ਬਣਾਈਏ ਦੋਵਾਂ ਤੋਂ, ਫਿਰ ਸੋਨੀਆ ਗਾਂਧੀ ਜੀ ਆਪ ਆਏ। ਉਹਨਾਂ ਨੇ ਆ ਕੇ ਮਨਾਇਆ ਇਹਨਾਂ ਰਾਜ ਕੁਮਾਰ ਨੂੰ। ਉਹ ਉਪ ਮੁੱਖ ਮੰਤਰੀ ਬਣੇ ਔਰ ਸਿੱਧਾਰਮਈਆ ਜੀ ਜਿਹੜੇ ਹੈਗੇ ਉਹ ਮੁੱਖ ਮੰਤਰੀ। ਔਰ ਕੱਲ੍ਹ ਨੂੰ ਉਹਨਾਂ ਨੂੰ ਉਹ ਸੈਰਾਮਨੀ ਹੋਊਗੀ, ਜਿਹੜੀ ਉਹ ਟੇਕਿੰਗ ਸੈਰਾਮਨੀ ਹੁੰਦੀ ਹੈ, ਸਹੁੰ ਚੁੱਕ ਸਮਾਗਮ, ਉਹ ਹੋਏਗਾ। ਹੁਣ ਇਹ ਮਸਲਾ ਵੈਸੇ ਸੁਲਝ ਗਿਆ ਔਰ ਇਹਦੇ ਵਿੱਚ ਜਦੋਂ ਕਾਂਗਰਸ ਤੇ ਬਹੁਮਤ 'ਚ ਹੈਗੀ ਆ, ਉਹਨਾਂ ਗਵਰਨਰ ਕੋਲ ਜਾਣਾ, ਗਵਰਨਰ ਨੂੰ ਬਹੁਮਤ ਸ਼ੋਅ ਕਰਨਾ ਕਿ ਆਹ ਸਾਡੇ ਐਮਐਲਏ ਹੈਗੇ ਨੇ, ਅਸੀਂ ਜਿੱਤ ਪ੍ਰਾਪਤ ਕਰ ਲਈ ਹੈ, ਆਹ ਸਾਡਾ ਪ੍ਰਮੁੱਖ ਬੰਦਾ ਹੈਗਾ, ਇਹ ਅੱਗੇ ਆਊਗਾ ਮੁੱਖ ਮੰਤਰੀ ਦੇ ਤੌਰ ਤੇ ਔਰ ਲਿਖ ਕੇ ਦਿੱਤਾ ਜਾਊਗਾ। ਤਾਂ ਸਾਹਮਣੇ ਵੋਟਾਂ ਪੈਣਗੀਆਂ, ਉਹ ਤੋਂ ਬਾਅਦ ਫਿਰ ਆਥ ਟੇਕਿੰਗ ਸੈਰਾਮਨੀ ਹੋਏਗੀ। ਔਰ ਦੇਖ ਲਓ ਇਹਦੇ ਵਿੱਚ ਕਰਨਾਟਕ ਦੇ ਵਿੱਚ ਖਾਸ ਤੌਰ ਤੇ ਫਸਵਾਂ ਮੁਕਾਬਲਾ ਜਿਹੜਾ ਸੀਗਾ ਕਾਂਗਰਸ ਤੇ ਬੀਜੇਪੀ ਦਾ ਸੀਗਾ। ਪਰ ਦੇਖ ਲਓ ਜਿਹੜਾ ਐਗਜ਼ੈਕਟ ਪੋਲ ਆ ਉਹਦੇ 'ਚ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਕਾਂਗਰਸ ਜਿਹੜੀ ਹੈ ਜੇਤੂ ਰਹੂਗੀ। ਇੱਕ ਗੱਲ ਬਲਕਾਰ ਜੀ ਜਿਹੜੀ ਮੈਂ ਐਡ ਕੀਤੀ ਸੀ, ਇਹ ਤੁਸੀਂ ਸਾਨੂੰ ਕਲੀਅਰ ਕਰੋ ਕਿ ਜਿਹੜੇ ਐਕਸਪਰਟਸ ਇਹ ਮੰਨਦੇ ਸੀਗੇ ਕਿ ਬੀਜੇਪੀ ਇੰਟਰਫੇਅਰ ਕਰ ਰਹੀ ਹੈ ਕਿ ਚੀਫ ਮਿਨਿਸਟਰ ਕੌਣ ਬਣੇਗਾ, ਇਹ ਕਿੱਦਾਂ ਇੰਟਰਫੇਅਰ ਕਰ ਰਹੀ ਹੈ? ਇਹ ਗੱਲ ਤੁਹਾਡੀ ਬਿਲਕੁਲ ਸਹੀ ਆ। ਜਿਹੜੀਆਂ ਵਿਰੋਧੀ ਪਾਰਟੀਆਂ ਨਾ, ਜਦੋਂ ਕੋਈ ਕੰਮ ਹੁੰਦਾ ਉਹਨੂੰ ਨੇਪਰੇ ਚਾੜਨ ਦੇ ਵਿੱਚ ਜਾਂ ਉਹਨੂੰ ਤੋੜਨ ਦੇ ਵਿੱਚ ਇਹਨਾਂ ਦਾ ਮੁੱਖ ਯੋਗਦਾਨ ਹੁੰਦਾ।
ਇਹਨਾਂ ਨੇ ਕਿਹਾ ਕਿ ਇਸ ਵੇਲੇ ਤਾਂ ਰੌਲਾ ਪਿਆ ਹੁਣ ਇਹਨਾਂ ਦੀ ਆਪਸੀ ਲੜਾਈ ਹੋ ਰਹੀ ਹੈ ਤੇ ਇਹਦੇ ਵਿੱਚ ਇਹਨਾਂ ਨੇ ਚਾਹਿਆ ਸੀਗਾ ਕਿ ਕੁਝ ਐਮਐਲਏ ਖਰੀਦੇ ਜਾ ਸਕਦੇ ਆ, ਕੁਝ ਐਮਐਲਏ ਨੂੰ ਇੱਥੋਂ ਖਿਸਕਾਇਆ ਜਾ ਸਕਦਾ ਹੈਗਾ। ਇਹ ਇੱਕ ਤਰ੍ਹਾਂ ਦੀ ਪਾਲਿਸੀ ਹੈ, ਮਹਾਰਾਸ਼ਟਰ 'ਚ ਵੀ ਰਹੀ ਹੈ, ਅਸਾਮ 'ਚ ਵੀ ਰਹੀ ਹੈ, ਔਰ ਪੰਜਾਬ 'ਚ ਵੀ ਹੋਣ ਵਾਲੀ ਸੀਗੀ। ਇਹ ਜਿਹੜੀ ਘੋੜ ਸਵਾਰ ਨੇ ਜਾਂ ਜਿਹੜਾ ਘੋੜ ਦੌੜ ਹੈਗੀ ਆ, ਜਿਹੜਾ ਇਹਦੇ 'ਚ ਉਹਨਾਂ ਨੂੰ ਖਰੀਦੋ ਫਰੋਖਤ ਹੁੰਦੀ ਆ, ਉਹ ਸਾਰੇ ਦੀ ਸਾਰੀ ਇੱਥੇ ਵੀ ਹੋਣ ਲੱਗੀ ਸੀ, ਰੌਲਾ ਪੈ ਚੱਲਿਆ ਸੀਗਾ। ਪਰ ਉਹਦੇ ਵਿੱਚ ਉਹਨਾਂ ਨੇ ਕੰਟਰੋਲ ਕਰ ਲਿਆ ਕਿਉਂਕਿ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਜੀ ਆਪ ਖੁਦ ਉੱਥੇ ਪਹੁੰਚ ਗਏ ਔਰ ਪ੍ਰਿਯੰਕਾ ਗਾਂਧੀ ਖਾਸ ਤੌਰ 'ਤੇ ਬੜੀ ਸਿਆਣੀ ਕੁੜੀ ਆ, ਉਹਨੇ ਵੀ ਆ ਕੇ ਉੱਥੇ ਸਮਝਾਇਆ, ਸਾਰਿਆਂ ਨੂੰ ਆਪਣੇ ਪਿਆਰ ਨਾਲ ਰੱਖਿਆ ਉੱਥੇ ਵੀ ਜੇ ਤੁਹਾਡੇ ਕੋਲ ਉਹਨਾਂ ਨੇ ਕਿਹਾ ਮਸਲਾ ਖਿਸਕ ਗਿਆ, ਆਪਸੀ ਚੌਧਰ ਦੀ ਲੜਾਈ ਨਾ ਕਰੋ। ਮੁੱਖ ਮੰਤਰੀ ਜਿਹੜਾ ਬਣ ਗਿਆ ਤੁਹਾਡਾ ਮੁੱਖ ਮੰਤਰੀ ਆ, ਇਹਦੇ ਵਿੱਚ ਇਹ ਨਹੀਂ ਕਿ ਵੀ ਸਾਰੇ ਮੁੱਖ ਮੰਤਰੀ ਬਣਾ ਦਿੱਤੇ ਜਾਣ। ਮੁੱਖ ਮੰਤਰੀ ਇੱਕ, ਉਪ ਮੁੱਖ ਮੰਤਰੀ ਇੱਕ ਹੋਣਾ। ਇਹ ਤਾਂ ਨਹੀਂ ਹੁਣ ਹੋਣਾ ਕਿ ਬਾਦਲ ਸਾਹਿਬ ਤਾਂ 5 ਵਾਰੀ ਰਹੇ ਆ ਹੈ ਨਾ ਪੰਜਾਬ ਦੇ ਮੁੱਖ ਮੰਤਰੀ, ਔਰ ਇੱਕ ਵਾਰੀ ਉਹਨਾਂ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ ਬਣਾਇਆ ਸੀਗਾ, ਪਰ ਰਜਾਮੰਦੀ ਨਾਲ, ਕੋਈ ਲੜਾਈ ਝਗੜਾ ਨਹੀਂ, ਕੁਝ ਨਹੀਂ ਹੋਇਆ। ਔਰ ਬਾਦਲ ਸਾਹਿਬ ਦੀ ਸਿਆਸਤ, ਉਹਨਾਂ ਦੀ ਨਿਮਰਤਾ, ਉਹਨਾਂ ਦਾ ਪਿਆਰ ਮੁਹੱਬਤ ਲੋਕਾਂ ਲਈ ਬਿਲਕੁਲ ਸੀਗਾ, ਜੋ ਕਹਿੰਦੇ ਸੀ ਮੰਨ ਜਾਂਦੇ ਸੀ। ਔਰ ਪੰਜਾਬ ਵਿੱਚ 5 ਵਾਰ ਇੱਕ ਟਰਮ ਦੇ ਵਿੱਚ ਇੱਕ ਮੁੱਖ ਮੰਤਰੀ ਰਹਿਣਾ, ਇਹ ਬਿਲਕੁਲ ਵੱਡਾ ਰਾਜਨੀਤੀ ਦਾ ਇਤਿਹਾਸ ਹੈ। ਤੇ ਕਾਂਗਰਸ ਕੋਲੋਂ ਦੇਖ ਲਓ ਉੱਥੇ ਫਿਰ ਹਫੜਾ ਦਫੜੀ ਪੈ ਗਈ, ਜਿੱਦਾਂ ਪੰਜਾਬ ਵਿੱਚ ਵੀ ਪਈ ਸੀ। ਪੰਜਾਬ ਵਿੱਚ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਆਪਣੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ 1 ਮਿੰਟ ਚੁਟਕੀ 'ਚ ਬਾਹਰ ਕੱਢਿਆ ਉਹਨਾਂ ਨੇ। ਫਿਰ ਚਰਨਜੀਤ ਚੰਨੀ ਆ ਗਏ, ਉਹਨਾਂ ਨੇ ਛੜੱਪਾ ਮਾਰ ਕੇ ਬੀਜੇਪੀ ਚਲੇ ਗਏ। ਫਿਰ ਨਾਲ ਰਹਿ ਕੇ ਉਹ ਕਹਿੰਦੇ ਦੂਜੀ ਵਾਰੀ ਕਹਿੰਦੇ ਜਾਖੜ ਸਾਹਿਬ ਨਹੀਂ ਜੀ ਨਹੀਂ, ਮਰਨਾ ਤਾਂ ਮੈਂ ਸੀਗਾ, ਬਹੁਮਤ ਮੈਨੂੰ ਮਿਲਿਆ ਸੀਗਾ, ਤੇ ਚੰਨੀ ਕਿੱਧਰੋਂ ਆ ਗਿਆ। ਉਹਨਾਂ ਨੇ ਕਿਹਾ, ਉਹ ਵੀ ਉੱਥੋਂ ਭੱਜੇ, ਉਹ ਵੀ ਬੀਜੇਪੀ ਚਲੇ ਗਏ ਹੈ ਨਾ। ਨਵਜੋਤ ਸਿੱਧੂ ਜੀ ਵੀ ਬੀਜੇਪੀ ਤੋਂ ਕਾਂਗਰਸ 'ਚ ਆ ਗਏ, ਔਰ ਉਸੇ ਤਰ੍ਹਾਂ ਦੇ ਕਈ ਹੋਰ ਵੀ ਆਪਾਂ ਨਾ ਗਿਣੀਏ ਤੇ ਚੰਗੀ ਗੱਲ, ਸਾਡੇ ਦਰਸ਼ਕ ਆਪ ਵੀ ਜਾਣਦੇ ਆ ਕਿਹੜਾ ਨੇਤਾ ਹੈਗਾ ਜਿਹੜਾ ਮੁੱਖ ਤੌਰ 'ਤੇ ਆਪਣੀ ਪਾਰਟੀ ਦਾ ਰਿਹਾ ਹੋਵੇ। ਅਮਰਿੰਦਰ ਸਿੰਘ ਜੀ ਪਹਿਲੋਂ ਅਕਾਲੀ ਦਲ ਤੋਂ ਨਿਕਲੇ ਆ, ਇਹ ਬਾਦਲ ਸਾਹਿਬ ਦੇ ਨਾਲ ਸੀਗੇ, ਔਰ ਉਹ ਤੋਂ ਬਾਅਦ ਵੇਖ ਲਓ ਫਿਰ ਕਾਂਗਰਸ 'ਚ ਆ ਗਏ। ਕਾਂਗਰਸ ਦੇ ਮੁੱਖ ਮੰਤਰੀ ਰਹਿਣ ਤੋਂ ਬਾਅਦ ਜਦੋਂ ਉਹਨਾਂ ਨੂੰ ਉੱਥੋਂ ਕੁਰਸੀ ਖਿੱਚ ਲਈ, ਉਹਨਾਂ ਦੇ ਚੁਟਕੀ ਮਾਰ ਕੇ ਭੱਜ ਕੇ ਬੀਜੇਪੀ ਜਾ ਵੜੇ। ਇਸੇ ਤਰ੍ਹਾਂ ਦੀਆਂ ਹੋਰ ਮਹਾਨ ਹਸਤੀਆਂ ਹੈਗੀਆਂ। ਉਹਨਾਂ ਨੇ ਲੋਕਾਂ ਦਾ ਕੀ ਦੇਖਣਾ, ਉਹ ਆਪਣਾ ਵੇਂਦੇ ਆ, ਉਹ ਆਪਣੇ ਪਰਿਵਾਰ ਦਾ ਵੇਖਦੇ ਆ। ਵਿਅਕਤੀਗਤ ਤੌਰ 'ਤੇ ਉਹ ਚਾਹੁੰਦੇ ਆ ਕਿ ਅਸੀਂ ਖਾਸ ਤੌਰ 'ਤੇ ਕੁਰਸੀ 'ਤੇ ਬੈਠੇ ਰਹੀਏ। ਜਦੋਂ ਕੁਰਸੀ ਤਖਤ ਹਿੱਲ ਗਿਆ ਤੇ ਉਹ ਆਪ ਵੀ ਹਿੱਲ ਗਏ ਉਸ ਤੋਂ। ਉਹਨਾਂ ਕਹਿੰਦੇ ਪਾਰਟੀ ਕਾਹਦੀ ਹੈਗੀ, ਪਾਰਟੀ ਸਾਡੀ ਨਹੀਂ ਹੈਗੀ। ਹੁਣ ਇਸੇ ਤਰ੍ਹਾਂ ਬੀਜੇਪੀ ਤੇ ਇਹਨਾਂ ਦਾ ਆਪਸੀ ਅਕਾਲੀ ਦਲ ਦਾ ਵੀ ਰੌਲਾ ਹੈਗਾ। ਬੀਜੇਪੀ ਨਹੀਂ ਚਾਹ ਰਹੀ ਕਿ ਅਕਾਲੀ ਦਲ ਦੇ ਨਾਲ ਸਾਡਾ ਗੱਠਜੋੜ ਹੋਵੇ। ਇਹ ਪੰਜਾਬ ਦੀ ਅਸੀਂ ਤਦ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਸਾਡੇ ਦਰਸ਼ਕ ਕੁਝ ਪੰਜਾਬ ਦੇ ਵੀ ਹੈਗਾ, ਬਾਹਰ ਦੇਸਾਂ ਪ੍ਰਦੇਸਾਂ ਵਿੱਚ ਵੀ ਬੈਠੇ ਆ। ਪਰ ਜਿਹੜੀ ਗੱਲ ਤੁਸੀਂ ਕਰਨਾਟਕਾ ਦੀ ਕੀਤੀ ਆ, ਮਸਲਾ ਜਿਹੜੀ ਤੁਸੀਂ ਗੱਲ ਕੱਢੀ ਹੈ ਬੜੀ ਨੁਕਤੇ ਦੀ ਹੈ ਕਿ ਉੱਥੇ ਵੀ ਰੌਲਾ ਪੈ ਚੱਲਿਆ ਸੀਗਾ, ਪਰ ਸ਼ਾਂਤਮਈ ਕਰ ਲਿਆ ਰਾਹੁਲ ਗਾਂਧੀ, ਜੋ ਸੋਨੀਆ ਗਾਂਧੀ ਜੀ ਨੇ ਆ ਕੇ ਖੁਦ। ਚਲੋ ਵਧੀਆ ਕੀਤਾ। ਉਹਨਾਂ ਦੀ ਕੱਲ੍ਹ ਤੋਂ ਸਹੁੰ ਚੁੱਕ ਸਮਾਗਮ ਸ਼ੁਰੂ ਹੋ ਜਾਣਾ ਤੇ ਖਾਸ ਤੌਰ 'ਤੇ ਬਣ ਗਈ 5 ਸਾਲ ਇਹਨਾਂ ਦੇ ਨਿਕਲ ਜਾਣੇ, ਚੱਲ ਜਾਣੇ ਆ, ਔਰ ਸ਼ਾਂਤ ਤੌਰ 'ਤੇ ਸਾਰਾ ਕੁਝ ਕਰ ਲਿਆ, ਪੀਸਫੁਲੀ ਹੋਇਆ ਸਾਰਾ। ਸਾਡੇ ਜਿਹੜੇ ਸੀਨੀਅਰਸ ਨੇ ਨਾ, ਬਜ਼ੁਰਗ ਨੇ, ਉਹ ਕਈ ਵਾਰ ਗੱਲਾਂ ਕਰਦੇ ਹੁੰਦੇ ਨੇ, ਕਹਿੰਦੇ ਇੱਕ ਪੁਰਾਣੀ ਗੱਲ ਹੈਗੀ, ਕਿੱਸਾ ਕੁਰਸੀ ਕਾ। ਕਹਿੰਦਾ ਗੱਲ ਬੜੀ ਚੱਲੀ ਸੀ, ਫਿਲਮ ਵੀ ਆ ਗਈ ਸੀ, ਕਿੱਸਾ ਕੁਰਸੀ ਕਾ। ਇਹੀ ਕਿੱਸਾ ਕੁਰਸੀ। ਚਲੋ ਹੁਣ ਅੱਗੇ ਚੱਲਦੇ ਆ ਜੀ। ਨਵਜੋਤ ਸਿੱਧੂ, ਉਹਨਾਂ ਦੀ ਸਿਕਿਉਰਿਟੀ Z+ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਜੇਲ੍ਹ ਗਏ ਨੇ ਉਦੋਂ ਸਿਕਿਉਰਿਟੀ ਵਾਪਸ ਲੈ ਲਈ ਗਈ। ਹੁਣ ਜਿਹੜੀ ਸਿਕਿਉਰਿਟੀ ਮਿਲੀ ਹੈ ਉਹ ਕਹਿੰਦੇ ਨੇ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਔਰ ਉਹ ਇਹ ਚਾਹੁੰਦੇ ਨੇ ਕਿ Z+ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਜਾਏ ਤੇ 22 ਮਈ ਨੂੰ ਸੁਣਵਾਈ ਹੋਏਗੀ ਇਸ ਮਾਮਲੇ ਦੀ। ਵੈਸੇ ਇਹ ਜਿਹੜੀ ਸਿਕਿਉਰਿਟੀ ਲੈਣ ਦਾ ਮਾਮਲਾ ਜਿਹੜਾ ਇਹ ਬੜਾ ਟੇਢਾ, ਇਸ ਕਰਕੇ ਵੈਰੀ ਟੀਡੀਅਸ ਜੌਬ ਗਿਣੀ ਗਈ ਆ। ਜਦੋਂ ਤੋਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਡਰਾ ਕੀਤੀ ਗਈ ਆ, ਉਹ ਬੜੀ ਵੱਡੀ ਟ੍ਰੈਜਡੀ ਹੋ ਗਈ। ਔਰ ਉਹਦੇ ਨਾਲ ਜੋ ਕਿਉਂਕਿ ਇਹਨਾਂ ਨੇ ਸੋਸ਼ਲ ਮੀਡੀਆ 'ਤੇ ਵੀ ਡਿਕਲੇਅਰ ਕਰਤਾ ਸੀਗਾ ਔਰ ਜਿਹੜੇ ਉਹਦੇ ਵਿਰੋਧੀ ਸੀਗੇ ਉਹ ਚੁਕੰਨੇ ਹੋ ਗਏ ਔਰ ਉਹ ਮੁੰਡਾ ਨੌਜਵਾਨ ਜਿਹੜਾ ਪ੍ਰਸਿੱਧ ਗਾਇਕ ਸੀਗਾ ਉਹ ਇਸ ਦੁਨੀਆ ਤੋਂ ਸਦਾ ਸਦਾ ਲਈ ਅਲਵਿਦਾ ਕਹਿ ਗਿਆ ਔਰ ਉਹਦੇ ਮਾਂ ਪਿਓ ਅਜੇ ਵੀ ਵਿਚਾਰੇ ਰੋਂਦੇ ਪਿੱਟਦੇ ਆ। ਔਰ ਇਹ ਗੱਲ ਮਸਲਾ ਵੀ ਹੁਣ ਨਵਜੋਤ ਸਿੱਧੂ ਦਾ ਇਹ ਰਿਹਾ ਕਿ ਇਹਨਾਂ ਹਾਈ ਕੋਰਟ 'ਚ ਰਿਟ ਕੀਤੀ ਸੀ ਕਿ ਮੇਰੀ ਵੇ ਸਿਕਿਉਰਿਟੀ ਵਿਡਰਾ ਕਿਉਂ ਕੀਤੀ ਆ। ਇਹਨਾਂ ਨੂੰ Z+ ਸਿਕਿਉਰਿਟੀ ਦਿੱਤੀ ਗਈ ਸੀਗੀ, ਪਰ ਇਹ ਵੀ ਅਜੇ ਪਤਾ ਨਹੀਂ ਅੰਤਰ ਲੱਗਿਆ ਕਿ ਜੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੁੰਦੇ ਤਾਂ ਫਿਰ ਤਾਂ ਮੰਨ ਲੈਂਦੇ ਆ ਕਿ ਉਹਨਾਂ ਨੂੰ Z+ ਮਿਲਣੀ ਚਾਹੀਦੀ ਹੈ। Z+ ਸਿਕਿਉਰਿਟੀ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਤੁਹਾਡੇ ਰਾਸ਼ਟਰਪਤੀ ਔਰ ਜਿਹੜੇ ਹੋਮ ਮਿਨਿਸਟਰ Z+ ਉਹਨਾਂ ਨੂੰ ਜਿਹੜੇ ਵੱਡੀਆਂ ਸ਼ਖਸੀਅਤਾਂ ਨੇ ਜਾਂ ਵੱਡੀ ਪਦਵੀ 'ਤੇ ਬੈਠੇ ਉਹਨਾਂ ਲਈ ਹੁੰਦੀ ਆ। ਔਰ ਜੇ ਦਿੱਤੀ ਜਾਵੇ ਤਾਂ ਜਿਹੜੇ ਆਪਣੇ ਬੜਿੰਗ ਸਾਹਿਬ ਨੇ, ਅਮਰਿੰਦਰ ਬੜਿੰਗ ਜੀ, ਉਹ ਵੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ, ਉਹਨਾਂ ਨੂੰ ਕਿਉਂ ਨਹੀਂ ਅਜੇ ਤੱਕ ਮਿਲੀ। ਬਾਕੀ ਜਿਹੜੀਆਂ ਹੋਰ ਨੇ, ਪ੍ਰਤਾਪ ਸਿੰਘ ਬਾਜਵਾ ਉਹ ਵੀ ਬੈਠੇ ਨੇ ਇੱਥੇ। ਔਰ ਸਿੱਧੂ ਮੰਨ ਲੈਂਦੇ ਆ ਇੱਕ ਵੱਡੇ ਸੁਪ੍ਰਸਿੱਧ ਕ੍ਰਿਕਟਰ ਦੇ ਖਿਡਾਰੀ ਰਹੇ ਆ ਔਰ ਉਦੋਂ ਬਾਅਦ ਐਟ ਪ੍ਰੈਜ਼ੈਂਟ 'ਤੇ ਕਿਸੇ ਕਿਹੜੀ ਪੋਸਟ 'ਤੇ ਹੈਗੇ ਆ। ਔਰ ਜੇ ਗੱਲ ਆਲੋਚਨਾ ਤਾਂ ਨਹੀਂ ਹੈਗੀ ਸਾਡੇ ਮੀਡੀਆ ਵੱਲੋਂ ਤਾਂ ਨਹੀਂ ਕੋਈ ਹੈਗੀ, ਇਹ ਸਾਡੇ ਆਲੋਚਕ ਜਿਹੜੀ ਗੱਲ ਕਰ ਰਹੇ ਆ ਕਿ ਹੁਣ ਜਿਹੜੀ ਜੁਡੀਸ਼ਰੀ ਉਹ ਫੈਸਲਾ ਕਰੂਗੀ ਇਹਦੇ ਲਈ ਕੀ ਹੈਗਾ, ਕਿਉਂਕਿ ਇਹਨਾਂ ਨੇ ਜਿਹੜੇ ਅੱਗੇ ਆਪਣੀ ਸਜ਼ਾ ਪੂਰੀ ਭੁਗਤ ਕੇ ਤਾਂ ਨਹੀਂ ਆਏ, ਜਦੋਂ ਆਏ ਉੱਥੇ
ਪਰ ਉਹਨਾਂ ਨੂੰ ਇਹਨਾਂ ਨੇ ਕਹਿਤਾ ਕਿ ਮੇਰੀ ਜਾਨ ਨੂੰ ਖਤਰਾ। ਇੱਕ ਹੋਰ ਵੀ ਇਹਨਾਂ ਦੀ ਵੀਡੀਓ ਆਈ ਸੀ ਕਿ ਜਿਹੜੀ ਛੱਤ ਦੇ ਉੱਪਰ ਇਹਨਾਂ ਨੇ ਕੋਈ ਬੰਦਾ ਦਿਖਾਇਆ ਸੀ ਜਿਹੜਾ ਹੇਠਾਂ ਉੱਪਰ ਚੜ੍ਹ ਰਿਹਾ ਉਤਰ ਰਿਹਾ, ਉਹ ਪਤਾ ਨਹੀਂ ਉਹ ਕੀ ਮਸਲਾ ਸੀਗਾ। ਉਹ ਕਹਿੰਦੇ ਵੀ ਮੇਰੀ ਜਾਨ ਨੂੰ ਖਤਰਾ ਹੈਗਾ, ਮੈਨੂੰ ਸਿਕਿਉਰਿਟੀ ਦਿੱਤੀ ਜਾਵੇ। ਪਰ ਜੇ ਤੁਸੀਂ ਸ਼ਾਂਤ ਸੁਭਾਅ ਨਾਲ ਲੋਕਾਂ ਦੇ ਕੰਮ ਆਉਂਦੇ ਜੇ ਤੁਸੀਂ ਲੋਕਾਂ ਨਾਲ ਰਹਿੰਦੇ ਜੇ, ਤੁਰੇ ਫਿਰਦੇ ਜੇ, ਮੇਰਾ ਖਿਆਲ ਤੁਹਾਨੂੰ ਤੁਸੀਂ ਪੂਰੀ ਸਿਕਿਉਰ ਜੇ, ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਟੈਕਸ਼ਨ ਦੀ ਲੋੜ ਨਹੀਂ। ਪਰ ਜੇ ਤੁਸੀਂ ਚਾਹੋਗੇ ਕਿ ਜੇ ਅਸੀਂ ਮਾੜੇ ਕੰਮ ਤਾਂ ਨਹੀਂ ਕੀਤੇ ਫਿਰ ਵੀ ਸਾਨੂੰ ਖਦਸ਼ਾ, ਸਾਡੀ ਮੌਤ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼ 'ਚ ਦੇਖੋ, ਜਿੱਥੇ ਰਿੱਝ ਜਾਂ ਕੋਈ ਏਰੀਆ ਹਿਮਾਚਲ ਪ੍ਰਦੇਸ਼ ਦਾ ਹੈਗਾ ਰਿੱਝ, ਉੱਥੇ ਮਿਨਿਸਟਰ ਉੱਦਾਂ ਹੀ ਤੁਰੇ ਫਿਰਦੇ, ਕੋਈ ਗੱਡੀ ਵੀ ਹੈ ਨਹੀਂ, ਆਮ ਸੜਕਾਂ 'ਤੇ ਤੁਰੇ ਫਿਰਦੇ, ਸਿਕਿਉਰਿਟੀ ਨਹੀਂ ਹੈਗੀ। ਸਾਡੇ ਇੱਥੇ ਨੰਬਰਦਾਰ ਤੋਂ ਲੈ ਕੇ ਸਰਪੰਚ ਤੇ ਮੰਤਰੀਆਂ ਤੱਕ ਸਿਕਿਉਰਿਟੀ ਦਾ ਪਤਾ ਨਹੀਂ ਕਿੰਨੀ ਹੈਗੀ। ਉਹਨਾਂ ਦੇ ਹੁਣ 1-1 ਲੱਖ ਰੁਪਈਆ ਤਨਖਾਹ ਹੈਗਾ, ਉਹ ਵਿਚਾਰੇ ਉਹ ਤਾਂ ਨੌਕਰੀ ਤੇ ਲੱਗੇ ਹੈਗੇ। ਪਰ ਇਹ ਫੈਸਲਾ ਜਾਂ ਸਾਰਾ ਕੁਝ ਜੁਡੀਸ਼ਰੀ ਨੇ ਕਰਨਾ ਜਾਂ ਪ੍ਰਧਾਨ ਮੰਤਰੀ ਨੇ ਕਰਨਾ ਜਾਂ ਮੁੱਖ ਮੰਤਰੀ ਨੇ ਕਰਨਾ, ਇਹ ਮਸਲਾ ਕਦੀ ਸਮਝ ਨਹੀਂ ਆ ਸਕਦਾ। ਕਈਆਂ ਕੋਲ ਸਿਕਿਉਰਿਟੀ ਹੈਗੇ, ਕਈਆਂ ਕੋਲ ਹੈ ਹੀ ਨਹੀਂ। ਕਈਆਂ ਕੋਲ ਜਿਹੜੇ ਹੁਣ ਬ੍ਰਿਗੇਡੀਅਰ ਹੈ, ਜਨਰਲ ਕਰਨਲ ਆ, ਜਿਹੜੇ ਬਾਹਰੋਂ ਆਏ ਆ ਆਰਮੀ 'ਚੋਂ, ਉਹ ਵਿਦਆਊਟ ਸਿਕਿਉਰਿਟੀ ਕਈ ਤੁਰੇ ਫਿਰਦੇ ਆ। ਕਈ ਜਿਹੜੇ ਆ ਪੋਲੀਟੀਕਲ ਤੌਰ ਤੇ ਜਿਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ, ਕੋਈ ਪਦਵੀ ਤੇ ਨਹੀਂ ਰਹੇ, ਉਹ ਸਾਰੇ ਸਿਕਿਉਰਿਟੀ ਨਾਲ ਹੀ ਲੱਤ-ਪੱਤ ਆਲੇ ਦੁਆਲੇ ਸਿਕਿਉਰਿਟੀ ਹੈਗੀ ਹੈ। ਇਹ ਪਤਾ ਨਹੀਂ ਕਿੱਧਰ ਦਾ ਸਿਸਟਮ ਹੈ ਸਾਡੇ ਡੈਮੋਕ੍ਰੇਸੀ ਵਿੱਚ। ਆਰਨਾਮੈਂਟੇਸ਼ਨ ਹੈ ਨਾ ਇਹ, ਹਾਂ ਯੈਸ, ਗਹਿਣੇ ਗੱਟੇ ਵਾਲੀ। ਗਾਲੇ ਗਾਲੇ ਪੇ 10 ਬੰਦੇ ਇੱਧਰ ਹੋਣ, 10 ਬੰਦੇ ਇੱਧਰ ਹੋਣ, ਬੰਦਾ ਵੈਸੇ ਹੀ ਬੜਾ ਪਾਵਰਫੁਲ ਲੱਗਦਾ ਹੈ। ਸਿੰਗਰ ਤਾਂ ਬਾਉਂਸਰ ਜੇ ਆਪਣੇ ਲਈ ਫਿਰਦੇ ਆ, ਸਿੰਗਰਾਂ ਦਾ ਮੰਨ ਲੈਂਦੇ ਉਹ ਆਪ ਪੇ ਕਰਦੇ ਆ, ਉਹ ਗਵਰਨਮੈਂਟ ਨਹੀਂ ਕਰਦੀ। ਉਹ ਭਾਵੇਂ 20 ਦੇ 25 ਲੈ ਲੈਣ, ਉਹਨਾਂ ਤਾਂ ਕੋਈ ਨਹੀਂ ਹੈਗਾ, ਹੈ ਨਾ। ਜਿਹਨੂੰ ਖਤਰਾ ਮਹਿਸੂਸ ਹੁੰਦਾ ਉਹ ਹੈਗਾ। ਕਈ ਸਿੰਗਰਾਂ ਨਾਲ ਕੋਈ ਵੀ ਹੈ ਨਹੀਂ। ਕਈ ਸਿੰਗਰ ਜਿਹੜੇ ਹੈਗਾ, ਜਿੱਦਾਂ ਵੱਡੇ ਸਿੰਗਰ ਹੈਗੇ ਗੁਰਦਾਸ ਮਾਨ ਜੀ, ਵਿਦਆਊਟ ਹੀ ਕਈ ਵਾਰੀ ਤੁਰੇ ਫਿਰਦੇ ਆ। ਔਰ ਉਹਦੇ ਨਾਲ ਹੋਰ ਵੀ ਬੜੇ ਸਿੰਗਰ ਆ ਜਿਹੜੇ ਆਮ ਦੁਨੀਆ 'ਚ ਉਸ ਤਰ੍ਹਾਂ ਹੀ ਤੁਰੇ ਫਿਰਦੇ ਆ, ਉਹਨਾਂ ਨੂੰ ਤਾਂ ਕੋਈ ਵੈਸੇ ਖਤਰਾ ਨਹੀਂ ਹੁੰਦਾ। ਚਲੋ, ਪਰ ਇਹ ਪਤਾ ਨਹੀਂ ਹੈਗਾ ਅੰਦਰੂਨੀ ਕੀ ਖਤਰਾ ਲੋਕਾਂ ਨੂੰ। ਪੰਜਾਬ ਨਿੱਕਾ ਜਿਹਾ ਪੰਜਾਬ ਹੈ, ਤੁਹਾਨੂੰ ਇਹ ਦਿਨ ਦਿਹਾੜੇ ਕੌਣ ਮਾਰ ਦੂਗਾ? ਜੇ ਤੁਹਾਡੀ ਕਿਸੇ ਨਾਲ ਵਿਰੋਧਤਾ ਨਹੀਂ ਤਾਂ ਤੁਸੀਂ ਦੇਅਰ ਇਜ਼ ਨੋ ਫੀਅਰ ਇਨ ਯੂਅਰ ਓਨ ਲੈਂਡ। ਤੁਹਾਡੀ ਧਰਤੀ ਤੇ ਆਪ ਨੂੰ ਕੋਈ ਇਦਾਂ ਦਾ ਖਤਰਾ ਨਹੀਂ। ਦੇਖੋ ਕੀ ਬਣਦਾ ਹੁਣ। ਇਹ 22 ਨੂੰ ਪਤਾ ਲੱਗੂਗਾ ਕਿ Z+ ਸਿਕਿਉਰਿਟੀ ਮਿਲਦੀ ਹੈ ਜਾਂ ਕੋਈ ਹੋਰ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਸੋ ਇਹ ਤਾਂ ਟਾਈਮ ਦੱਸੇਗਾ ਕਿ ਵਿਜ਼ਡਮ ਆਫ ਜੱਜਿਸ ਦੀ ਜਿਹੜੀ ਸੂਝ-ਬੂਝ ਹੈ ਉਹ ਤੈਅ ਕਰੇਗੀ। ਹਾਂ ਬਿਲਕੁਲ, ਉਹ ਤਾਂ ਜੁਡੀਸ਼ਰੀ ਨੇ ਕਰਨਾ, ਜੁਡੀਸ਼ਰੀ ਨੇ ਤੈਅ ਕਰਨਾ ਹੈ। ਯੈਸ। ਸੋ ਅੱਗੇ ਚੱਲਦੇ ਹਾਂ ਆਪਾਂ। ਹਾਂਜੀ। ਆਪ ਵਿਧਾਇਕ ਅਮਿਤ ਰਤਨ ਰਿਸ਼ਵਤ ਕਾਂਡ ਵਿੱਚ ਉਹਨਾਂ ਦੇ ਆਵਾਜ਼ ਦੇ ਨਮੂਨੇ ਉਹ ਚੈੱਕ ਕੀਤੇ ਜਾ ਰਹੇ ਨੇ। ਉਹਦੀ ਤਹਿਕੀਕਾਤ ਹੋ ਰਹੀ ਹੈ ਕਿ ਜਿਹੜਾ ਕੋਈ ਆਡੀਓ ਵਾਇਰਲ ਹੋਈ ਹੈ ਰਿਸ਼ਵਤ ਕਾਂਡ ਦੇ ਵਿੱਚ, ਇਹ ਆਵਾਜ਼ ਉਹਨਾਂ ਦੀ ਹੋਈ ਹੈ। ਕਿਉਂਕਿ ਅਕਸਰ ਕਹਿ ਦਿੰਦੇ ਨੇ ਕਿ ਇਹ ਆਵਾਜ਼ ਮੇਰੀ ਨਹੀਂ ਹੈ। ਹੋ ਸਕਦਾ ਨਾ ਵੀ ਹੋਵੇ, ਕਿਉਂਕਿ ਦੁਸ਼ਮਣਾਂ ਦਾ ਕੁਝ ਨਹੀਂ ਪਤਾ। ਅੱਜ ਕੱਲ੍ਹ ਆਵਾਜ਼ ਬਦਲ ਕੇ ਵੀ ਬੜੀਆਂ ਗੇਮਸ ਚੱਲਦੀਆਂ ਨੇ, ਸਭ ਕੁਝ ਚੱਲਦਾ ਅੱਜ ਕੱਲ੍ਹ। ਤੇ ਉਹਨੇ ਦੇਖੋ ਕੀ ਬਣਦਾ ਹੈ, ਨਮੂਨਿਆਂ ਦੀ ਪੁਸ਼ਟੀ ਹੋ ਰਹੀ ਹੈ। ਵੈਸੇ ਜਿਹੜੀਆਂ ਸੋਸ਼ਲ ਮੀਡੀਆ 'ਤੇ ਵਾਇਸਿਸ ਜਾ ਰਹੀਆਂ, ਇਹਨਾਂ ਦੀ ਤਹਿਕੀਕਾਤ ਇਨਕੁਆਇਰੀ ਹੋਈ ਆ। ਉਹਦੇ ਵਿੱਚ ਇਹ ਮੁਹਾਲੀ ਆ ਫੋਰੈਂਸਿਕ ਲੈਬ, ਉਹਦੇ ਵਿੱਚ ਇਹਨਾਂ ਦੀ ਗਈ ਸੀ। ਜਦੋਂ ਇਹਨਾਂ 'ਤੇ ਰਿਸ਼ਵਤ ਕਾਂਡ ਹੋਇਆ, ਉਹਦੇ ਵਿੱਚ ਰਸ਼ਮ ਗਰਗ ਜੀ ਸੀ ਇਹਨਾਂ ਦੇ ਇੱਕ PA ਦੇ ਤੌਰ ਤੇ। ਉਹਨਾਂ ਨੇ ਬਾਅਦ 'ਚ ਤਾਂ ਮੰਨਿਆ ਨਹੀਂ ਮੇਰਾ PA ਹੈ, ਉਹ ਪੈਸੇ ਲੈਂਦੇ ਫੜੇ ਗਏ। ਕਿਉਂਕਿ ਸਰਪੰਚ ਸੀ ਘੁੱਦੇ ਦਾ, ਔਰਤ ਸਰਪੰਚ ਸੀ, ਉਹਦੇ ਘਰ ਵਾਲਾ ਸੀਗਾ। ਉਹਨਾਂ ਨੇ 25 ਲੱਖ ਰੁਪਈਆ ਇਹਨਾਂ ਮੰਗਿਆ ਸੀ ਉਹਨਾਂ ਕੋਲੋਂ ਕਿ ਅਸੀਂ ਤੁਹਾਨੂੰ ਫੰਡਿੰਗ ਦੇ ਰਹੇ ਹਾਂ ਡਿਵੈਲਪਮੈਂਟ ਦੀ, ਤਾਂ ਉਹਦੇ ਵਿੱਚ ਸਾਡਾ ਇੰਨਾ ਬਣਦਾ ਹੈ। ਉਹ ਪੈਸਾ ਇਹਨਾਂ ਨੇ ਆਪਣੇ ਜੇਬ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਵਿਜੀਲੈਂਸ ਨੇ ਤੇ ਉਹਦੇ ਵਿੱਚ ਸਾਰੀਆਂ ਜਿਹੜੀਆਂ ਏਜੰਸੀ ਸੀ ਉਹਨਾਂ ਨੇ ਜਾ ਕੇ ਉਹਨਾਂ ਨੂੰ ਫੜ ਲਿਆ। ਔਰ ਇਹ ਅਮਿਤ ਜਿਹੜੇ ਰਤਨ ਨੇ, ਇਹ ਅਕਾਲੀਆਂ 'ਚੋਂ ਭਗੌੜੇ ਆ। ਅਕਾਲੀ ਦੇ ਵਿੱਚ ਪਹਿਲਾਂ ਲੀਡਰ ਸੀਗੇ, ਉਹਨਾਂ ਨਾਲ MLA ਤੇ ਨਹੀਂ ਰਹੇ, ਹਾਰ ਗਏ ਸੀ। ਔਰ ਇਹਨਾਂ 'ਤੇ ਵੀ ਕਈ ਤਰ੍ਹਾਂ ਦੇ ਉੱਤੇ ਰਿਸ਼ਵਤ ਦੇ ਦੋਸ਼ ਲੱਗੇ ਸੀ, ਤੇ ਉਹਨਾਂ ਨੇ ਪਾਰਟੀ 'ਚੋਂ ਉਹਨਾਂ ਨੂੰ ਕੱਢ ਦਿੱਤਾ ਸੀ। ਫਿਰ ਇਹਨਾਂ ਦੇ ਇਹ ਕੇਸ ਆ ਗਿਆ। ਫਿਰ ਇਹਨਾਂ ਨੇ ਕਹਿਤਾ ਵੀ ਮੇਰਾ PA ਆ, ਮੇਰਾ ਤਾਂ PA ਹੈ ਨਹੀਂ, ਇਹਨੇ ਆਪਣੇ ਆਪ ਪੈਸੇ ਲੈ ਲਿਆ, ਮੈਨੂੰ ਇਹਦਾ ਪਤਾ ਨਹੀਂ। ਇਹ ਮੁੱਕਰ ਗਏ ਸੀਗੇ। ਪਰ ਹੁਣ ਜਦੋਂ ਇਹਨਾਂ ਦੀ ਗੱਲਬਾਤ ਜਿਹੜੀ ਹੋਈ ਆ, 3 ਬੰਦੇ ਹੋਰ ਨਾਲ ਹੈਗੇ ਆ, ਫੋਨ ਤੇ ਜਿਹੜੀ ਗੱਲਬਾਤ ਹੋਈ ਆ, ਵਾਇਸ ਟੈਸਟ ਹੋਇਆ ਵਾ, ਉਹਦਾ ਲੈਬ 'ਚ ਜਾ ਕੇ ਪਤਾ ਕੀਤਾ, ਉਹਦੀ ਪੁਸ਼ਟੀ ਹੋ ਗਈ ਕਿ ਇਹਨਾਂ ਦੀ ਆਵਾਜ਼ ਹੈਗੀ ਆ। ਹੁਣ ਇਹਨਾਂ ਤੋਂ ਬਾਅਦ ਇਹ ਨਹੀਂ ਮੁੱਕਰ ਸਕਦੇ ਔਰ ਇਹਨਾਂ 'ਤੇ ਮੁਕੱਦਮਾ ਚੱਲੂਗਾ। ਆਲਰੇਡੀ ਇਹ ਜੇਲ੍ਹ ਦੇ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਸੀਗੇ। ਹੁਣ ਉਹਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਪੁੱਛਿਆ ਗਿਆ ਕਿ ਆਵਾਜ਼ ਦੱਸੋ ਕਿਹਦੀ ਹੈਗੀ ਹੈ ਇਹਨਾਂ 3 ਬੰਦਿਆਂ ਦੀ। ਉਹ ਮੇਲ ਖਾ ਗਈ ਇੱਕ ਦੂਜੇ ਨਾਲ। ਹੁਣ ਇਹ ਦੇਖੋ, ਜਦੋਂ ਕੋਈ ਰਿਸ਼ਵਤ ਕਾਂਡ ਹੁੰਦਾ ਜਾਂ ਕੁਝ ਵੀ ਹੁੰਦਾ, ਪ੍ਰੂਫ ਤਾਂ ਪੁਲਿਸ ਨੂੰ ਚਾਹੀਦੇ ਹੁੰਦੇ ਆ। ਇਹ ਬਹੁਤ ਵੱਡਾ ਪ੍ਰੂਫ ਹੁੰਦਾ। ਜਦੋਂ ਤੁਸੀਂ ਪੈਸੇ ਮੰਗ ਰਹੇ ਜਾਂ ਉਹਨਾਂ ਨੂੰ ਗੱਲ ਕਰ ਰਹੇ ਜੇ, ਫੜ ਲਿਆ ਪੈਸੇ, ਆਹ ਬੰਦਾ ਹੀ ਉਹ ਚੱਕ ਲਿਆ, ਉਹਦੇ ਨਾਲ ਹੀ ਸਾਰੀਆਂ ਜਿਹੜੀਆਂ ਪਿੱਛੇ ਫੜਨ ਵਾਲੀਆਂ ਸੁਰੱਖਿਆ ਫੋਰਸਾਂ ਨੇ ਉਹ ਵੀ ਚਲੇ ਗਈਆਂ। ਉਹਨਾਂ ਨੇ ਰੰਗੇ ਹੱਥੀਂ ਫੜ ਲਿਆ ਉਹ ਬੰਦੇ ਨੂੰ। ਫੜ ਕੇ ਤਾਂ ਉਹਨਾਂ ਨੇ ਜਦੋਂ ਵਾਇਸ ਟੈਸਟ ਕੀਤੀ ਆ, ਅੱਜ ਦੇ ਸਾਰੇ ਜਿਹੜੇ ਪ੍ਰਿੰਟ ਮੀਡੀਆ ਉਹਨਾਂ 'ਚ ਆ ਗਈ ਹੈ ਖਬਰ ਕਿ ਉਹਨਾਂ ਦੀ ਜਿਹੜੀ ਆਵਾਜ਼ ਦੀ ਪੁਸ਼ਟੀ ਹੋ ਗਈ ਆ ਉਸ ਲੈਬ ਦੇ ਵਿੱਚ। ਲੈਬ 'ਚ ਟੈਸਟਿੰਗ ਜੇ ਤੁਸੀਂ ਸਾਈਨ ਕਰਦੇ ਜੇ ਤਾਂ ਉਹਦੇ ਵਿੱਚ ਤੁਹਾਡੇ ਸਾਈਨ ਜਿਹੜੇ ਪੈਨ ਔਰ ਤੁਹਾਡੇ ਜਿਹੜੇ ਹੱਥ ਦੇ ਆ, ਉਹ ਸਾਰਾ ਪਛਾਣ ਚਿੰਨ੍ਹ ਚਲੇ ਜਾਂਦੇ ਆ। ਇਸੇ ਤਰ੍ਹਾਂ ਵੈਪਨ ਨਾਲ ਵੀ ਜੇ ਤੁਸੀਂ ਕਤਲ ਕਰਦੇ ਜੇ, ਰਿਵਾਲਵਰ ਫੜਿਆ ਜਾਂ ਤਾਂ ਉਹ ਵੀ ਉੱਥੋਂ ਹੁੰਦਾ। ਪੁਲਿਸ ਵਾਲੇ ਤਦੇ ਰੁਮਾਲ
ਨਾਲ ਫੜ ਕੇ ਉਹਨੂੰ ਰਿਵਾਲਵਰ ਨੂੰ ਫੜ ਕੇ ਲੈ ਕੇ ਜਾਂਦੇ ਆ। ਬਿਲਕੁਲ ਚੀਜ਼ਾਂ ਤਾਂ ਇਹ ਹੈਗੀਆਂ, ਸਾਰਾ ਕੁਝ ਹੈਗਾ, ਪਰ ਜੁਡੀਸ਼ਰੀ ਕੋ ਜਦੋਂ ਆਉਂਦਾ ਫਿਰ ਗਵਾਹੀਆਂ ਆ ਗਈਆਂ, ਫਿਰ ਲੰਬੀਆਂ ਤਰੀਕਾਂ ਪੈ ਗਈਆਂ, ਫਿਰ ਉਹ ਤੋਂ ਬਾਅਦ ਜੱਜਿਸ ਸਾਹਿਬਾਨ ਆ ਗਏ, ਜਿਊਰੀਆਂ ਬਦਲ ਗਈਆਂ, ਉਹ ਮਸਲਾ ਉੱਥੇ ਦਾ ਉੱਥੇ ਰਹਿੰਦਾ, ਫਿਰ ਜ਼ਮਾਨਤਾਂ ਹੋ ਜਾਂਦੀਆਂ, ਫਿਰ ਬਾਹਰ ਆ ਜਾਂਦੇ ਆ। ਉਹ ਇਹ ਮਸਲਾ ਜਿਹੜਾ ਹੈਗਾ ਹੈ ਸਜ਼ਾਵਾਂ ਦਾ, ਇਹ ਬੜਾ ਠੰਡੇ ਬਸਤੇ 'ਚ ਪੈ ਜਾਂਦਾ। ਖਾਸ ਦਿਨ ਦਿਹਾੜੇ ਤਾਂ ਫੜਿਆ ਗਿਆ ਬੰਦਾ, ਉਹ 'ਚੋਂ ਪੈਸੇ ਦੇਣ ਵਾਲਾ ਵੀ ਫੜਿਆ ਗਿਆ, ਔਰ ਸਰਪੰਚ ਨੇ ਕਹਿ ਦਿੱਤਾ ਵੀ ਮੇਰੇ ਕੋਲ ਪੈਸੇ ਇਹਨੇ ਲੈ ਲਏ ਹੈਗੇ ਆ। ਚਿੱਟੇ ਦਿਨ 'ਚੋਂ ਹੈ ਕੰਮ ਜਿਹੜਾ ਹੈਗਾ, ਉਹਨੂੰ ਅਜੇ ਐਸਾ ਲੰਬੇ ਤਰੀਕੇ ਨਾਲ ਪਾਇਆ ਹੈਗਾ। ਔਰ ਜੇ ਇਹਨੇ ਪੈਸਾ ਫੜਿਆ ਦੇ ਦਿੱਤਾ ਉੱਧਰ ਕਿਸੇ ਅਧਿਕਾਰੀ ਨੂੰ, ਇਹ ਚੁੱਪ ਕਰਕੇ ਬਾਹਰ ਆ ਜਾਣਾ, ਨਾ ਕੋਈ ਰੌਲਾ, ਨਾ ਕੋਈ ਗੱਲ, ਨਾ ਕੋਈ ਬਾਤ ਹੈ ਕਿ ਨਹੀਂ, ਨਾ ਚੋਰ ਬੋਲੇ ਤਾਂ ਨਾ ਕੁੱਤਾ ਭੌਂਕੇ, ਸਾਰਾ ਆਰਾਮ ਨਾਲ ਬਹਿ ਜਾਣਾ ਬਸ। ਹਾਂ, ਇਹ ਗੱਲ ਉਹ ਨੰਬਰ ਦਾ ਕੀ ਬਣੂਗਾ ਜਿਹੜਾ WhatsApp ਨੰਬਰ ਜਾਰੀ ਕੀਤਾ ਹੋਇਆ ਹੈ? ਉਹ ਦੇਖ ਲਓ, ਉਹ ਠੰਡਾ ਵੀ ਪਤਾ ਨਹੀਂ ਨੰਬਰ ਦਾ ਕੀ ਬਣਿਆ ਦਿੱਤਾ ਵੀ ਰਿਸ਼ਵਤ ਨੂੰ ਰੋਕਣ ਲਈ ਆਹ ਨੰਬਰ ਹੈਗਾ। ਉਹ 5-10 ਦਿਨ ਚੱਲਿਆ, ਉਹ ਪਹਿਲੀ ਔਰਤ ਹੀ ਫੜੀ ਗਈ ਇੱਥੋਂ ਜਲੰਧਰ ਤੋਂ, ਪਤਾ ਨਹੀਂ ਕੀ ਬਣਿਆ, ਮੁੜ ਕੇ ਬਿਲਕੁਲ ਉਹ ਕਦੀ ਆਇਆ ਹੀ ਨਹੀਂ। ਔਰ ਪ੍ਰੈਗਨੈਂਟ ਲੇਡੀ ਸੀ ਉਹ। ਹਾਂ, ਪ੍ਰੈਗਨੈਂਟ ਸੀ। ਪਤਾ ਨਹੀਂ ਉਹ ਕਿਹਦਾ ਹਿੱਸਾ ਤੈਅ ਸੀ, ਸਾਰੇ ਪੈਸੇ ਉਹਨੇ ਥੋੜਾ ਲੈਣੇ ਸੀ। ਇਹ ਤਾਂ ਰਿਸ਼ਵਤ ਨਹੀਂ ਹਟ ਸਕਦੀ ਕਦੇ ਵੀ, ਇਹ ਤਾਂ ਚੱਲਣੀ ਤਾਂ ਪਤਾ ਨਹੀਂ ਕਿੱਦਾਂ ਹਟੇਗੀ, ਰੱਬ ਹੀ ਜਾਣੇ। ਔਰ ਪਰ ਇਹਦੇ 'ਚ ਜੇ ਅਧਿਕਾਰੀ ਲੈਂਦੇ ਤੇ ਦੇਣ ਵਾਲੇ ਵੀ ਤੇ ਉਦਾਂ ਉਨੇ ਹੀ ਆ ਨਾ, ਦੇਣ ਵਾਲੇ ਫਸੇ ਹੋਏ ਨੇ। ਉਹ ਵੀ ਲੋਕੀ ਕਹਿੰਦੇ ਨੇ ਕਿ ਟਾਈਮ ਜ਼ਾਇਆ ਕਰਨ ਨਾਲੋਂ 2 ਪੈਸੇ ਦੇ ਕੇ ਜੇ ਕੰਮ ਜਲਦੀ ਹੁੰਦਾ ਤਾਂ ਕਰਵਾ ਕੇ ਯਾਰ ਕੰਮ ਖਤਮ ਕਰੋ। ਤੁਸੀਂ ਆਪਣੇ ਦੇਸ਼ 'ਚ ਕਿਹੜਾ ਅਮਰੀਕਾ 'ਚ ਕੇਸ ਚੱਲਿਆ ਜਾਂ ਇੰਗਲੈਂਡ 'ਚ ਹੈਗਾ, ਤੁਸੀਂ ਇੱਥੇ ਜੇ ਨਾ ਜੇਰਾ ਤੇ ਕਰ ਲਓ, ਕਿੱਥੋਂ ਤੱਕ ਜਾਂਦੀ ਫਾਈਲ ਤੇ ਵੇਖ ਲਓ, ਜੇਰਾ ਨਹੀਂ ਹੈਗਾ ਹੈ ਨਾ, ਉਹਦੇ 'ਚ ਹੈਗਾ ਵੀ ਅੱਜ ਦਾ ਕੰਮ ਜਿਹੜਾ ਨਾ ਸਾਡਾ ਕੱਲ੍ਹ ਦਾ ਕੰਮ ਅੱਜ ਹੋ ਜਾਏ, ਹੁਣੇ ਚੁਟਕੀ 'ਚ ਹੋ ਜਾਏ। ਪੈਸਾ ਹੈਗਾ ਲੋਕਾਂ ਕੋਲ, ਤੇ ਲੋਕਾਂ ਕੋਲ ਰਿਸ਼ਵਤ ਲੈਂਦੇ ਅਧਿਕਾਰੀ। ਉਹ ਆਂਦੇ ਅਸੀਂ ਵੀ 40-40 ਮਾਹੌਲ ਹੀ ਇਦਾਂ ਦਾ, ਉਹ ਆਂਦੇ ਅਸੀਂ ਵੀ 40-40 ਲੱਖ ਦੇ ਕੇ ਆਏ, ਅਸੀਂ ਕਿੱਥੋਂ ਪੂਰਾ ਕਰਨਾ, ਤੁਹਾਡੇ ਤੋਂ ਕਰਨਾ। ਇਹ ਗੱਲ ਆ, ਸਾਰਾ ਕੁਝ ਹੀ ਇਦਾਂ ਹੀ ਚੱਲੀ ਜਾਂਦਾ ਹੈ। ਆ ਜਿਹੜਾ ਤੁਸੀਂ ਕਿਹਾ ਨਾ ਕਿ ਰਿਸ਼ਵਤ ਲੈਂਦਾ ਫੜਿਆ ਗਿਆ, ਫਿਰ ਰਿਸ਼ਵਤ ਦੇ ਕੇ ਬਾਹਰ ਆ ਗਿਆ, ਜ਼ਮਾਨਤ ਹੋ ਗਈ, ਸਭ ਕੁਝ ਚੱਲਦਾ। ਕਿਉਂਕਿ ਬਾਹਰ ਕਿਵੇਂ ਆਇਆ? ਕਿਉਂਕਿ ਜਿਨ੍ਹਾਂ ਨੇ ਸਬੂਤ ਪੇਸ਼ ਕਰਨੇ ਨੇ ਉਹਨਾਂ ਨਾਲ ਅੱਟਾ ਸੱਟਾ ਲਾ ਲਿਆ। ਬਿਲਕੁਲ। ਤੇ ਜਦੋਂ ਕੋਰਟ ਦੇ ਕੋਲ ਸਬੂਤ ਹੀ ਨਹੀਂ ਜਾਣਗੇ, ਕੋਰਟ ਦੇ ਕੋਲ ਗਵਾਹ ਹੀ ਨਹੀਂ ਜਾਣਗੇ, ਕੋਰਟ ਕਿਸ ਚੀਜ਼ ਤੇ ਪੈਰਵਾਈ ਕਾਤੇ ਕਰੇਗੀ, ਫੈਸਲਾ ਕਾਤੇ ਦੇਣਾ ਹੈ। ਔਰ ਵਕੀਲ ਸਾਹਿਬ ਕੇਸ ਨੂੰ ਟਵਿਸਟ ਕਰ ਲੈਣਗੇ, ਕਦੀ ਕਿੱਧਰ ਤੇ ਕਦੀ ਕਿੱਧਰ। ਉਹ ਜ਼ਮਾਨਤ ਹੋ ਕੇ ਬਾਹਰ, ਜ਼ਮਾਨਤ ਹੋ ਕੇ ਹੋਰ ਵੀ ਬਾਹਰ ਆ ਗਏ ਨੇ। ਧਰਮਸੋਤ ਜੀ, ਸਾਧੂ ਸਿੰਘ ਧਰਮਸੋਤ ਜੀ ਵੀ ਬਾਹਰ ਨੇ ਹੁਣ ਰਿਸ਼ਵਤ ਕਾਂਡ ਵਿੱਚ ਜ਼ਮਾਨਤ ਮਿਲਣ ਮਗਰੋਂ ਰਿਹਾ ਹੋਏ ਨੇ। ਹੁਣ ਕੀ ਹੋ ਰਿਹਾ ਹੈ ਤੁਸੀਂ ਜ਼ਰਾ ਪੁੱਛਿਆ? ਇਹ ਦੇਖੋ, ਹਾਂ ਵੇਖੋ ਉਹੀ ਗੱਲ ਆ ਗਈ ਫਿਰ ਦੁਬਾਰਾ ਜਿਹੜੀ ਆਪਾਂ ਹੁਣੇ ਕਰ ਰਹੇ ਸੀਗੇ। ਸਾਧੂ ਸਿੰਘ ਧਰਮਸੋਤ ਜਿਹੜੇ ਹੈਗੇ ਜੰਗਲਾਤ ਮੰਤਰੀ ਰਹੇ ਆ, ਔਰ ਇਹ ਰਹੇ ਆ ਕਾਂਗਰਸ ਦੇ ਟਾਈਮ ਤੇ, ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਦੋਂ ਮੰਤਰੀ ਰਹੇ ਆ। ਔਰ ਉਹਦੇ ਵਿੱਚ ਵਜ਼ੀਫਾ ਘੁਟਾਲਾ ਵੀ ਇਹਨਾਂ ਤੇ ਦੋਸ਼ ਲੱਗਿਆ ਸੀਗਾ। ਜਿਹੜਾ ਬੱਚਿਆਂ ਦਾ ਵਜ਼ੀਫਾ ਜਾਂਦਾ ਸੀਗਾ ਉਹ ਸਰਕਾਰ ਵੱਲੋਂ ਜਾਂਦਾ ਸੀਗਾ, ਤੇ ਜਮਾਂ ਇਹਨਾਂ ਨੇ ਕਰਾਉਣਾ ਹੁੰਦਾ ਪਹਿਲਾਂ ਆਪ। ਉਹ ਕਈ ਸਕੂਲਾਂ ਕਾਲਜਾਂ ਵਿੱਚ ਪਹੁੰਚਿਆ ਹੀ ਨਹੀਂ। ਔਰ ਇਹਨਾਂ ਨੂੰ ਜਿਹੜੀ ਕਲੀਨ ਚਿੱਟ ਦੇਤੀ ਸੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਲੀਨ ਚਿੱਟ ਦੇਤੀ ਸੀ। ਮੁੜ ਕੇ ਆ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਹਨਾਂ ਨੇ ਆਪਣੇ ਸਕੰਜੇ 'ਚ ਲੈ ਲਿਆ। ਜਦੋਂ ਉਹਨਾਂ ਨੇ ਸਾਰੀਆਂ ਫੋਰਸਾਂ ਨੂੰ ਲੈਣ ਦਾ, ਸਿਕਿਉਰਿਟੀ ਪੁਲਿਸ ਨੂੰ ਦੇਤਾ ਕੇਸ, ਉਹਨਾਂ ਨੇ ਪੈਰਵਾਈ ਕੀਤੀ, ਸਬੂਤ ਮੰਗੇ, ਔਰ ਉਹਨਾਂ ਨੇ ਇਹਨਾਂ ਦੀ ਸਾਰੀ ਜ਼ਮੀਨ, ਇਹਨਾਂ ਦੇ ਜਿਹੜੇ ਪਲਾਟ ਆ ਜਾਂ ਇਹਨਾਂ ਦੇ ਘਰ ਆ, ਉਹ ਸਾਰੇ ਦੀ ਮਿਣਤੀ ਕੀਤੀ। ਉਹਨਾਂ ਨੂੰ ਪਤਾ ਕੀਤਾ ਵੀ ਇਹਨਾਂ ਦੀ ਪਹਿਲੋਂ ਜਦੋਂ ਇਹਨਾਂ ਨੇ ਮੰਤਰੀ ਬਣਨਾ ਸੀ, ਜਦੋਂ ਇਲੈਕਸ਼ਨ ਲੜੀ ਆ, ਉਦੋਂ ਪ੍ਰਾਪਰਟੀ ਕਿੰਨੀ ਤੇ ਹੁਣ ਕਿੰਨੀ ਆ। ਉਹ ਪ੍ਰਾਪਰਟੀ ਇੰਨੀ ਵੱਧ ਚੁੱਕੀ ਸੀ ਕਿ ਵੀ ਇਹਨਾਂ ਦੀ ਬੇਨਾਮੀ ਪ੍ਰਾਪਰਟੀ ਬਹੁਤ, ਇਹਨਾਂ ਦੀ ਵਾਈਫ ਦੇ, ਇਹਨਾਂ ਦੇ ਬੇਟੇ ਦੇ ਨਾਂ ਤੇ ਬਹੁਤ ਕੁਝ ਸੀਗਾ। ਉਹਨਾਂ ਨੇ ਸਬੂਤ ਸੰਭਾਲ ਲਏ। ਉਦੋਂ ਬਾਅਦ ਜੁਡੀਸ਼ੀਅਲ ਰਿਮਾਂਡ ਚੱਲਦਾ ਰਿਹਾ, ਸਾਰਾ ਕੁਝ ਹੋਇਆ। ਉਹ ਕਰਕੇ ਨਾਭਾ ਦੀ ਜੇਲ੍ਹ ਵਿੱਚ ਬੰਦ ਰਹੇ ਆ, ਤੇ ਕੱਲ੍ਹ ਇਹਨਾਂ ਨੂੰ ਵੱਡੀ ਜ਼ਮਾਨਤ ਮਿਲ ਗਈ ਆ। ਆਰਾਮ ਨਾਲ ਵਾਹਿਗੁਰੂ ਦਾ ਨਾਮ ਲੈ ਕੇ ਬਾਹਰ ਆ ਗਿਆ। ਔਰ ਇਸੇ ਤਰ੍ਹਾਂ ਦੇਖ ਲਓ, ਜਿਹੜੇ ਬੰਦੇ ਤੇ ਸਬੂਤ ਹੋਣ ਦੇ ਕਰਕੇ ਵੀ ਜ਼ਮਾਨਤ ਮਿਲਣ ਤੋਂ ਬਾਅਦ ਹੁਣ ਜ਼ਮਾਨਤ ਇਹਨਾਂ ਨੂੰ ਖੁੱਲ੍ਹੀ ਜ਼ਮਾਨਤ ਮਿਲ ਗਈ। ਉਹਦੇ ਵਿੱਚ ਇਹ ਆਪ ਜਾਂਦੇ ਆ ਜਾਂ ਉਹਨਾਂ ਦਾ ਵਕੀਲ ਜਾਂਦਾ। ਕੇਸ ਤਾਂ ਚੱਲੂਗਾ ਹੀ, ਕੇਸ ਕਦੋਂ ਤੱਕ ਚੱਲਦਾ ਕੀ ਕੁਛ ਹੈਗਾ, ਪਰ ਇਹ ਆਪ ਬਾਹਰ ਆ ਗਏ ਆ। ਔਰ ਇਹਦੇ ਵਿੱਚ ਕੀ ਹੋਇਆ, ਗੱਡੀਆਂ ਚੱਲੀਆਂ, ਤਬਦੀਸ਼ ਹੋਈ, ਜੱਜ ਬੈਠੇ, ਵਕੀਲ ਬੈਠੇ, ਪੈਸਾ ਬਰਬਾਦ ਹੋਇਆ। ਸਾਰਾ ਕੁਝ ਹੋਣ ਤੋਂ ਬਾਅਦ ਨਤੀਜਾ ਫਿਰ ਨਿਕਲਿਆ ਵੀ ਇਹ ਬਾਹਰ ਆ ਗਿਆ। ਇਹ ਜੁਡੀਸ਼ਰੀ ਦਾ ਮਤਲਬ ਹੈਗਾ ਕਿ ਇਹਨਾਂ 'ਤੇ ਦੋਸ਼ ਜਿਹੜੇ ਮੜੇ ਗਏ ਆ ਉਹ ਬਿਲਕੁਲ ਠੀਕ ਨਹੀਂ ਹੈਗੇ, ਸਬੂਤ ਨਹੀਂ ਹੈਗੇ। ਇਸੇ ਕਰਕੇ ਜ਼ਮਾਨਤ ਹੋ ਜਾਂਦੀ ਹੈ। ਜੇ ਜ਼ਮਾਨਤ, ਇਹ ਬਹੁਤ ਵੱਡੇ ਵੱਡੇ ਮੰਤਰੀਆਂ ਦੀ ਜ਼ਮਾਨਤ ਹੋ ਗਈ ਆ, ਬਾਹਰ ਆ ਜਾਂਦੇ ਆ। ਔਰ ਉਹ ਬਾਹਰ ਆਉਣ ਦੇ ਵਿੱਚ ਜੁਡੀਸ਼ਰੀ ਦਾ ਵੀ ਕੰਟਰੀਬਿਊਸ਼ਨ ਹੈਗੀ ਆ, ਲੋਕਾਂ ਦੇ ਗਵਾਹਾਂ ਦਾ ਵੀ ਕੰਟਰੀਬਿਊਸ਼ਨ ਹੈਗੀ ਆ। ਔਰ ਜੋ ਵਿੱਚ ਫੋਰਸਾਂ ਆ ਜਾਂਦੀਆਂ ਜਿਨ੍ਹਾਂ ਨੇ ਫਾਈਲਾਂ ਵੱਡੀਆਂ ਵੱਡੀਆਂ ਬਣਾਈਆਂ, ਉਹ ਫਾਈਲਾਂ ਬਿਲਕੁਲ ਤੁੱਛ ਹੋ ਜਾਂਦੀਆਂ, ਜ਼ੀਰੋ ਹੋ ਜਾਂਦੀਆਂ, ਤੇ ਬੰਦੇ ਆ ਕੇ ਬਾਹਰ ਬਹਿ ਜਾਂਦੇ ਆ। ਕਾਹਦੀ ਰਿਸ਼ਵਤ ਆ ਤੇ ਕਾਹਦਾ ਫਿਰ ਜੁਡੀਸ਼ਰੀ ਆ ਜਾਂਦੀ ਆ। ਫਿਰ ਉਹਦੇ ਵਿੱਚ ਲੋਚਨਾ ਕਰਨ ਵਾਲੇ ਆ ਜਿਹੜੇ ਸੂਝਵਾਨ ਲੋਕ, ਉਹ ਚੁੱਪ ਹੋ ਜਾਂਦੇ ਆ, ਹੈ ਨਾ। ਉਹ ਕਹਿੰਦੇ ਵੀ ਸਾਨੂੰ ਤਾਂ ਇਹਦੇ ਵਿੱਚ ਮਤਲਬ ਨਹੀਂ, ਦਖਲਅੰਦਾਜ਼ੀ ਨਹੀਂ ਕਰਾਂਗੇ। ਜਦੋਂ ਕਿ ਰੁੱਖ ਵੇਚੇ ਗਏ, ਉਦੋਂ ਕਹਿੰਦੇ ਰੁੱਖ ਇੱਕ ਰੁੱਖ ਜਿਹੜਾ ਹੈਗਾ ਉਹ ਵੇਚ ਕੇ 500 ਰੁਪਈਆ ਪਰਸੈਂਟੇਜ ਗਈ ਆ। ਹੁਣ ਉਹ ਸਬੂਤ ਕਿੱਥੇ ਗਏ? 500 ਰੁਪਈਆ ਇੱਕ ਰੁੱਖ ਦਾ। ਹਾਂ, ਬਿਲਕੁਲ ਦੇਖ ਲਓ। ਸੋ
ਤੁਹਾਨੂੰ ਨਹੀਂ ਕਈ ਵਾਰ ਫੀਲ ਹੁੰਦਾ ਕਿ ਇਹ ਕੀ ਚੱਲਦਾ ਪਿਆ, ਸਹੀ ਗੱਲ ਇਹ ਕੀ ਚੱਲਦਾ ਪਿਆ? ਬਸ ਮੀਡੀਆ ਤੇ ਆਪਾਂ ਗੱਲ ਤਾਂ ਕਰ ਦਿੰਦੇ ਹਾਂ, ਸਾਰਾ ਕੁਝ ਹੁੰਦਾ। ਮੀਡੀਆ ਤਾਂ ਇੱਕ ਕੰਟਰੀਬਿਊਸ਼ਨ ਹੈ, ਮੀਡੀਆ ਚਾਹੁੰਦਾ ਕਿ ਲੋਕਾਂ ਤੱਕ ਗੱਲ ਪਹੁੰਚੇ। ਮੀਡੀਆ ਦਾ ਵੱਡਾ ਮਾਧਿਅਮ ਇਹ ਹੁੰਦਾ ਕਿ ਦੁਨੀਆ ਨੂੰ ਤਾਂ ਪਤਾ ਲੱਗੇ ਆਹ ਗੱਲ ਹੈਗੀ ਆ, ਤੇ ਦੁਨੀਆ ਫਿਰ ਵੋਟਾਂ ਨਾਲ ਤਾਂ ਨਜਿੱਠ ਲੈਂਦੀ ਹੈ, ਪਰ ਇੰਡੀਵਿਜੂਅਲ ਕੀ ਕਰੂ ਕਿਸੇ? ਬਿਲਕੁਲ ਕੀ ਕਰੇਗਾ। ਔਰ ਇਹ ਲੋਕ ਕਹਿ ਦੇਣਗੇ ਜਾਂਚ ਕਰਵਾ ਲਓ, ਸਾਡੀ ਜਾਂਚ ਕਰਵਾ ਲਓ। ਸਹੀ ਗੱਲ। ਉਹ ਜਾਂਚ ਦਾ ਕੀ, ਜਾਂਚ ਕਰਨ ਵਾਲੇ ਵੀ ਤੁਹਾਡੇ ਤੇ ਜਾਂਚ ਕਰਨ ਵਾਲੇ ਵੀ ਤੁਸੀਂ, ਕਿਹਨੇ ਕਿਹਦੀ ਜਾਂਚ ਕਰਨੀ ਹੈ? ਦੋ ਇੱਕੋ ਜਿੱਕੇ ਮਿਲੇ ਹੋਏ ਨੇ। ਸਹੀ ਗੱਲ। ਉਹ ਕਹਿੰਦਾ ਤੂੰ ਮੇਰੀ ਜਾਂਚ ਨਾ ਕਰ, ਉਹ ਕਹਿੰਦਾ ਤੂੰ ਮੇਰੀ ਨਾ ਜਾਂਚ ਕਰ, ਤੇ ਰਿਜ਼ਲਟ ਕੀ ਨਿਕਲਣਾ? ਸਹੀ ਗੱਲ। ਸੋ ਇਹ ਜਾਂਚ ਚੱਲਦੀ ਰਹਿੰਦੀ ਹੈ, ਆਈ ਵਾਸ਼ ਨੇ, ਹੋਰ ਕੁਝ ਨਹੀਂ। ਅੱਗੇ ਦੇਖੋ ਕੀ ਹੋਏਗਾ। ਕੱਲ ਹਮੈਤੀ ਉਹਨਾਂ ਦੇ ਨਾਲ ਹੈ, ਉਹਨਾਂ ਨੂੰ ਲੈਣ ਲਈ ਜਦੋਂ ਜੇਲ੍ਹ ਚੋਂ ਬਾਹਰ ਆਏ। ਨੈਟਵਰਕ ਹੈ ਪੂਰਾ, ਇੱਕ ਜਿਹੜਾ ਨੈਕਸਸ ਬਣਿਆ ਹੋਇਆ ਹੈ, ਨੈਕਸਸ ਮਿਲ ਜੁਲ ਕੇ ਖਾਂਦੇ ਪੀਂਦੇ ਨੇ। ਸਹੀ ਗੱਲ। ਤੁਸੀਂ ਵੀ ਖਾਓ, ਸਾਨੂੰ ਵੀ ਖਵਾਓ, ਇਦਾਂ ਹੀ ਚੱਲਦਾ ਸਭ ਕੁਝ, ਮਿਲ ਜੁਲ ਕੇ ਚੱਲਦਾ। ਸੋ ਆਪਾਂ ਚੱਲੀਏ ਅੱਗੇ। ਕਹਿੰਦੇ ਨੇ ਕਿ ਅੱਜ ਕੱਲ ਇਮਾਨਦਾਰੀ ਦਾ ਸਿਰਫ ਬੇਈਮਾਨੀ ਦੇ ਕੰਮ ਵਿੱਚ ਹੀ ਹੈ, ਹੋਰ ਬਾਕੀ ਕਿਸੇ ਕੰਮ ਵਿੱਚ ਇਮਾਨਦਾਰੀ ਨਹੀਂ ਹੈਗੀ। ਉਹਨੂੰ ਇਮਾਨਦਾਰੀ ਸਮਝਦੇ। ਹਾਂ ਬਿਲਕੁਲ ਠੀਕ ਹੈ। ਇਹ ਕਰਪਸ਼ਨ ਨਹੀਂ ਹੈਗੀ, ਇਹ ਕੋਆਪਰੇਸ਼ਨ ਹੈ। ਕੋਆਪਰੇਸ਼ਨ। ਚਲੋ ਆਪਾਂ ਅੱਗੇ ਵਧੀਏ ਜੀ। ਅੱਗੇ ਹੈ ਜੀ ਕਿਸਾਨ ਮਜ਼ਦੂਰਾਂ ਦੀ ਜਿਹੜੀ ਯੂਨੀਅਨ ਹੈ, ਉਹਨਾਂ ਨੇ ਫਿਰ ਸੰਸਥਾਵਾਂ ਨੇ ਧਰਨੇ ਲਾਏ ਹੋਏ ਨੇ, ਰੇਲਾਂ ਰੋਕੀਆਂ ਹੋਈਆਂ ਨੇ, ਤੇ ਇਹ ਧਰਨਿਆਂ ਦੇ ਵਿੱਚ ਬੀਬੀਆਂ ਵੀ ਸ਼ਾਮਿਲ ਨੇ। ਤੇ ਪੰਜਾਬ ਪੁਲਿਸ ਨੇ ਬੀਬੀਆਂ ਨਾਲ ਬਦਸਲੂਕੀ ਕੀਤੀ ਹੈ, ਇੱਕ ਬੀਬੀ ਨੂੰ ਥੱਪੜ ਕੱਢ ਮਾਰਿਆ ਔਨ ਕੈਮਰਾ, ਔਰ ਇਹ ਵੀਡੀਓ ਵਾਇਰਲ ਹੋ ਰਹੀ ਹੈ। ਯੂਨੀਫਾਰਮ ਪਾਈ ਹੋਈ ਹੈ ਉਹਨਾਂ ਭਾਈ ਸਾਹਿਬ ਨੇ, ਤੇ ਇੱਕ ਔਰਤ ਦੇ ਉੱਤੇ ਹੱਥ ਚੁੱਕਦੇ ਪਏ ਨੇ, ਉਹ ਵੀ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ, ਉਹ ਵੀ ਯੂਨੀਫਾਰਮ ਦੇ ਵਿੱਚ। ਇਹ ਸ਼ਰਮ ਦੀ ਗੱਲ ਹੈ। ਇਹ ਕਿੱਦਾਂ ਦੀ ਟ੍ਰੇਨਿੰਗ ਮਿਲਦੀ ਹੈ ਇਹਨਾਂ ਨੂੰ? ਗਾਲਾਂ ਤੋਂ ਘੱਟ ਇੱਕ ਗੱਲ ਨਹੀਂ ਕਰਦੇ, ਵੱਡੀਆਂ ਵੱਡੀਆਂ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦੇ ਨੇ, ਥੱਪੜ ਖਿੱਚ ਕੇ ਮਾਰਦੇ ਨੇ। ਪਬਲਿਕ ਦਾ ਆਹ ਹਾਲ ਕੀਤਾ ਹੋਇਆ, ਔਰ ਇਹਨਾਂ ਨੂੰ ਤਨਖਾਹ ਕੌਣ ਦਿੰਦੀ ਹੈ? ਪਬਲਿਕ ਦਿੰਦੀ ਹੈ। ਇਹ ਗੱਲ ਕੱਲ ਬੜੀ ਚਰਚਾ ਦਾ ਵਿਸ਼ਾ ਰਹੀ ਹੈ, ਔਰ ਇਹਦੇ ਵਿੱਚ ਮੁਆਵਜ਼ਾ ਜਿਹੜਾ ਲੈਣਾ ਸੀ ਕਿ ਇੱਕ ਨੈਸ਼ਨਲ ਹਾਈਵੇ ਸੜਕ ਬਣ ਰਹੀ ਸੀ, ਜਿਹਦੇ ਵਿੱਚ ਜ਼ਮੀਨ ਜਿਹੜੀ ਆ ਉਹ ਆਕੂਪਾਈ ਕੀਤੀ ਹੈ ਗੌਰਮੈਂਟ ਨੇ। ਇਹ ਕਟੜਾ, ਦਿੱਲੀ ਤੋਂ ਲੈ ਕੇ ਕਟੜਾ ਵੱਲ ਨੂੰ ਸੜਕ ਬਣਨੀ ਸੀ, ਉਹਦਾ ਜਿਹੜਾ ਪ੍ਰੋਪਰ ਸਹੀ ਮੁਆਵਜ਼ਾ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ, ਔਰ ਪਿੰਡਾਂ ਦੇ ਪਿੰਡ ਨਿਕਲ ਕੇ ਬਾਹਰ ਆ ਗਿਆ। ਉਹਨਾਂ ਨੇ ਇਹ ਉੱਥੇ ਧਰਨਾ ਦਿੱਤਾ ਵਾ, ਔਰ ਮੰਗ ਕੀਤੀ ਹੈ ਕਿ ਸਾਨੂੰ ਪੈਸਾ ਇੰਨਾ ਚਾਹੀਦਾ, ਸਾਡੀ ਜ਼ਮੀਨ ਬੜੀ ਉਪਜਾਊ ਜ਼ਮੀਨ ਹੈ ਜਿਹਨੂੰ ਉਜਾੜਿਆ ਗਿਆ, ਉਹਦੇ ਉੱਤੋਂ ਦੀ ਸੜਕਾਂ ਬਣਾ ਰਹੇ ਆ, ਉਹਦੇ ਵਿੱਚੋਂ ਦੀ ਬਲਡੋਜ਼ਰ ਚੱਲ ਰਹੇ ਆ, ਟਰੈਕਟਰ ਚੱਲ ਰਹੇ ਆ, ਉਹ ਸਾਰੇ ਵਿੱਚ ਆ ਕੇ, ਉਹ 'ਚ ਬੀਬੀਆਂ ਵੀ ਆਈਆਂ ਬਾਹਰ। ਔਰ ਇੱਕ ਗੁਰਦਾਸਪੁਰ ਦਾ ਪਿੰਡ ਆ ਭਾਂਬੜੀ, ਔਰ ਉਸ ਪਿੰਡ ਦੇ ਵਿੱਚ ਜਦੋਂ ਰੌਲਾ ਪਿਆ, ਇੱਕ ਬਜ਼ੁਰਗ ਡਿੱਗ ਪਿਆ, ਉਹਨੂੰ ਧੱਕਾ ਮਾਰਿਆ ਪੁਲਿਸ ਵਾਲਿਆਂ ਨੇ, ਤੋਂ ਡਿੱਗ ਪਿਆ। ਡਿੱਗਣ ਤੋਂ ਬਾਅਦ ਇੱਕ ਬਜ਼ੁਰਗ ਔਰਤ ਸੀਗੀ, ਉਹਨੇ ਕਿਹਾ ਵੀ ਤੁਸੀਂ ਕਿਉਂ ਇਹਨੂੰ ਧੱਕਾ ਦਿੱਤਾ? ਨਹੀਂ ਚਾਹੀਦਾ ਤੁਹਾਨੂੰ, ਉਹਦੀ ਪਗੜੀ ਡਿੱਗ ਪਈ ਹੈ, ਤੁਸੀਂ ਵਿਚਾਰੇ ਦੇ ਵਾਲ ਖੁੱਲ੍ਹ ਗਿਆ, ਤੁਸੀਂ ਇੱਕ ਬਜ਼ੁਰਗ ਲਈ ਇਹ ਕੁਝ ਕਰਨਾ ਚੰਗਾ ਲੱਗਦਾ? ਉਹਨੇ ਗੁੱਸੇ 'ਚ ਕਿਹਾ, ਔਰ ਜਦੋਂ ਗੁੱਸੇ 'ਚ ਕਿਹਾ ਤਾਂ ਪੁਲਿਸ ਵਾਲਾ ਹੋਰ ਗੁੱਸੇ 'ਚ ਆ ਗਿਆ। ਉਹਨੇ ਕਿਹਾ ਤੂੰ ਇੱਦਾਂ ਬੋਲ ਰਹੀ ਹੈ, ਤੈਨੂੰ ਪਤਾ ਨਹੀਂ ਹੈਗਾ, ਤੁਸੀਂ ਮੇਰੇ 'ਤੇ ਇਹ ਬਲੇਮ ਦੇ ਲਾ ਰਹੇ ਜੇ। ਉਹਨੇ ਗੁੱਸੇ 'ਚ ਆ ਕੇ ਜਦੋਂ ਉਹਨਾਂ ਦੇ ਥੱਪੜ ਮਾਰਿਆ, ਔਰ ਇਹ ਸਾਰੇ ਚੈਨਲਾਂ ਨੇ ਰਿਕਾਰਡ ਕੀਤਾ, ਸਾਰਿਆਂ ਨੂੰ ਗਿਆ ਹੈਗਾ। ਔਰ ਇਹ ਦੇਖੋ ਜਿਹਦੀ ਤੁਸੀਂ ਗੱਲ ਕੀਤੀ ਹੈ, ਬਦਤਮੀਜ਼ੀ ਹੈ ਪੁਲਿਸ ਵਾਲਿਆਂ ਦੀ। ਹਵਾਲਦਾਰ ਹੈਗਾ ਪੰਜਾਬ ਪੁਲਿਸ ਦਾ, ਇੱਕ ਔਰਤ ਆ, ਵੱਡੀ ਉਮਰ ਦੀ ਔਰਤ ਹੈਗੀ ਆ, ਮਾਵਾਂ ਵਰਗੀ ਔਰਤ ਹੈਗੀ ਆ, ਉਹਨੂੰ ਸਤਿਕਾਰ ਦੇਣਾ ਬਣਦਾ, ਉਹਦੀ ਗੱਲ ਦਾ ਜਵਾਬ ਦੇ ਦਿਓ। ਜੇ ਆਪਸ ਵਿੱਚ ਗੁੱਥਮ-ਗੁੱਥਾਂ ਹੁੰਦੀਆਂ ਤਾਂ ਤੁਹਾਡੀ ਜਿਹੜੀ ਵੂਮੈਨ ਪੁਲਿਸ ਆ ਉਹ ਕਿੱਥੇ ਗਈ ਹੈ? ਜੇ ਹੁੰਦੀਆਂ ਔਰਤ ਨਾਲ ਔਰਤ ਕਰਦੀ ਆ ਤਾਂ ਉਹ ਗੱਲ ਹੋਰ ਹੈਗੀ ਹੈ ਸਿਕਿਉਰਿਟੀ ਦੇ ਲਿਹਾਜ਼ ਨਾਲ। ਮਰਦ ਦਾ ਜਿਹੜੀ ਪੁਲਿਸ ਮੈਨ ਪੁਲਿਸ ਹੈਗੀ, ਉਹਦਾ ਕੀ ਮਤਲਬ ਹੈ ਕਿ ਔਰਤ ਦੇ ਚਪੇੜ ਮਾਰ ਦੇ? ਫਿਰ ਐਸਐਸਪੀ ਨੇ ਉਹਨਾਂ ਨੂੰ, ਜਿਹੜਾ ਗੁਰਦਾਸਪੁਰ ਦੇ ਐਸਐਸਪੀ, ਉਹਨਾਂ ਨੇ ਲੈਣ ਹਾਜ਼ਰ ਕਰ ਲਿਆ ਉਹਨਾਂ ਨੂੰ, ਹਵਾਲਦਾਰ ਨੂੰ। ਹੁਣ ਉੱਤੇ ਕੋਈ ਕੇਸ ਚੱਲੇ ਜਾਂ ਕੁਛ ਨਾ ਚੱਲੇ, ਪਰ ਔਰਤ ਦੀ ਤਾਂ ਬੇਇੱਜ਼ਤੀ ਕਰ ਦਿੱਤੀ ਨਾ ਉਹਨਾਂ ਨੇ। ਪਬਲਿਕ ਇਹ ਕਹਿ ਰਹੀ ਹੈ ਕਿ ਐਸੇ ਮੁਲਾਜ਼ਮ ਨੂੰ ਰਾਈਟ ਆਫ ਸਰਵਿਸ ਤੋਂ ਬਾਹਰ ਕੱਢ ਦੇਣਾ ਚਾਹੀਦਾ, ਟਰਮੀਨੇਟ ਕਰਨਾ ਚਾਹੀਦਾ, ਟਰਮੀਨੇਟ ਕਰ ਦਿਓ, ਡਿਸਮਿਸ, ਬਰਖਾਸਤ ਕਰਨਾ, ਕੋਈ ਸੁਣਵਾਈ ਨਹੀਂ, ਕੁਝ ਨਹੀਂ, ਕਰ ਜਾਓ। ਇਹ ਹੁਣ ਦੇਖੋ ਤਾਂ ਆਪਣੀ ਮੰਗਾਂ 'ਚ ਬਾਹਰ ਆਏ ਆ, ਖੇਤਾਂ 'ਚ ਰੌਲਾ ਪਾ ਰਹੇ ਆ। ਕੋਈ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ ਕਿ ਉਹਨਾਂ ਨੇ ਤੋੜ ਦਿੱਤੇ ਆ, ਬੈਂਚ ਤੋੜ ਦਿੱਤੇ ਆ, ਉਹਨਾਂ ਨੇ ਸ਼ੀਸ਼ੇ ਤੋੜ ਦਿੱਤੇ ਆ, ਡੀਸੀ ਦੇ ਦਫ਼ਤਰ ਭੰਨ ਤੋੜ ਲਾਤੀ ਆ, ਆਪਣੇ ਖੇਤਾਂ 'ਚ ਰੌਲਾ ਪਾ ਰਹੇ ਆ। ਉੱਥੇ ਪੁਲਿਸ ਦਾ ਕੀ ਮਤਲਬ ਸੀ ਹੱਥ ਚੁੱਕਣ ਦਾ? ਫਿਰ ਔਰਤ 'ਤੇ ਹੱਥ ਚੁੱਕਣਾ, ਔਰ ਵਰਦੀ ਪਾ ਕੇ, ਤੇ ਜਦੋਂ ਤੁਸੀਂ ਡਿਊਟੀ 'ਤੇ ਲੱਗੇ ਜੇ, ਤੁਹਾਨੂੰ ਤੁਸੀਂ ਸਿਕਿਉਰਿਟੀ ਦੇ ਤੌਰ 'ਤੇ ਜੇ, ਤੁਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਹੈ ਕਿ ਤੁਸੀਂ ਮਾਰੋਗੇ, ਹੈ ਨਾ? ਉਹਦੇ ਵਿੱਚ ਜਿਹੜੇ ਔਰਤ ਨੂੰ ਮਾਰਨ ਦਾ ਜਿਹੜਾ ਮਤਲਬ ਹੈਗਾ, ਇਹ ਕਿੱਧਰ ਦੀ ਡੈਮੋਕ੍ਰੇਸੀ ਹੈ? ਇਹ ਕਿੱਧਰ ਦਾ ਜਿਹੜਾ ਵੂਮਨ ਦੇ ਲਈ ਰਾਈਟਸ ਹੈਗਾ ਕਿ ਉਹਨੂੰ ਤੁਸੀਂ ਪ੍ਰਾਇਰਟੀ ਦੇ ਰਹੇ ਜੇ? ਫਿਰ ਇਹ ਜਿਹੜੇ ਸਕੰਜੇ ਚਾਪੇ ਆ ਜਾਂਦੇ ਆ। ਹੁਣ ਨੌਕਰੀ ਉਹਦੇ ਜਾਂਦੀ ਆ ਜਾਂ ਜੋ ਕੁਛ ਹੁੰਦਾ, ਪਰ ਟੌਰਚਰ ਤਾਂ ਕੀਤਾ ਉਹਨਾਂ ਦਾ, ਮੈਂਟਲੀ ਟੌਰਚਰ ਕੀਤਾ ਮਾਤਾ ਨੂੰ, ਔਰ ਉਹ ਬਾਕਾਇਦਾ ਤੌਰ 'ਤੇ ਉਹ ਐਡਿਟ ਕਰਕੇ ਵੀ ਤੋਂ ਉਸ ਤਰ੍ਹਾਂ ਵੀ ਲੋਕਾਂ ਨੇ ਭੇਜੀ ਹੈ। ਇੱਕ ਬਲਕਾਰ ਸਰ, ਇੱਕ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ
ਕਿ ਜਿਹੜੇ ਨਵੇਂ ਮੁੰਡੇ ਨੌਜਵਾਨ ਮੁੰਡੇ ਪੁਲਿਸ 'ਚ ਭਰਤੀ ਹੋ ਰਹੇ ਨੇ, ਨੌਜਵਾਨ ਕੁੜੀਆਂ ਭਰਤੀ ਹੋ ਰਹੀਆਂ ਨੇ, ਉਹ ਸਹੀ ਨੇ। ਉਹ ਸਹੀ, ਬਿਲਕੁਲ ਸਹੀ ਗੱਲ। ਉਹਨਾਂ ਦਾ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬੜਾ ਮੈਨਰਸ ਵਾਲਾ ਹੈ। ਇਹ ਜਿਹੜੇ ਪੁਰਾਣੇ ਲੋਕ ਨੇ ਨਾ, ਜਿਹੜੇ ਨੀਅਰ ਰਿਟਾਇਰਮੈਂਟ ਨੇ ਜਾਂ ਅੱਧੀ ਤੋਂ ਜ਼ਿਆਦਾ ਸਰਵਿਸ ਜਿਨ੍ਹਾਂ ਦੀ ਹੋ ਚੁੱਕੀ ਹੈ, ਇਹ ਪੁਰਾਣੇ ਲੋਕ, ਇਹਨਾਂ ਦਾ ਰਵੱਈਆ ਇਦਾਂ ਦਾ ਹੈ। ਇਹ ਥੱਪੜ ਮਾਰਨਾ, ਗਾਲਾਂ ਕੱਢਣਾ, ਇਹ ਉਹਨਾਂ ਦਾ ਰਵੱਈਆ। ਜਿਹੜਾ ਨੌਜਵਾਨ ਪੀੜ੍ਹੀ ਆ ਰਹੀ ਹੈ ਨਾ, ਉਹ ਬੜੀ ਤਮੀਜ਼ ਵਾਲੀ ਆ ਰਹੀ ਹੈ। ਪੜ੍ਹੇ ਲਿਖੇ ਆ ਨਾ, ਇਹ ਤਾਂ ਅਨਪੜ੍ਹ ਟੋਲਾ ਹੈਗਾ, 5-5 10-10 ਪੜ੍ਹੇ ਹੈਗੇ ਆ। ਇਹਨਾਂ ਨੂੰ ਪਤਾ ਉਹ ਅੰਗਰੇਜ਼ਾਂ ਵਾਲਾ ਟਾਈਮ ਯਾਦ ਆ ਰਿਹਾ ਵੀ ਅੰਗਰੇਜ਼ ਹੁੰਦੇ ਸੀ, ਲਾਲ ਪਗੜੀ ਬੰਨ੍ਹ ਰਹੇ ਅਸੀਂ, ਖਾਕੀ ਯੂਨੀਫਾਰਮ ਆ, ਸਾਡੇ ਹੱਥ 'ਚ ਰਿਵਾਲਵਰ ਆ, ਔਰ ਅਸੀਂ ਤਾਂ ਪੂਰੇ ਦੇਸ਼ ਦੇ ਰਾਜਾ ਬਣ ਗਏ। ਇਹਨਾਂ ਨੇ ਸਮਝ ਹੈਗੀ ਕਿ ਪਬਲਿਕ ਦੇ ਸਰਵੈਂਟ ਜੇ ਤੁਸੀਂ, ਪਬਲਿਕ ਦੇ ਸੇਵਾਦਾਰ ਜੇ ਤੁਸੀਂ, ਉਹਨਾਂ ਨੂੰ ਮਾਰੋਗੇ ਨਹੀਂ ਤੁਸੀਂ ਲਾਅ ਦੇ ਮੁਤਾਬਿਕ। ਜਿਸ ਤਰ੍ਹਾਂ ਹੋਰ ਗੱਲ ਵੀ ਹੈ, ਜਿਸ ਤਰ੍ਹਾਂ ਜਦੋਂ ਕਿਤੇ ਟ੍ਰੈਫਿਕ ਦਾ ਇੰਚਾਰਜ ਹੋਵੇ ਜਾਂ ਟ੍ਰੈਫਿਕ ਆਉਂਦੀ ਆ, ਮੁੰਡਾ ਮੋਟਰਸਾਈਕਲ ਤੇ ਆ ਰਿਹਾ, ਉਹ ਜਦੋਂ ਆ ਰਿਹਾ ਤਾਂ ਜਵਾਨ ਮੁੰਡਾ ਉਹਨੂੰ ਰੋਕ ਕੇ ਉਹਦੀ ਪਹਿਲਾਂ ਤਾਂ ਚਾਬੀ ਕੱਢਦੇ ਆ। ਇਹ ਰਾਈਟ ਨਹੀਂ ਹੈਗਾ ਕਿ ਚਾਬੀ ਤੁਸੀਂ ਕੱਢ ਕੇ ਪਾਸੇ ਹੋ ਜਾਓ, ਚਾਬੀ ਨਹੀਂ ਕੱਢੋਗੇ ਔਰ ਥਾਣੇਦਾਰ ਤੋਂ ਥੱਲੇ ਤੁਸੀਂ ਕੋਈ ਵੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਨਹੀਂ ਕਰੋਗੇ, ਔਰ ਨਾ ਉਹਦੇ 'ਤੇ ਤੁਸੀਂ ਜਿਹੜਾ ਟ੍ਰੈਫਿਕ ਦਾ ਕੋਈ ਕਰਕੇ ਤੇ ਉਹਨਾਂ ਕੋਲ ਪੈਸੇ ਲਓਗੇ। ਜੇ ਤੁਸੀਂ ਉਹਦੇ 'ਤੇ ਕਰ ਰਹੇ ਜੇ ਕੰਮ, ਤਾਂ ਤੁਹਾਡੇ ਕੋਲ ਅਥਾਰਟੀ ਹੋਣੀ ਚਾਹੀਦੀ ਹੈ। ਨਾ ਫਿਜ਼ੀਕਲੀ ਟਾਰਚਰ ਮਾਰੋਗੇ ਉਹਨੂੰ, ਤੁਸੀਂ ਜੋ ਉਹਦਾ ਕਰਨਾ, ਉਹਨੂੰ ਗ੍ਰਿਫਤਾਰ ਕਰਨਾ ਹੈਗਾ, ਉਹ ਇੱਕ ਤਰੀਕਾ ਹੈਗਾ ਜਿਹੜੇ ਦੇ ਨਾਲ ਤੁਸੀਂ ਆਓਗੇ। ਤੁਸੀਂ ਬਹੁਤ ਜ਼ਿਆਦਾ ਵੀਡੀਓ ਦੇਖੋਗੇ, ਪਹਿਲਾਂ ਤਾਂ ਪੈਸੇ ਮੰਗਦੇ ਆ, ਟ੍ਰੈਫਿਕ ਵਾਲੇ ਪੈਸੇ ਮੰਗਦੇ, ਪੈਸੇ ਨਹੀਂ ਦਿੰਦੇ, ਫਿਰ ਉਹਦੀ ਚਾਬੀ ਕੱਢ ਲੈਂਦੇ ਆ। ਤੂੰ ਜਿਹੜਾ ਹੈਲਮਟ ਨਹੀਂ ਪਾਇਆ, ਪ੍ਰਦੂਸ਼ਣ ਦਾ ਦਿਖਾ ਕਿੱਥੇ ਹੈਗਾ, 36 ਤਰ੍ਹਾਂ ਦੇ ਹੈਗਾ। ਜਦੋਂ ਕਿ ਖੰਨਾ ਜੀ ਐਪ ਆ ਗਈ ਆ, ਤੁਹਾਡਾ ਨੰਬਰ, ਤੁਹਾਡਾ ਨਾਂ, ਤੁਹਾਡਾ ਡਰਾਈਵਰ ਲਾਇਸੈਂਸ, ਜਿਹੜਾ ਤੁਹਾਡਾ ਜੋ ਵੀ ਉਹਦੇ 'ਤੇ ਫਾਰਮੈਲਿਟੀ ਹੈ, ਐਪ 'ਤੇ ਆ ਜਾਂਦਾ। ਤੁਹਾਨੂੰ ਜ਼ਰੂਰਤ ਨਹੀਂ ਕਿ ਅਸਲੀ ਸਰਟੀਫਿਕੇਟ ਦਿਖਾਓ, ਯੂ ਸ਼ੁੱਡ ਚੈੱਕ ਔਨ ਐਪ। ਉਹਦੇ 'ਤੇ ਉਹਨਾਂ ਨੂੰ ਐਪ ਤੋਂ ਪਤਾ ਕਰਨਾ ਚਾਹੀਦਾ। ਪਰ ਉਹ ਉਹਨਾਂ ਨੂੰ ਵਿਚਾਰੇ ਨੂੰ ਕਹਿੰਦੇ ਕਿੱਥੇ ਕਾਰਡ ਆ, ਕਿੱਥੇ ਹੈਗੇ ਆ, ਇੰਨੇ ਗੰਦੇ ਰੱਖੇ ਆ, ਕੀਤਾ ਹੈਗਾ। ਚਪੇੜਾ ਮਾਰਨ ਤੱਕ ਜਾਂਦੇ ਆ, ਮਾਰਦੇ ਆ ਬਹੁਤ ਕੁਛ। ਇਹ ਪਤਾ ਨਹੀਂ ਕਦੋਂ ਸੁਧਰਨਾ, ਕੀ ਕੁਛ ਹੋਣਾ। ਪਰ ਐਤਕੀ ਤਾਂ ਅੰਤ ਤੱਕ ਚਲੇ ਗਏ, ਅੰਤ ਤੱਕ ਚਲੇ ਗਏ। ਜਦੋਂ ਮਾਰਿਆ ਮਤਲਬ ਤੁਸੀਂ ਯੰਗ ਜਨਰੇਸ਼ਨ ਦੇਖੋ, ਉਹ ਅੱਛੀ ਹੈ, ਸਹੀ ਗੱਲ ਐਂਡ ਬਿਲਕੁਲ ਨੌਜਵਾਨ ਪੜ੍ਹੇ ਲਿਖੇ। ਔਰ ਇਹ ਪੁਰਾਣੇ ਜਿਹੜੇ ਨੀਅਰ ਰਿਟਾਇਰਮੈਂਟ ਜਾਂ ਅੱਧੀ ਤੋਂ ਜ਼ਿਆਦਾ ਸਰਵਿਸ ਹੋ ਚੁੱਕੀ ਹੈ, ਇਹ ਉਹ ਲੋਕ ਨੇ ਗੋਗਣਾ ਛੱਡੀਆਂ ਹੋਈਆਂ ਔਰ ਮੁਫਤ ਦਾ ਰਾਸ਼ਨ ਖਾਂਦੇ ਤਦੇ ਗੋਗਣਾ ਗਈਆਂ, ਗੋਗਣਾ ਛੱਡੀਆਂ ਹੋਈਆਂ ਔਰ ਅਵਾ ਤਵਾ ਬੋਲਣਾ ਹੈ। ਸਹੀ ਗੱਲ। ਔਰ ਥੱਪੜ ਮਾਰਦੇ ਨੇ ਪਬਲਿਕ ਨੂੰ, ਤੂੰ ਤੜਕ ਕਰਕੇ ਗੱਲ ਕਰਨੀ। ਪਤਾ ਨਹੀਂ ਤਮੀਜ਼ ਨਾਂ ਦੀ ਇਹਨਾਂ ਵਿੱਚ ਕੋਈ ਗੱਲ ਹੀ ਨਹੀਂ ਹੈ, ਕੋਈ ਟ੍ਰੇਨਿੰਗ ਨਹੀਂ ਇਹਨਾਂ ਦੀ, ਕੋਈ ਤਮੀਜ਼ ਨਹੀਂ ਸਿਖਾਉਂਦੇ ਇਹਨਾਂ ਨੂੰ ਟ੍ਰੇਨਿੰਗ 'ਚ ਵੀ ਕਿੱਦਾਂ ਤੁਸੀਂ ਗੱਲ ਕਰਨੀ ਪਬਲਿਕ ਨਾਲ। ਯੂ ਆਰ ਪਬਲਿਕ ਸਰਵੈਂਟ, ਔਰ ਲਾਅ ਦੇ ਮੁਤਾਬਿਕ ਦੇਖਿਆ ਜਾਵੇ ਤਾਂ ਪਬਲਿਕ ਵੀ ਪੁਲਿਸ ਹੈ, ਪਬਲਿਕ ਵੀ ਪੁਲਿਸ ਹੈ, ਪਬਲਿਕ ਵੀ ਅਰੈਸਟ ਕਰ ਸਕਦੀ ਹੈ। ਬਿਲਕੁਲ, ਇਹ ਲਾਅ ਹੈ ਸਾਡਾ ਇੰਡੀਆ ਦਾ। ਔਰ ਇਹਨਾਂ ਨੂੰ ਖੁਦ ਨੂੰ ਲਾਅ ਨਹੀਂ ਪਤਾ ਨਾ। ਨੌਜਵਾਨ ਪੀੜ੍ਹੀ ਜਿਹੜੀ ਹੈ ਪੜ੍ਹੀ ਲਿਖੀ ਹੈ, ਉਹਨਾਂ ਨੂੰ ਲਾਅ ਦਾ ਪਤਾ ਹੈ, ਇਹਨਾਂ ਨੂੰ ਨਹੀਂ ਪਤਾ ਲਾਅ ਕੀ ਹੈਗਾ। ਇਹਨਾਂ ਨੂੰ ਆਪਣੇ ਪੁਲਿਸ ਸਰਵਿਸ ਰੂਲਸ ਨਹੀਂ ਪਤਾ ਹੋਣੇ, ਸਿਰਫ ਇੰਨਾ ਹੀ ਪਤਾ ਹੋਣਾ ਇੰਕਰੀਮੈਂਟ ਕਦੋਂ ਲੱਗਦੀ ਪਈ ਹੈ ਤੇ ਪਿਛਲਾ ਏਰੀਅਰ ਕਦੋਂ ਮਿਲਣਾ ਹੈ, ਸਿਰਫ ਇੰਨਾ ਹੀ ਪਤਾ ਹੋਣਾ ਇਹਨਾਂ ਨੂੰ। ਬਾਕੀ ਇਹਨਾਂ ਨੂੰ ਕੋਈ ਪੁਲਿਸ ਲਾਅ ਨਹੀਂ ਪਤਾ, ਨਾ ਇੰਡੀਆ ਦੇ ਕਨਸਟੀਟਿਊਸ਼ਨ ਬਾਰੇ ਪਤਾ ਜਿੰਨਾ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਨਹੀਂ ਪਤਾ, ਨਹੀਂ ਪੜ੍ਹੇ ਲਿਖੇ ਹੈਗੇ। ਇਹਨਾਂ ਨੂੰ ਧਾਰਾ ਦਾ ਪਤਾ ਨਹੀਂ ਵੀ ਕਿਹੜੀ ਧਾਰਾ ਲਾਉਣੀ ਹੈ। ਇੱਥੇ ਆਹ ਧਾਰਾ ਲਾ ਦਿਓ, ਇਹਨੇ ਬਦਤਮੀਜ਼ੀ ਕੀਤੀ ਸਾਡੇ ਨਾਲ, ਇਹ ਟ੍ਰੈਫਿਕ ਰੂਲ ਦੀ ਉਲੰਘਣਾ ਕੀਤੀ ਆ, ਇਹ ਨਜਾਇਜ਼ ਕੇਸ ਕਿਵੇਂ ਪਾਉਣੇ ਨੇ, ਨਜਾਇਜ਼ ਚੀਜ਼ ਕਿਵੇਂ ਇਹਦੇ ਕੋਲੋਂ ਫੜਵਾਉਣੀ ਹੈ, ਇਹਦੀ ਜੇਬ 'ਚ ਕੋਈ ਨਸ਼ਾ ਪੱਤਾ ਕਿਵੇਂ ਪਾ ਕੇ ਇਹਦੇ ਉੱਤੇ ਡਰੱਗ ਦਾ ਕੇਸ ਕਿਵੇਂ ਪਾਉਣਾ, ਬਸ ਆਹ ਕੁਝ ਆਉਂਦਾ ਇਹਨਾਂ ਨੂੰ। ਹੋਰ ਕੋਈ ਚੱਜ ਦੀ ਗੱਲ ਨਹੀਂ। ਕਦੇ ਹੁਣ ਪਿੰਡਾਂ 'ਚ ਇਹਨਾਂ ਨੂੰ ਫਿਜ਼ੀਕਲੀ ਮਾਰਿਆ ਜਾਂਦਾ, ਇਹਨਾਂ ਨੂੰ ਬੀਟ ਕੀਤਾ ਜਾਂਦਾ, ਲੋਕ ਪੈ ਜਾਂਦੇ ਪਿੰਡਾਂ 'ਚ, ਜਿਹੜੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਪੈ ਜਾਂਦੇ ਜਦੋਂ ਉਹਨਾਂ ਨੂੰ ਤੰਗ ਕਰਦੇ ਆ, ਜਦੋਂ ਉਹਨਾਂ ਦੇ ਬੂਹੇ ਤੋੜ ਦਿੰਦੇ ਆ, ਇਹਨਾਂ ਦੇ ਖਿੜਕੀਆਂ ਤੋੜ ਦਿੰਦੇ ਜਾ ਕੇ। ਇਹ ਐਂ ਕਰਦੇ ਹਮਲਾਵਰ, ਜਿੱਦਾਂ ਹਮਲੇ ਵਾਲੇ ਆ ਗਏ। ਜਿਹੜੇ ਕਾਬਿਲ ਆਫੀਸਰ ਨੇ, ਕਾਬਿਲ ਪੁਲਿਸ ਮੁਲਾਜ਼ਮ ਨੇ, ਉਹਨਾਂ ਨੂੰ ਚਾਹੀਦਾ ਕਿ ਇਦਾਂ ਦੇ ਆਪਣੇ ਸਾਥੀਆਂ ਨੂੰ ਸਿਖਾਉਣ, ਉਹਨਾਂ ਨੂੰ ਐਜੂਕੇਟ ਕਰਨ ਕਿ ਭਲਿਓ ਲੋਕੋ, ਕਾਹਦੇ ਵਾਸਤੇ ਤੁਹਾਨੂੰ ਪੁਲਿਸ 'ਚ ਭਰਤੀ ਕੀਤਾ ਗਿਆ ਤੇ ਕਾਹਦੇ ਵਾਸਤੇ ਤੁਸੀਂ ਡਿਊਟੀ ਦਿੰਦੇ ਹੋ। ਵੈਸੇ ਕੰਪੈਰੀਟਿਵਲੀ ਗੱਲ ਕਰਨੀ ਬਣਦੀ ਹੈ, ਜੇ ਸਾਰੇ ਤਾਂ ਨਹੀਂ ਹੁੰਦੇ ਵੀ ਜਾਂਦੇ, ਸਾਰੇ ਜਿਹੜੇ ਟਰੱਕ ਡਰਾਈਵਰ ਆ ਇਸ ਤਰ੍ਹਾਂ ਦੇ ਹੁੰਦੇ ਆ। ਨਹੀਂ ਸਾਰੇ ਨਹੀਂ ਹੁੰਦੇ ਵੀ ਹੈਗੇ ਆ। ਪੰਜਾਬ ਪੁਲਿਸ ਦਾ ਤੁਸੀਂ ਵੀਡੀਓ ਵੇਖੋ, ਇੱਕ ਮੁੰਡਾ ਨੌਜਵਾਨ ਹੈਗਾ, ਉਹ ਬੜਾ ਰਾਸ਼ਨ ਲੈ ਕੇ, ਕਈ ਤਮੀਜ਼ ਵਾਲੇ ਬਹੁਤ ਨੇ, ਲੋੜਵੰਦਾਂ ਦੇ ਘਰ ਜਾਂਦਾ, ਜਿਹੜੀਆਂ ਬਜ਼ੁਰਗ ਔਰਤਾਂ ਇਕੱਲੀਆਂ ਰਹਿ ਰਹੀਆਂ, ਉਹਨਾਂ ਨੂੰ ਜਾ ਕੇ ਉਹ ਰਾਸ਼ਨ ਦਿੰਦਾ, ਉਹਨਾਂ ਨੂੰ ਬਰਤਨ ਦਿੰਦਾ, ਉਹਨਾਂ ਦੇ ਲਈ ਆਟਾ ਦਾਣਾ ਸਾਰਾ ਕੁਝ ਉੱਥੇ ਭੇਜਦਾ ਵਾ। ਔਰ ਕਈ ਚੀਜ਼ਾਂ ਜਿਹੜੀਆਂ ਉਹਨਾਂ ਬਜ਼ੁਰਗਾਂ ਕੋਲ ਉੱਠਿਆ ਨਹੀਂ ਜਾਂਦਾ, ਉਹਨਾਂ ਲਈ ਚੀਜ਼ਾਂ ਦੇ ਸੇਵਾ ਕਰਦਾ, ਉਹਨਾਂ ਦੀ ਇਕੱਲਾ ਬੰਦਾ ਉਹ ਕਰਦਾ ਆਪਣੀ ਤਨਖਾਹ 'ਚੋਂ, ਔਰ ਕਿਸੇ ਕੋਲ ਪੈਸਾ ਨਹੀਂ। ਔਰ ਉਹਨੂੰ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਜਿਹੜੇ ਵਿਗੜੇ ਹੋਏ ਨੇ, ਉਹਨਾਂ ਨੂੰ ਤਮੀਜ਼ ਸਿਖਾਵੇ, ਉਹਨਾਂ ਨੂੰ ਦੱਸੇ ਕਿ ਬਈ ਤੁਹਾਡੀ ਡਿਊਟੀ ਕੀ ਹੈ। ਉਹਨੂੰ ਵੇਖ ਕੇ ਹੋਣੀ ਚਾਹੀਦੀ ਇਹਨਾਂ ਨੂੰ ਕਿ ਸਾਡੇ ਵਿੱਚੋਂ ਹੀ ਬੰਦਾ ਹੈਗਾ, ਸਾਡੇ ਵਰਗਾ ਹੀ ਹੈਗਾ। ਬਿਲਕੁਲ ਸਹੀ ਗੱਲ। ਉਹ ਨਹੀਂ ਤਨਖਾਹ ਲੈਂਦਾ, ਉਹ ਆਪਣੀ ਅੱਧੀ ਤਨਖਾਹ ਤੇ ਲੋਕਾਂ ਤੇ ਲਾਉਣ ਦਾ ਪੈਸਾ। ਇਹ ਹੁੰਦੀ ਹੈ ਭਲਾ ਚਾਹੁਣ ਵਾਲੇ ਬੰਦਿਆਂ ਦਾ ਦਿਮਾਗ, ਔਰ ਉਹਨਾਂ ਦਾ ਲੋਕਾਂ ਲਈ ਕੰਮ ਆਉਣ ਦਾ ਜਿਹੜਾ ਉਹਨਾਂ ਵਿੱਚ ਜੋਸ਼ ਹੁੰਦਾ, ਉਹ ਹਰ ਬੰਦੇ 'ਚ ਨਹੀਂ ਹੁੰਦਾ। ਸਹੀ ਗੱਲ ਹੈ। ਪੰਜਾਬ ਪੁਲਿਸ ਦੇ ਵਿੱਚ ਕਈ ਐਸੇ ਭਲੇ ਬੰਦੇ ਬੈਠੇ ਨੇ ਜਿਨ੍ਹਾਂ ਦੀ ਤੁਸੀਂ ਇਮਾਨਦਾਰੀ ਦੀ ਮਿਸਾਲ ਦੇ ਸਕਦੇ ਹੋ, ਜਿਨ੍ਹਾਂ ਦੀ ਭਲੇ ਮਾਨਸੀ ਦੀ ਤੁਸੀਂ ਮਿਸਾਲ ਦੇ ਸਕਦੇ ਹੋ। ਕਦੇ ਆਂਦੇ ਦੁਨੀਆ ਵੱਸਦੀ ਆ ਨਾ,
ਜਿਹਦੇ ਵਿੱਚ ਚੰਗੇ ਲੋਕ ਵੀ ਹੈਗੇ ਆ ਤੇ ਜਿਹੜੇ ਝਗੜਾਲੂ ਲੜਾਕੂ ਹੈ ਨਾ, ਲੁਟੇਰੇ ਹੈ ਨਾ, ਇੱਕ ਦੂਜੇ ਨੂੰ ਖਾਣ ਵਾਲੇ ਮਾਰਨ ਵਾਲੇ, ਉਹ ਜ਼ਿਆਦਾ ਲੋਕ ਹੈਗੇ ਆ, ਚੰਗੇ ਲੋਕ ਵੀ ਹੈਗੇ ਆ। ਤਦੇ ਆਂਦੇ ਧਰਤੀ ਖੜੀ ਆ, ਤਦੇ ਆਂਦੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹੈਗੇ ਆ। ਦਾਲ ਦੇ ਵਿੱਚ ਨਾ ਬਲਕਾਰ ਜੀ ਕੋੜਕੂ ਵੀ ਜ਼ਰੂਰ ਹੋਣਗੇ, ਉਹ ਕੋੜਕੂ ਕੱਢਣੇ ਪੈਂਦੇ ਨੇ ਤਾਂ ਦਾਲ ਆਪਾਂ ਚਾੜ ਸਕਦੇ ਹਾਂ, ਕੋੜਕੂਆਂ ਨਾਲ ਦਾਲ ਨਹੀਂ ਚਾੜੀ ਜਾ ਸਕਦੀ। ਸਹੀ ਗੱਲ। ਸੋ ਆਪਾਂ ਅੱਗੇ ਚੱਲੀਏ। ਜ਼ਰੂਰ। ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਣਕ ਦੀ ਬੰਪਰ ਫਸਲ ਝਾੜ ਹੋਇਆ ਤੇ ਕੇਂਦਰ ਵੱਲੋਂ ਪੰਜਾਬ ਦੀ ਜਵਾਬ ਤਲਬੀ, ਉਹੀ ਪੁਰਾਣਾ ਰਾਗ। ਜਵਾਬ ਤਲਬੀ ਪੁਰਾਣਾ ਰਾਗ ਹੈ ਜੀ ਕਿ 125 ਲੱਖ ਮੀਟ੍ਰਿਕ ਟਨ ਜਿਹੜਾ ਹੋ ਗਿਆ ਐਤਕਾਂ ਦਾ ਝਾੜ, ਔਰ ਪਿਛਲੀ ਵਾਰ ਜਿਹੜਾ 96 ਲੱਖ ਮੀਟ੍ਰਿਕ ਟਨ ਹੋਇਆ ਸੀਗਾ ਜਿਹੜਾ ਪਰ ਹੈਕਟੇਅਰ ਦੇ ਲਿਹਾਜ਼ ਨਾਲ। ਔਰ ਉਹ ਜਿਹੜਾ ਜਿੰਨੀ ਝਾੜ ਹੋਈ ਆ, ਜਿੰਨੀ ਪੈਦਾਵਾਰ ਹੋਈ ਆ, ਇਹਦੇ ਨਾਲ ਕੇਂਦਰ ਤਾਂ ਇੱਕ ਵਾਰੀ ਚੁਕੰਨਾ ਹੋ ਗਿਆ ਕਿ ਇਹ ਪਹਿਲਾਂ ਕਹਿੰਦੇ ਸੀ ਕਿ ਕਣਕਾਂ ਡਿੱਗ ਪਈਆਂ, ਕਣਕਾਂ ਦੇ ਵਿੱਚ ਝਾੜ ਘਟ ਗਿਆ, ਇਹਦੇ ਵਿੱਚ ਜਿਹੜੇ ਲੋਕਾਂ ਦਾ ਪੈਸਾ ਲੱਗਾ ਸੀ ਉਹ ਮੁੜਨਾ ਨਹੀਂ ਗਾ। ਜਦੋਂ ਕਿ ਪੰਜਾਬ ਸਰਕਾਰ ਨੇ 15,000 ਦੇ ਦਿੱਤਾ ਸੀ ਮੁਆਵਜ਼ੇ ਦੇ ਤੌਰ ਤੇ, ਪਰ ਕਿਸਾਨ ਤਾਂ ਖੁਸ਼ਹਾਲ ਹੀ ਰਿਹਾ। ਕਿਸਾਨ ਦੇ ਨਾਲ ਕੁਦਰਤ ਹੈ। ਔਰ ਇਹਦੇ ਵਿੱਚ ਜਵਾਬ ਮੰਗਿਆ ਕੇਂਦਰ ਨੇ ਸਰਕਾਰ ਕੋਲੋਂ। ਸਰਕਾਰ ਦੇ ਵਿੱਚ ਮੁੱਖ ਮੰਤਰੀ ਜਦੋਂ ਭਗਵੰਤ ਸਿੰਘ ਮਾਨ ਕੋ ਆਇਆ, ਉਹਨੇ ਐਗਰੀਕਲਚਰ ਡਿਪਾਰਟਮੈਂਟ ਨੂੰ ਦਿੱਤਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਟਿਸਟ ਉਹਨਾਂ ਨੇ ਮਿਲ ਕੇ ਮੀਟਿੰਗ ਕੀਤੀ ਆ, ਤੇ ਪੰਜਾਬ ਦੇ ਜਿਹੜੇ ਖੇਤੀਬਾੜੀ ਦੇ ਡਾਇਰੈਕਟਰ ਹੈ ਗੁਰਵਿੰਦਰ ਸਿੰਘ, ਉਹਨਾਂ ਨੇ ਸਾਰੇ ਖੇਤੀਬਾੜੀ ਇੰਸਪੈਕਟਰਾਂ ਨੂੰ, ਸਾਰੇ ਜਿਹੜੇ ਚੀਫ ਨੇ, ਉਹਨਾਂ ਨੂੰ ਇਕੱਠੇ ਕਰਕੇ ਦੇਖਿਆ ਕਿ ਕਿਸਾਨਾਂ ਨਾਲ ਮਿਲਣੀ ਕਰੀਏ, ਔਰ ਉਹਦੇ ਵਿੱਚ ਕਿਹਨੇ ਬੀਜ ਕਿਹੜਾ ਵਰਤਿਆ, ਖਾਦ ਕਿੰਨੀ ਪਾਈ, ਔਰ ਇਹਦੇ ਵਿੱਚ ਪਾਣੀ ਕਦੋਂ ਦਿੱਤਾ, ਔਰ ਕਿੰਨੀ ਮਿਹਨਤ ਕੀਤੀ, ਉਹ ਸਾਰਾ ਸਰਵੇਖਣ ਕਰਕੇ ਉਹਨਾਂ ਨੇ ਹੁਣ ਕੇਂਦਰ ਨੂੰ ਦੇਣਾ ਪੈਣਾ। ਅੱਗੇ ਉੱਥੇ ਵੀ ਕਿਹੜੇ ਖੇਤੀਬਾੜੀ ਦੇ ਐਕਸਪਰਟ ਬੈਠੇ, ਉਹਨਾਂ ਨੂੰ ਪਤਾ ਹੀ ਹੈ ਕਿ ਪੰਜਾਬ ਦਾ ਕਿਸਾਨ ਮਿਹਨਤੀ ਹੈਗਾ, ਇਹ ਤਾਂ ਝੱਖੜਾਂ 'ਚੋਂ ਹਨੇਰੀਆਂ 'ਚੋਂ ਬੜੀ ਵੱਡੀ ਪੈਦਾਵਾਰ ਪੈਦਾ ਕਰ ਸਕਦਾ। ਇੱਕ ਵਾਰੀ ਜਦੋਂ ਇਹਨਾਂ ਨੂੰ ਕਿਹਾ ਸੀ ਸੂਰਜਮੁਖੀ ਬੀਜੋ, ਅਸੀਂ ਸਾਰੀ ਮਾਰਕੀਟਿੰਗ ਕਰਾਂਗੇ, ਤੁਹਾਨੂੰ ਸਮਰਥਨ ਮੁੱਲ ਦੇ ਦਾਂਗੇ, ਸਾਰਾ ਕੁਝ, ਉਹਨਾਂ ਨੇ ਅੰਬਾਰ ਲਾਤੇ ਸੀ ਸੂਰਜਮੁਖੀ ਦੇ, ਔਰ ਉਹਦਾ ਬੜਾ ਤੇਲ ਨਿਕਲਿਆ, ਉਹਦਾ ਘਿਓ ਵੀ ਬਣਦਾ ਰਿਹਾ, ਲੋਕਾਂ ਨੇ ਵਰਤਿਆ ਵੀ, ਪਰ ਕਿਸਾਨ ਨੂੰ ਵੇਚਣ ਦੀ ਜਗ੍ਹਾ ਨਹੀਂ ਮਿਲੀ। ਕਿਸਾਨ ਨੇ ਢੇਰੀਆਂ ਲਾਤੀਆਂ, ਮੀਂਹ ਪੈ ਗਏ, ਉਹਦੇ ਬਾਅਦ ਕਈ ਜਗ੍ਹਾ ਰੁੜ ਗਿਆ, ਔਰ ਬਾਰਦਾਨਾ ਨਹੀਂ ਮਿਲਿਆ। ਔਰ ਇਸੇ ਤਰ੍ਹਾਂ ਕਿਸਾਨ ਬੜਾ ਕੁਝ ਪੈਦਾ ਕਰ ਦਿੰਦਾ। ਪੰਜਾਬ ਦੇ ਕਿਸਾਨ ਨੂੰ ਕਹੋ ਜੇ ਸੇਬ ਪੈਦਾ ਕਰਨੇ ਆ, ਬਦਾਮ ਪੈਦਾ ਕਰਨੇ ਆ, ਅਨਾਰ ਪੈਦਾ ਕਰਨੇ, ਉਹ ਉਸ ਧਰਤੀ 'ਤੇ ਉਹ ਵੀ ਪੈਦਾ ਕਰ ਦੂਗਾ। ਪਰ ਗੱਲ ਤਾਂ ਹੈਗੀ ਇਹਨਾਂ ਨੂੰ ਸਹੂਲਤ ਕੋਈ ਮਿਲੇ, ਉਹਨੂੰ ਮੁਆਵਜ਼ਾ ਤਾਂ ਮਿਲੇ ਜਦੋਂ ਤੱਕ ਸਾਰਾ ਕੁਝ ਹੁੰਦਾ। ਸੈਂਟਰ ਦੀ ਅੱਖ ਪੰਜਾਬ 'ਤੇ ਹੁੰਦੀ ਆ, ਪਰ ਸੈਂਟਰ ਨੂੰ ਇਹ ਨਹੀਂ ਪਤਾ ਕਿ ਜਿਹੜੀ ਤੁਹਾਨੂੰ ਕਣਕ ਜਿਹੜਾ ਜਿੰਨਾ ਕੁਝ ਬਣਿਆ, ਜੇ ਬੰਪਰ ਪੈਦਾਵਾਰ ਹੋਈ ਹੈ, ਤੇ 60% ਪੰਜਾਬ ਦਾ ਜਾਣਾ। ਜਿੱਥੇ ਭੁੱਖੇ ਭਾਣੇ ਲੋਕ ਬਾਹਰਲੇ ਪ੍ਰਦੇਸ਼ਾਂ 'ਚ ਬੈਠੇ ਆ, ਬੈਗਰਸ ਨੇ ਵਿਚਾਰੇ, ਰੋਟੀ ਮੰਗ ਰਹੇ ਆ, ਇਹ ਕੌਣ ਰੋਟੀ ਦੇਊਗਾ? ਪੰਜਾਬ ਦਾ ਕਿਸਾਨ। ਪੰਜਾਬ ਦਾ ਕਿਸਾਨ ਬਾਦਸ਼ਾਹ ਹੈਗਾ। ਇੱਥੋਂ 60 ਬੋਰੀਆਂ ਜਾਣਗੀਆਂ, ਔਰ 60 ਤੋਂ ਹੁਣ 70 ਵੀ ਜਾ ਸਕਦੀ ਹੈ, ਕਿਉਂਕਿ ਕਣਕ ਦੀ ਪੈਦਾਵਾਰ ਜ਼ਿਆਦਾ ਹੋ ਗਈ ਹੈ। ਇਸ ਗੱਲ ਦੀ ਤਾਂ ਖੁਸ਼ੀ ਪ੍ਰਗਟਾਉਣੀ ਚਾਹੀਦੀ ਹੈ ਪੰਜਾਬ ਦੇ ਨਾਂ 'ਤੇ, ਪਰ ਉਹਨਾਂ ਨੂੰ ਇਹਦਾ ਹੁਣ ਥੋੜ੍ਹਾ ਜਿਹਾ ਚਿੰਤਾ ਦਾ ਪੈ ਗਿਆ, ਫਿਕਰ 'ਚ ਪੈ ਗਏ ਵੀ ਇਹਦਾ ਬੰਪਰ ਪੈਦਾਵਾਰ ਕਿਉਂ ਹੋ ਗਈ। ਇਹ ਗੱਲ ਤੁਹਾਡੀ ਗੱਲ ਤੁਸੀਂ ਸ਼ੁਰੂ 'ਚ ਕੀਤੀ ਸੀ ਵੀ ਥੋੜ੍ਹਾ ਜਿਹਾ ਹਾਸੇ ਵੀ ਸੀ ਵੀ ਉਹਨਾਂ ਨੂੰ ਇਹਦੀ ਗੱਲ ਦੀ ਕਿਉਂ ਚਿੰਤਾ ਪੈ ਗਈ ਕਿ ਹਰ ਗੱਲ 'ਤੇ ਪੰਜਾਬ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਲੱਗਦਾ ਕਿ ਪੰਜਾਬ ਅੱਗੇ ਚੱਲ ਰਿਹਾ। ਇਹ ਤਾਂ ਇੱਥੇ ਗੁਰੂਆਂ ਦੀ ਧਰਤੀ ਹੈ, ਇਹ ਹਰ ਗੱਲ ਦੇ ਵਿੱਚ ਥੋੜ ਨਹੀਂ, ਇਹ ਗੁਰੂ ਘਰ ਲੰਗਰ ਅਟੁੱਟ ਵਰਤਣਾ। ਇੱਥੇ ਗੱਲ ਜਿਹੜੀ ਹਰ ਗੱਲ ਦੀ ਪੈਦਾਵਾਰ ਵੱਧ ਤੋਂ ਵੱਧ ਹੋਣੀ। ਬਿਲਕੁਲ। ਔਰ ਜੋ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਦੇ ਦਿਓ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਨੇ। ਜੀ ਹਾਂ। ਫਿਰ ਦੇਖੋ ਕਿੱਥੇ ਜਾਂਦੀ ਪੈਦਾਵਾਰ। ਬਿਲਕੁਲ ਸਿਰੜੀ ਆ, ਮਿਹਨਤੀ ਆ, ਔਰ ਜੇ ਇਹਨਾਂ ਦੀਆਂ ਡਿਮਾਂਡ ਨੂੰ ਪੂਰੀਆਂ ਕੀਤੀਆਂ ਜਾਵੇ, ਜਿਹੜੀਆਂ ਮੰਗਾਂ ਨੇ, ਸਮਰਥਨ ਮੁੱਲ ਤਾਂ ਦੇ ਦਿਓ ਇਹਨਾਂ ਨੂੰ, ਜਿਹੜੇ MSP ਹੈ ਉਹ ਤਾਂ ਦਿਓ ਆਰਾਮ ਨਾਲ, ਫਿਰ ਹਰ ਚੀਜ਼ ਪੈਦਾਵਾਰ ਕਰ ਲੈਣਗੇ। ਜਿੱਦਾਂ ਮੂੰਗੀ ਬੀਜੀ ਇਹਨਾਂ ਨੇ ਵਿਚਾਰਿਆਂ ਨੂੰ ਤਾਂ ਉਹਦਾ 7572 ਰੁਪਏ ਰੇਟ ਸੀਗਾ, ਜਿਹੜਾ ਦਿੱਤਾ ਨਹੀਂ, ਫਿਰ ਪੰਜਾਬ ਗੌਰਮੈਂਟ ਨੇ ਦਿੱਤਾ ਉਹਨਾਂ ਨੂੰ। ਪਰ ਵਿਚਾਰੇ ਦਾਲਾਂ ਵੀ ਬੀਜਣਗੇ, ਤੋਰੀਆਂ ਵੀ ਬੀਜਦੇ ਆ, ਹੋਰ ਫਸਲਾਂ ਵੀ ਬੀਜਦੇ ਆ, ਤੇਲ ਵਾਲੀਆਂ ਫਸਲਾਂ ਵੀ। ਸਰੋਂ ਦਾ ਤੇਲ ਕਿੰਨਾ ਮਹਿੰਗਾ ਹੋ ਗਿਆ, ਪਰ ਇਹ ਤਾਂ ਦੀ ਪੈਦਾਵਾਰ ਵਧੂਗੀ ਜੇ ਸਹੂਲਤਾਂ ਮਿਲਣ। ਹੁਣ ਜਾਂਦੇ ਜਾਂਦੇ 2 ਲਾਈਨਾਂ 'ਚ ਆਪਾਂ ਇਹਨੂੰ ਵਾਈਂਡ ਅਪ ਕਰਦੇ ਹਾਂ। ਜ਼ਰੂਰ। ਰਾਘਵ ਚੱਡਾ ਦੀ ਮੈਰਿਜ ਤਾਂ ਹਜੇ ਨਹੀਂ ਹੋਈ, ਹਜੇ ਤਾਂ ਉਹਨਾਂ ਦੀ ਕੁੜਮਾਈ ਹੋਈ ਹੈ। ਔਰ ਮੈਰਿਜ ਦੀ ਗੱਲ ਮੈਂ ਤਾਂ ਕਰਦਾ ਪਿਆ ਕਿਉਂਕਿ ਜਥੇਦਾਰ ਸਾਹਿਬ ਗਏ ਨੇ, ਤਾਂ ਜਿਹੜੇ ਵਿਰੋਧੀ ਨੇ ਨਾ, ਜਿਹੜੇ ਨਿੰਦਾ ਕਰਦੇ ਪਏ ਨੇ, ਉਹ ਕਹਿੰਦੇ ਜੇ ਮੈਰਿਜ ਹੁੰਦੀ ਚਲੇ ਜਾਂਦੇ, ਤੁਸੀਂ ਜਾ ਕੇ ਆਸ਼ੀਰਵਾਦ ਦਿੰਦੇ, ਚੰਗਾ ਵੀ ਲੱਗਦਾ। ਤੁਸੀਂ ਮੰਗਣੀ ਦੇ ਕੋਈ ਚਲੇ ਗਏ, ਉਹ ਤਾਂ ਫੈਮਿਲੀ ਫੰਕਸ਼ਨ ਸੀ। ਇੱਦਾਂ ਕਰਕੇ ਨਿੰਦਾ ਹੁੰਦੀ ਪਈ ਜਥੇਦਾਰ ਸਾਹਿਬ ਦੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਥੇਦਾਰ ਹਰਪ੍ਰੀਤ ਸਿੰਘ, ਜਥੇਦਾਰ ਅਕਾਲ ਤਖਤ ਸਾਹਿਬ ਨੇ, ਉਹਨਾਂ ਨੇ ਜਦੋਂ ਉੱਥੇ ਗਏ ਆ, ਔਰ ਉਹਨਾਂ ਨੇ ਜਦੋਂ ਪਹੁੰਚਿਆ, ਉਹਨਾਂ ਨਾਲ ਉਹਨਾਂ ਨੇ ਉਹ ਜਾ ਕੇ ਅਰਦਾਸ ਵੀ ਕੀਤੀ ਆ। ਅਰਦਾਸ ਕਰਨ ਤੋਂ ਬਾਅਦ ਫਿਰ ਕੀਰਤਨ ਵੀ ਹੋਇਆ, ਸਾਰਾ ਕੁਛ ਹੈ ਜੋ ਪਰੰਪਰਾ ਹੈਗਾ। ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਧਰਮ ਦਾ ਅਕੀਦਾ ਕੋਈ ਨਹੀਂ ਹੁੰਦਾ, ਰਾਜਨੀਤੀ ਵੱਖਰੀ ਚੀਜ਼ ਹੈ ਕਿ ਜਿਹਦੇ ਵਿੱਚ ਕੋਈ ਧਰਮ ਨਹੀਂ ਹੈਗਾ ਕਿ ਇਹ ਜਿਹੜਾ ਵੀ ਘੱਟੋ ਘੱਟ ਮੈਂ ਇੱਕ ਕਮਿਊਨਿਟੀ ਦੇ ਲਈ ਜਾਣਾ, ਮੈਂ ਸਾਰੀ ਕਮਿਊਨਿਟੀ ਲਈ ਜਾਊਂਗਾ ਜਿਹੜਾ ਮੈਨੂੰ ਬੁਲਾ ਰਿਹਾ ਹੈਗਾ, ਮੈਂ ਰਾਜਨੀਤਿਕ ਤੌਰ 'ਤੇ ਨਹੀਂ ਗਿਆ। ਔਰ ਉਹਦੇ ਵਿੱਚ ਕਹਿੰਦੇ ਵੀ ਹੋਰ ਵੀ ਨੇਤਾ ਆਏ ਆ, ਸਾਰੇ ਆਏ ਆ। ਔਰ ਇਹ ਲੜਕੀ ਜਿਹੜੀ ਹੈਗੀ ਪਰਨੀਤੀ ਚੋਪੜਾ, ਇਹ ਫਿਲਮ ਐਕਟਰੈਸ ਹੈਗੀ ਆ। ਔਰ ਤੁਹਾਨੂੰ ਪਤਾ ਰਾਘਵ ਚੱਡਾ ਤਾਂ ਰਾਜਨੀਤੀ 'ਚ ਬਹੁਤ ਮੰਨੇ ਪ੍ਰਮੰਨੇ ਆ, ਪੰਜਾਬ 'ਚ ਵੀ ਕੰਟਰੀਬਿਊਸ਼ਨ ਰਹੀ ਹੈ, ਰਾਜ ਸਭਾ ਦੇ ਉਹ ਮੈਂਬਰ ਬਣਾ ਦਿੱਤੇ ਗਏ। ਔਰ ਜਵਾਨ ਮੁੰਡਾ,
ਔਰ ਜੇ ਉਹਨਾਂ ਨੇ ਦਾਵਤ ਦਿੱਤੀ ਆ, ਜੇ ਉਹਨਾਂ ਨੇ ਬੁਲਾਇਆ ਗੁਰੂ ਜਥੇਦਾਰ ਨੂੰ, ਹਰਪ੍ਰੀਤ ਸਿੰਘ ਜੀ ਹੋਰਾਂ ਨੂੰ, ਜੇ ਜਥੇਦਾਰ ਨੂੰ ਬੁਲਾਇਆ ਤਾਂ ਜਦੋਂ ਉਹਨੇ ਗਿਆ, ਉਹਨਾਂ ਦੀ ਆਲੋਚਨਾ ਕੁਛ ਮੁੱਠੀ ਭਰ ਕਰਨ ਵਾਲੇ ਲੋਕਾਂ ਨੇ ਕਹਿ ਦਿੱਤਾ ਕਿ ਉਹਦੇ 'ਚ ਜਥੇਦਾਰ ਵਿਰਸਾ ਸਿੰਘ ਵਲਟੋਆ ਨੇ ਵੀ ਕਿਹਾ ਕਿ ਜੇ ਉਹ ਗਏ, ਇਹਦੇ 'ਚ ਧਰਮ ਦਾ ਅਕੀਦਾ ਕੋਈ ਨਹੀਂ ਹੈਗਾ, ਜਿੱਥੇ ਵੀ ਜਾ ਸਕਦੇ ਆ ਪਿਆਰ ਨਾਲ ਗਏ ਹੈਗੇ ਆ। ਇਹ ਹੁਣ ਨਹੀਂ ਹੈਗਾ ਕਿ ਅਸੀਂ ਕੱਲ੍ਹ ਨੂੰ ਜੇ ਮੁਸਲਿਮ ਕਮਿਊਨਿਟੀ ਵਾਲੇ ਬੁਲਾਉਂਦੇ ਤਾਂ ਉੱਥੇ ਨਹੀਂ ਜਾ ਸਕਦੇ ਹੈਗੇ। ਇਹ ਜਦੋਂ ਇਹ ਪੰਜਾਬ ਦੇ ਜਿਹੜੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਜਿਸ ਤਰ੍ਹਾਂ ਦੇ ਪੋਪ ਹੁੰਦੇ ਆ ਕ੍ਰਿਸਚਨ ਦੇ ਵਿੱਚ, ਬੜੀ ਵੱਡੀ ਉਪਾਧੀ ਹੈਗੀ ਆ, ਇਹਨਾਂ ਦਾ ਬੜਾ ਵੱਡਾ ਸਤਿਕਾਰ ਹੈਗਾ। ਜਦੋਂ ਗਏ ਉੱਥੇ ਤਾਂ ਅੱਛੀ ਗੱਲ ਹੈ, ਉਹਦੇ ਨਾਲ ਕੋਈ ਜਿਹੜੀ ਬਹੁਮਤ ਹੈ ਉਹਨਾਂ ਨੇ ਕੋਈ ਬੁਰਾ ਨਹੀਂ ਮਨਾਇਆ। ਇਹ ਪਤਾ ਹੁੰਦਾ ਜਦੋਂ ਕੋਈ ਰਾਜਨੀਤੀ ਗੱਲਾਂ ਚੱਲਦੀਆਂ ਜਾਂ ਚੱਲਦੇ ਆ, ਇਹ ਰਾਜਨੀਤੀ ਵੱਲ ਧੂ ਕੇ ਲੈ ਆਉਂਦੇ ਆ। ਇਹ ਅਰਦਾਸ ਜਾਂ ਧਾਰਮਿਕ ਅਕੀਦਾ ਹੈਗਾ, ਸਾਰਿਆਂ ਲਈ ਧਰਮ ਇੱਕੋ ਜਿਹੇ ਹੈਗੇ, ਜਿਹਦੇ 'ਚ ਅਰਦਾਸ ਕੀਤੀ ਸਰਬੱਤ ਦੇ ਭਲੇ ਦੀ ਕੀਤੀ ਹੈ, ਗਏ ਉੱਥੇ ਹੈਗਾ। ਹੁਣ ਜੇ ਉਹਦੇ 'ਚੋਂ ਇਹ ਮੰਗਣਾ ਜਾਂ ਵਿਆਹ ਤੇ ਕੋਈ ਮਤਲਬ ਨਹੀਂ, ਅਰਦਾਸ ਤਾਂ ਖੁਸ਼ੀ ਦੀ ਹੈਗੀ, ਉਹ ਕਰਕੇ ਆ ਗਏ। ਪਰ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਜਥੇਦਾਰ ਦਾ ਉੱਤੇ ਪਹੁੰਚਣਾ ਲੋਕ ਕਹਿੰਦੇ ਆ ਮਾੜਾ ਹੈਗਾ ਜਾਂ ਇਹਦੇ ਵਿੱਚ ਪਤਾ ਕੀ ਹੈਗੀ ਹੈ, ਇਹ ਨੈਰੋ ਮਾਈਂਡਡ ਹੈਗੀ ਹੈ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਉਹਦੇ ਨਹੀਂ ਜਾਣਾ, ਇਹਦੇ ਨਹੀਂ ਜਾਣਾ, ਉਹਨਾਂ ਕਿਹਾ ਸਰਬੱਤ ਲਈ ਜਾਓ, ਸਰਬ ਲਈ ਹੈ, ਸਰਬ ਦੇ ਕਾਰਜ ਲਈ, ਸੰਪੰਨ ਕਰਨ ਲਈ ਜਾਓ। ਔਰ ਵਧੀਆ ਗੱਲ ਹੈ, ਮਾੜੀ ਤਾਂ ਨਹੀਂ ਹੈਗੀ। ਬਾਕੀ ਜੀ ਆਪੋ ਆਪਣੀ ਰਾਏ ਹੈ, ਆਪੋ ਆਪਣੀ ਸੋਚ ਹੈ, ਆਪੋ ਆਪਣੀ। ਸੋ ਤੁਸੀਂ ਵੀ ਆਪਣੀ ਰਾਏ, ਆਪਣੀ ਸੋਚ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚਲਿਏ, ਬਿਲਕੁਲ ਜ਼ਰੂਰ। ਸਤਿ ਸ਼੍ਰੀ ਅਕਾਲ।